ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਨੇ ਵੱਡਾ ਦਿਲ ਕੱਢਿਆ ਇਜ਼ਰਾਈਲ ਵਾਸਤੇ। ਇਜ਼ਰਾਈਲ ਦੇ ਲੋਕਾਂ ਦੇ ਵਾਸਤੇ ਇੱਕ ਸਹੂਲੀਅਤ ਦਿੱਤੀ ਹੈ ਅਮਰੀਕਾ ਨੇ ਕਿ ਬਿਨਾਂ ਵੀਜ਼ਾ ਆ ਸਕਦੇ ਨੇ ਅਮਰੀਕਾ, ਆਨਲਾਈਨ ਅਪਲਾਈ ਕਰ ਸਕਦੇ ਨੇ। ਸੋ ਇਜ਼ਰਾਈਲ ਵਾਲਿਆਂ ਵਾਸਤੇ ਬਹੁਤ ਸ਼ੁਭਕਾਮਨਾਵਾਂ, ਆਲ ਦਾ ਬੈਸਟ ਕਿ ਅਮਰੀਕਾ ਉਹਨਾਂ ਨੂੰ ਬਿਨਾਂ ਵੀਜ਼ਾ ਤੋਂ ਆਪਣੀ ਧਰਤੀ ਦੇ ਉੱਤੇ ਆਉਣ ਦੀ ਇਜਾਜ਼ਤ ਦੇ ਰਿਹਾ ਹੈ। ਸੋ ਇਹ ਜਲਦੀ ਹੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ, ਆਨਲਾਈਨ ਬੁਕਿੰਗਸ ਸਭ ਇਹਦੀ ਫੈਸਿਲਿਟੀ ਸ਼ੁਰੂ ਹੋ ਜਾਣੀ ਹੈ। ਬਾਕੀ ਗੱਲਾਂ ਤਾਂ ਉਹੀ ਨੇ ਜੋ ਤੁਹਾਡੇ ਸਾਹਮਣੇ ਵਾਪਰ ਰਹੀਆਂ ਨੇ। ਅਮਰੀਕਾ ਦਾ ਰੋਲ ਕੈਨੇਡਾ ਔਰ ਭਾਰਤ ਦੇ ਵਿੱਚ ਜਿਹੜਾ ਮਸਲਾ ਖੜਾ ਹੋ ਗਿਆ ਹੈ ਉਹਦੇ ਵਿੱਚ ਕਿੱਦਾਂ ਚੱਲ ਰਿਹਾ, ਪੂਰੀ ਦੁਨੀਆ ਦੇ ਵਿੱਚ ਅਰਥਚਾਰੇ ਯਾਨੀ ਇਕੋਨਮੀ ਦਾ ਕੀ ਹਾਲ ਹੈ। ਸਭ ਜਗ੍ਹਾ ਤੁਸੀਂ ਦੇਖਦੇ ਹੋ ਢੇਰੀ ਹੋਏ ਪਏ ਨੇ ਇਹ ਸੁਪਨਿਆਂ ਦੇ ਮਹਿਲ। ਕਿਸੇ ਤਰ੍ਹਾਂ ਹਰ ਕੰਟਰੀ ਸਰਵਾਈਵ ਕਰ ਰਿਹਾ ਹੈ। ਸਾਨੂੰ ਲੱਗਦਾ ਕਿ ਇਹ ਅਮੀਰ ਦੇਸ਼ ਹੈ, ਨਹੀਂ, ਅਮੀਰ ਦੇਸ਼ ਦਾ ਆਪਣਾ ਲਾਈਫ ਸਟਾਈਲ ਹੈ, ਉਹਦੇ ਮੁਤਾਬਿਕ ਉਹ ਵੀ ਸਰਵਾਈਵ ਕਰ ਰਿਹਾ ਹੈ। ਜਿਹੜਾ ਗਰੀਬ ਦੇਸ਼ ਹੈ ਉਹਦਾ ਆਪਣਾ ਲਾਈਫ ਸਟਾਈਲ ਹੈ, ਉਹਦੇ ਮੁਤਾਬਿਕ ਉਹ ਸਰਵਾਈਵ ਕਰ ਰਿਹਾ ਹੈ। ਅੱਜ ਦੀ ਡੇਟ ਦੇ ਵਿੱਚ ਹਰ ਦੇਸ਼ ਸਰਵਾਈਵਲ ਦੇ ਮੋਡ ਦੇ ਉੱਤੇ ਹੈ, ਸਰਵਾਈਵ ਕਰ ਰਿਹਾ ਕਿ ਕਿਸੇ ਤਰ੍ਹਾਂ ਇਸ ਵਕਤ ਵਿੱਚੋਂ ਬਾਹਰ ਨਿਕਲਿਆ ਜਾਵੇ। ਤਾਂ ਅੱਗੇ ਜਾ ਕੇ ਦੇਖਦੇ ਹਾਂ ਕੀ ਪਲੈਨਿੰਗ ਹੋਵੇਗੀ। ਔਰ ਇਸ ਸਥਿਤੀ ਦੇ ਵਿੱਚ ਗੇਮਸ ਪੋਲੀਟਿਕਸ ਦੀਆਂ ਉਹੀ ਚੱਲ ਰਹੀਆਂ ਨੇ। ਇੱਕ ਦੇਸ਼ ਕਿਵੇਂ ਦੂਜੇ ਦੇਸ਼ ਦੇ ਖਿਲਾਫ, ਇੱਕ ਦੇਸ਼ ਕਿਵੇਂ ਦੂਜੇ ਦੇਸ਼ ਨੂੰ ਦੋਸਤੀ ਦੇ ਵਿੱਚ, ਦੂਜੇ ਦੇ ਖਿਲਾਫ ਇਸਤੇਮਾਲ ਕਰਨ ਦੇ ਵਿੱਚ ਵਰਤ ਰਿਹਾ ਹੈ। UN ਦਾ ਕਿਸ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ, ਜੋ ਸਾਰੇ ਇੰਟਰਨੈਸ਼ਨਲ ਲਾਜ਼ ਬਣਾਏ ਜਾ ਰਹੇ ਨੇ ਉਹਦਾ ਕਿੰਨੇ ਕੁ ਮੁਲਕ ਕਿੰਨੀ ਕੁ ਤਰ੍ਹਾਂ ਨਾਲ ਪਾਲਣਾ ਕਰਦੇ ਨੇ, ਇਹ ਵੀ ਅਸੀਂ ਸਾਰੇ ਜਾਣਦੇ ਹਾਂ। ਸੋ ਤਮਾਮ ਗੱਲਾਂ ਉਹੀ ਨੇ। ਤੇ ਐਨਵਾਇਰਨਮੈਂਟ ਦਾ ਕੀ ਹਾਲ ਹੈ ਉਹ ਵੀ ਅਸੀਂ ਸਾਰੇ ਜਾਣਦੇ ਹਾਂ। ਹਾਂ, ਵੱਡੇ ਵੱਡੇ ਇਮੋਸ਼ਨਲ ਲੈਕਚਰ, ਵੱਡੀਆਂ ਵੱਡੀਆਂ ਗੱਲਾਂ ਬਾਤਾਂ ਵੱਡੇ ਵੱਡੇ ਪਲੇਟਫਾਰਮਸ ਤੋਂ ਉਹ ਸਾਰੀਆਂ ਹੁੰਦੀਆਂ ਨੇ, ਪਰ ਪ੍ਰੈਕਟੀਕਲੀ ਕੀ ਹੋ ਰਿਹਾ ਹੈ ਅਸੀਂ ਸਾਰੇ ਜਾਣਦੇ ਹਾਂ। ਸੋ ਸਿਟੀਜ਼ਨਸ, ਨਾਗਰਿਕ ਕਿਸੇ ਵੀ ਦੇਸ਼ ਦੇ ਹੋਣ, ਹਮੇਸ਼ਾ ਭੰਬਲ ਭੂਸੇ 'ਚ ਹੀ ਰਹਿੰਦੇ ਨੇ ਕਿ ਗੌਰਮੈਂਟ ਚਾਹੁੰਦੀ ਕੀ ਆ, ਗੌਰਮੈਂਟ ਸਾਡੇ ਕੋਲੋਂ ਚਾਹੁੰਦੀ ਕੀ ਆ। ਔਰ ਐਕਸਪਰਟਸ ਕਹਿੰਦੇ ਨੇ ਕਿ ਜੋ ਗੌਰਮੈਂਟ ਦਿਖਾਉਂਦੀ ਹੈ ਅੱਗੇ ਜੋ ਸੀਨ ਦਿਖਦਾ ਹੈ ਉਹ ਕੁਝ ਹੋਰ ਹੁੰਦਾ ਹੈ, ਸੀਨ ਦੇ ਪਿੱਛੇ ਜੋ ਅਸਲੀਅਤ ਹੁੰਦੀ ਹੈ ਉਹ ਕੁਝ ਹੋਰ ਹੁੰਦੀ ਹੈ, ਇਹ ਐਕਸਪਰਟਸ ਕਹਿੰਦੇ ਨੇ। ਹੋਰ ਵੱਖ-ਵੱਖ ਮਸਲਿਆਂ ਬਾਰੇ ਐਕਸਪਰਟਸ ਕੀ ਕਹਿੰਦੇ ਨੇ, ਆਓ ਮਿਲ ਕੇ ਉਸ ਬਾਰੇ ਗੱਲਬਾਤ ਕਰਦੇ ਹਾਂ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਅਮਰੀਕਾ ਦੇ ਵੱਡੇ ਦਿਲ ਦਾ, ਔਰ ਉਹਦੇ ਵਿੱਚ ਤੁਸੀਂ ਦੱਸਿਆ ਕਿ ਬਹੁਤ ਦੇਸ਼ਾਂ ਨਾਲ ਉਹਦੇ ਸੰਬੰਧ ਜਿਹੜੇ ਹੈਗੇ ਆ ਬੜੇ ਗਹਿਰੇ ਔਰ ਬੱਝਵੇਂ ਸੰਬੰਧ ਹੋ ਰਹੇ ਆ। ਔਰ ਜੇ ਅਸੀਂ ਗੱਲ ਕਰਦੇ ਹਾਂ ਕਿ ਇਸ ਵੇਲੇ ਪੂਰੇ ਵਿਸ਼ਵ ਵਿੱਚ ਬੇਸ਼ੁਮਾਰ ਜਿਹੜੇ ਮਸਲੇ ਨੇ ਉਹ ਲੋਕਾਂ ਦੀ ਨਜ਼ਰ ਵਿੱਚ ਹੈਗੇ ਆ। ਔਰ ਫਿਰ ਉਹਦੇ ਵਿੱਚ ਅਮਰੀਕਾ ਹੀ ਅੱਗੇ ਰਹਿੰਦਾ। ਅਮਰੀਕਾ ਨਾਲ ਜ਼ਿਆਦਾ ਮੇਲ ਜੋਲ ਵੀ ਹੈ ਲੋਕਾਂ ਦਾ, ਔਰ ਮਾਰਕੀਟ ਦੇ ਵਿੱਚ ਵੀ ਅਮਰੀਕਾ ਬਹੁਤ ਅੱਗੇ ਹੈ, ਜਿਹਦੇ ਵਿੱਚ ਹਥਿਆਰਾਂ ਦੀ ਮਾਰਕੀਟ ਹੈ ਜਾਂ ਲੋਕਾਂ ਦੀ ਹਮਾਇਤ ਦੀ ਮਾਰਕੀਟ ਹੈ, ਹੈਲਪ ਦੀ ਮਾਰਕੀਟ ਹੈ, ਉਸੇ ਤਰ੍ਹਾਂ ਦਾ ਹੀ ਸਾਰਾ ਹੈ। ਜਿਸ ਤਰ੍ਹਾਂ ਅਸੀਂ 1971 ਤੋਂ 65 ਤੋਂ ਸ਼ੁਰੂ ਕਰੀਏ ਤਾਂ ਅਮਰੀਕਾ ਪਾਕਿਸਤਾਨ ਪੱਖੀ ਰਿਹਾ। ਪਾਕਿਸਤਾਨ ਨਾਲ ਇਹਦੇ ਬੜੇ ਗੂੜੇ ਸੰਬੰਧ ਰਹੇ ਆ। ਜੇ ਪਰਮਾਣੂ ਬੰਬਾਂ ਦੀ ਚਲਾਉਣ ਦੀ ਗੱਲ ਹੋ ਗਈ ਸੀ, ਉਹਦੇ 'ਚ ਐਟਮ ਐਨਰਜੀ ਦੀ ਗੱਲ ਹੋ ਗਈ ਸੀ, ਤਾਂ ਇਹਨਾਂ ਨੇ ਉਦੋਂ ਇੰਡੀਆ ਦੀ ਵਿਰੋਧਤਾ ਕੀਤੀ, ਪਾਕਿਸਤਾਨ ਨੂੰ 16 F ਜਹਾਜ਼ ਦੇ ਦਿੱਤੇ ਸੀ। ਮੈਂ ਉਸ ਗੱਲ ਵਿੱਚ ਇਜ਼ਾਫਾ ਕਰਨਾ ਚਾਹੁੰਦਾ ਕਿ ਜਿੱਥੇ ਉਹਨਾਂ ਦਾ ਇੰਨਾ ਵੱਡਾ ਦਿਲ ਆ ਉੱਥੇ ਇੱਕ ਪਾਲਿਸੀ ਵੀ ਆ, ਉਹਦੇ ਵਿੱਚ ਦੇਸ਼ਾਂ ਦੀ ਹਮਾਇਤ ਕਰਨ ਦਾ ਇੱਕ ਤਰੀਕਾ ਵੀ ਹੈਗਾ। ਕਿਉਂਕਿ ਸੁਪਰ ਕੰਟਰੀ ਹੈਗਾ, ਸੁਪਰ ਕੰਟਰੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਸੋਚਾਂ ਹੁੰਦੀਆਂ, ਔਰ ਉਹਨਾਂ ਨੂੰ ਇਹ ਹੁੰਦਾ ਕਿ ਕਿਹੜੇ ਦੇਸ਼ ਦੇ ਵਿੱਚ ਮੈਂ ਹਮਾਇਤ ਨਾਲ ਮੈਨੂੰ ਬੈਨੀਫਿਟ ਮਿਲੂਗਾ। ਇਹ ਨੁਕਸਾਨ 'ਚ ਨਹੀਂ ਆਉਂਦੇ, ਇਹਨਾਂ ਨੂੰ ਬੈਨੀਫਿਟ ਹੁੰਦਾ। ਚੀਜ਼ਾਂ ਵੇਚਣ ਲਈ ਮਾਰਕੀਟ 'ਚ ਢੰਡੋਰਾ ਫੇਰਨਾ ਪੈਂਦਾ। ਹਾਕਰ ਜਿੱਦਾਂ ਆ ਕੇ ਹੈ ਨਾ ਰੌਲਾ ਪਾਉਂਦੇ ਆ ਜਾਂ ਰਿਕਾਰਡਡ ਜਿਹੜੀਆਂ ਟਿਊਨਸ ਉਹ ਲਾ ਦਿੰਦੇ ਆ, ਇਹ ਚੀਜ਼ਾਂ ਹੁੰਦੀਆਂ। ਚੀਜ਼ਾਂ ਵੇਚਣ ਦਾ ਇੱਕ ਬਹੁਤ ਵੱਡਾ ਨਜ਼ਰੀਆ। ਸੋ ਬਿਲਕੁਲ ਮਾਰਕੀਟ ਹੈ ਔਰ ਅਮਰੀਕਾ ਦਾ ਬਿਜ਼ਨਸ ਹੈ, ਬਿਲਕੁਲ ਬਿਜ਼ਨਸ ਕਰਨਾ। ਸਹੀ ਗੱਲ। ਸੋ ਇਹ ਬਿਜ਼ਨਸ ਅੱਗੇ ਵਧਾਈਏ ਜੀ। ਇਸ ਵਕਤ ਜੋ ਕੈਨੇਡਾ ਔਰ ਭਾਰਤ ਦੇ ਵਿੱਚ ਖਲਬਲੀ ਮਚੀ ਹੋਈ ਹੈ, ਤਣਾਅ ਹੈ ਪੂਰਾ। ਕੈਨੇਡਾ ਦੇ ਵਿੱਚ ਇੱਕ ਕਤਲ ਹੁੰਦਾ ਹੈ ਔਰ ਉਸ ਕਤਲ ਦਾ ਦੋਸ਼ ਭਾਰਤ ਦੇ ਉੱਤੇ ਲਗਾਇਆ ਜਾਂਦਾ ਹੈ ਔਰ ਭਾਰਤ ਕਹਿੰਦਾ ਅਜਿਹਾ ਨਹੀਂ ਹੈ। ਔਰ ਬਾਕੀ ਫਿਰ ਰਿਪੋਰਟਸ ਆਉਣੀਆਂ ਸ਼ੁਰੂ ਹੁੰਦੀਆਂ ਨੇ ਹੌਲੀ ਹੌਲੀ। ਹੁਣ FBI ਅਮਰੀਕਾ ਦੀ ਏਜੰਸੀ ਇਹਦੇ 'ਚ ਇਨਵੋਲਵ ਹੋ ਰਹੀ ਹੈ ਕਿ ਉਹਨਾਂ ਨੇ ਇਹ ਖੂਫੀਆ ਜੋ ਰਿਪੋਰਟ ਹੈ ਪਹਿਲਾਂ ਹੀ ਦਿੱਤੀ ਹੋਈ ਹੈ ਕਿ ਇਸ ਤਰ੍ਹਾਂ ਦੀ ਕੋਈ ਘਟਨਾਵਾਂ ਵਾਪਰਨ ਵਾਲੀਆਂ ਨੇ। ਸੋ ਇਹਦੇ ਬਾਰੇ ਸਾਰੀ ਹਲਚਲ ਹੋਰ ਮਚ ਗਈ ਹੈ। ਵਰਲਡ ਪੋਲੀਟਿਕਸ ਦੇ ਵਿੱਚ ਇੱਕ ਨਵਾਂ ਕਾਰਡ ਖੇਡਿਆ ਗਿਆ। ਹੁਣ ਅਮਰੀਕਾ ਬੜੀ ਸਮਾਰਟਲੀ ਪਲੇ ਕਰ ਰਿਹਾ ਹੈ। ਅਮਰੀਕਾ ਕੈਨੇਡਾ ਨਾਲ ਵੀ ਔਰ ਭਾਰਤ ਦੇ ਨਾਲ ਵੀ ਵਰਤ ਰਿਹਾ, ਇੱਕ ਬੈਲੈਂਸ ਬਣਾ ਕੇ ਚੱਲਦਾ ਪਿਆ। ਹੁਣ ਇਹਦੇ ਵਿੱਚ ਇੱਕ ਨਵੀਂ ਰਿਪੋਰਟ FBI ਨੇ ਪਹਿਲਾਂ ਹੀ ਸੁਚੇਤ ਕੀਤਾ ਹੋਇਆ ਸੀ। ਹੁਣ ਇਹ ਸਭ ਕੀ ਹੈ, ਕਿਉਂਕਿ ਅਸੀਂ ਸਿੱਖ ਭਾਈਚਾਰੇ ਦੀ ਗੱਲ ਕਰ ਰਹੇ ਹਾਂ ਇਸ ਵਕਤ। ਜਿਸ ਤਰ੍ਹਾਂ ਕਿ ਹਰ ਦੇਸ਼ ਦੀ ਇੱਕ ਖੁਫੀਆ ਜਿਹੜੀ ਆ ਏਜੰਸੀ ਹੁੰਦੀ ਆ, ਔਰ ਇੰਡੀਆ ਦੀ ਵੀ ਹੈਗੀ ਆ, ਪਾਕਿਸਤਾਨ ਦੀ ਵੀ ਹੈਗੀ ਆ, ਸਾਰੇ ਦੇਸ਼ਾਂ ਦੀ ਇੱਕ ਖੁਫੀਆ
ਏਜੰਸੀਆਂ ਹੁੰਦੀਆਂ ਔਰ ਅਮਰੀਕਾ ਦੀ ਉਹ ਜਿਹੜੀ ਹੈਗੀ ਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹਨੂੰ FBI ਕਹਿੰਦੇ ਆ, ਉਹਦੀ ਜਾਂਚ ਜਿਹੜੀ ਹੈਗੀ ਹੈ ਬਿਲਕੁਲ ਜਿਹੜੀ ਨਿਰਪੱਖ ਹੁੰਦੀ ਆ। ਉਹਦੇ ਵਿੱਚ ਜਿੱਥੇ ਜਿੱਥੇ ਵੀ ਜਾਂਚ ਚੱਲਦੀ ਹੈ ਜਾਂ ਪਤਾ ਲੱਗਦਾ ਹੈਗਾ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਉਹਦੀ ਜਾਂਚ ਕਰਕੇ ਔਰ ਕੈਨੇਡਾ ਨੂੰ ਸੌਂਪ ਦਿੱਤਾ ਸੀਗਾ। ਉਹ 'ਚ ਇਹਨਾਂ ਦੇ ਬਲਿੰਗਟਨ ਜਿਹੜੇ ਵਿਦੇਸ਼ ਮੰਤਰੀ ਉਹਨਾਂ ਨੂੰ ਦੱਸਿਆ ਸੀਗਾ, ਐਂਬੈਸਡਰ ਸੀ ਉੱਥੇ ਜਿਹੜੇ ਅਮਰੀਕਾ ਦੇ ਕੈਨੇਡਾ ਦੇ, ਉਹਨਾਂ ਨੂੰ ਦੱਸਿਆ ਵੀ ਆਹ ਜਾਂਚ ਹੈਗੀ, ਆਹ ਗੱਲ ਹੋ ਗਈ ਹੈ ਔਰ ਇਹਦੇ ਵਿੱਚ ਕੌਣ ਦੋਸ਼ੀ ਨੇ, ਕਿਹਨਾਂ ਨੇ ਕਤਲ ਕੀਤਾ। 2 ਬੰਦੇ ਆਏ ਸੀ ਜਿਨ੍ਹਾਂ ਨੇ ਨਿੱਜਰ ਦਾ ਉੱਥੇ ਬ੍ਰਿਟਿਸ਼ ਕੋਲੰਬੀਆ 'ਚ ਗੋਲੀ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਸੀਗਾ। ਔਰ ਇਹ ਕਤਲकांड ਦੇ ਵਿੱਚ ਪੂਰੀ ਚਰਚਾ ਇੰਨੀ ਵੱਡੀ ਹੋ ਗਈ ਹੈ ਕਿ ਉਧਰੋਂ ਟੂਡੂ ਸਾਹਿਬ ਦਾ ਇੱਕ ਐਲਾਨ ਹੋ ਗਿਆ। ਉਹਨਾਂ ਨੇ ਕਹਿਤਾ ਕਿ ਇਹਨਾਂ ਨੇ ਸਬੂਤ ਮੰਗਿਆ ਇੰਡੀਆ ਨੇ ਕਿ ਕੋਈ ਸਬੂਤ ਇਹਦਾ ਹੋਣਾ ਚਾਹੀਦਾ। ਉਹਨਾਂ ਨੇ ਕਹਿਤਾ ਇਹਦੇ ਬਾਰੇ ਤਾਂ ਮੈਂ ਪਹਿਲਾਂ ਗੱਲ ਕਰ ਚੁੱਕਾ ਹਾਂ ਔਰ ਇਹਦੇ ਬਾਰੇ ਕਹਿੰਦਾ ਮੈਂ ਪੰਜਾਬ 'ਚ ਗਿਆ ਸੀ 2018 'ਚ ਔਰ ਉਦੋਂ ਰਾਜ ਸੀਗਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਮਿਲੇ ਸੀ। ਉਹਨਾਂ ਨੇ ਲਿਸਟ ਹੀ ਦੇ ਦਿੱਤੀ ਸੀ ਵੀ ਆਹ ਬੰਦੇ ਜਿਹੜੇ ਤੁਹਾਡੇ ਸਾਡੇ ਉੱਥੇ ਬੈਠੇ ਆ, ਸਾਡੀ ਖੁਫੀਆ ਏਜੰਸੀਆਂ ਦੀ ਇੱਕ ਰਿਪੋਰਟ ਹੈਗੀ ਆ। ਔਰ ਉਹਦੇ ਵਿੱਚ ਇਹਨਾਂ ਨੇ ਕੈਪਟਨ ਸਾਹਿਬ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਸਾਡੇ 'ਤੇ ਦੋਸ਼ ਮੜ ਰਹੇ ਜੇ ਕਿ ਸਾਡੇ ਤੋਂ ਆ ਜਾਂਦੇ ਆ, ਅਸੀਂ ਉਹਨਾਂ ਨੂੰ ਪੋਲੀਟੀਕਲ ਤੌਰ 'ਤੇ ਸ਼ਰਨ ਦੇ ਦਿੰਦੇ ਆ। ਜਦੋਂ ਤੁਹਾਡੇ ਕੋਲੋਂ ਨਿਕਲਦੇ ਆ ਵਾਇਆ ਨੇਪਾਲ ਜਾਂ ਦੂਜੇ ਪਾਸੇ, ਤੇ ਤੁਹਾਡੀਆਂ ਏਜੰਸੀਆਂ ਕੀ ਕਰਦੀਆਂ ਉੱਥੇ? ਤੁਸੀਂ ਨਹੀਂ ਤਾਂ ਰੋਕ ਸਕਦੇ ਉਹਨਾਂ ਨੂੰ। ਔਰ ਉਹ ਉੱਥੇ ਜਦੋਂ ਪਹੁੰਚ ਜਾਂਦੇ ਆ ਫਿਰ ਉਹਨਾਂ ਨੂੰ ਅਸੀਂ ਸਿਟੀਜ਼ਨ ਜਾਂਚ ਪੜਤਾਲ ਨਾ ਦਿੰਦੇ। ਬੜੀ ਦੇਰ ਬਾਅਦ ਇਸ ਨਿੱਜਰ ਨੂੰ ਬੜੀ ਦੇਰ ਬਾਅਦ ਜਿਹੜੀ ਹੈਗੀ ਆ ਉੱਥੇ ਜਿਹੜੀ ਸਿਟੀਜ਼ਨ ਮਿਲੀ ਹੈ ਔਰ ਉਹ 'ਚ ਗੁਰਪਤਵੰਤ ਪੰਨੂ ਜੀ ਜਿਹੜੇ ਹੈਗੇ ਨੇ ਉਹ ਖਾਨਕੋਟ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ। ਉਹ ਪਹਿਲੋਂ ਇੰਗਲੈਂਡ ਰਹੇ ਆ, ਫਿਰ ਉਹ ਤੋਂ ਬਾਅਦ ਕੈਨੇਡਾ ਰਹੇ ਆ ਔਰ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਇਸ ਵੇਲੇ ਇੰਡੀਅਨ ਗੌਰਮੈਂਟ ਨੇ ਜ਼ਬਤ ਕਰ ਲਈ NIA ਨੇ। ਔਰ ਉਹਦੇ ਵਿੱਚ ਚੰਡੀਗੜ੍ਹ ਵੀ ਸੀ ਉਹਨਾਂ ਦੀ ਪ੍ਰਾਪਰਟੀ ਔਰ ਉਹਦੇ ਵਿੱਚ ਜਿਹੜੇ ਨਿੱਜਰ ਸਾਹਿਬ ਜਿਨ੍ਹਾਂ ਦੀ ਨਿੱਜਰ ਦੀ ਜਿਹੜੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ, ਉਹਨਾਂ ਦੀ ਪ੍ਰਾਪਰਟੀ ਵੀ ਹੈ ਇੱਥੇ ਭਾਗ ਸਿੰਘ ਵਾਲਾ ਪਿੰਡ ਹੈਗਾ ਫਲੌਰ ਦੇ ਨੇੜੇ, ਉੱਥੇ ਉਹਨਾਂ ਦੀ ਵੀ ਜਿਹੜੀ ਕੁਛ ਕਿੱਲੇ ਜ਼ਮੀਨ ਸੀ ਉਹ ਜ਼ਬਤ ਕਰ ਲਈ। ਔਰ ਉਹਦੇ ਵਿੱਚ ਇੱਕ ਲਿਸਟ ਹੋਰ ਆ ਗਈ ਆ 19 ਮੁੰਡਿਆਂ ਦੀ, ਜਿਹਦੇ ਵਿੱਚ 19 ਮੁੰਡੇ ਜਿਹੜੇ ਹੈਗੇ ਆ ਉਹ NIA ਵਾਲੇ ਵੱਲੋਂ ਜਿਹੜੀ ਲਿਸਟ ਆ ਗਈ ਕਿ ਇਹ ਸਾਰੇ ਮੁੰਡੇ ਜਿਹੜੇ ਹੈਗੇ ਦਹਿਸ਼ਤਗਰਦ ਆ ਔਰ ਬਾਹਰਲੇ ਦੇਸ਼ਾਂ 'ਚ ਬੈਠੇ ਆ। ਉਹਨਾਂ ਦੀ ਜਾਂਚ ਪੜਤਾਲ ਲਈ ਵੀ ਇਸ ਵੇਲੇ ਰਿਪੋਰਟਾਂ ਮੰਗ ਰਹੀਆਂ ਬਾਕੀ ਦੇਸ਼ਾਂ ਤੋਂ। ਔਰ ਇਹ ਟਕਰਾਅ ਜਿਹੜਾ ਹੈਗਾ ਕੈਨੇਡਾ ਨਾਲ, ਇਹ ਬਿਲਾ ਵਜ੍ਹਾ ਕਰਕੇ ਅਨਸੈਸਰੀ ਜਿਹੜਾ ਟਕਰਾਅ ਹੋ ਗਿਆ। ਪਹਿਲਾਂ ਉੱਧਰ ਟਰੂਡੋ ਸਾਹਿਬ ਦਾ ਜਿਹੜਾ ਸੀਗਾ ਨਾ ਐਲਾਨ, ਉਹ ਵੀ ਬਹੁਤਾ ਇਹਨਾਂ ਨੇ ਸਮਝਿਆ ਨਹੀਂ। ਉਹਦੇ ਵਿੱਚ ਇਹੀ ਕਰਤਾ ਕਿ ਉਹਨਾਂ ਨੇ ਕਹਿਤਾ ਕਿ 2 ਬੰਦੇ ਨੇ ਮਾਰੇ। ਉਹਦੇ 'ਚ ਉਹਨਾਂ ਨੇ ਕਹਿਤਾ ਕਿ ਤੁਹਾਡੇ ਇੰਡੀਅਨ ਆ, ਉਹਨਾਂ ਵਿੱਚ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੇ ਕੈਨੇਡੀਅਨ ਨਾਲ ਕੋਈ ਇਹਨਾਂ ਦੀ ਦੁਸ਼ਮਣੀ ਕੁਛ ਨਹੀਂ ਹੈਗਾ। ਆਪੋ ਵਿੱਚ ਇਹਨਾਂ ਦੀ ਜਿਹੜੀ ਜਥੇਬੰਦੀ ਆ ਉਹਦੇ ਕੁਛ ਕਾਰਕੁਨਾਂ ਉਹਨਾਂ ਦੀ ਆਪਸੀ ਹੋ ਗਈ ਆ। ਫੰਡਿੰਗ ਜਿਹੜੀ ਉਹਨਾਂ ਦੀ ਹੈਗੀ ਆ ਬਾਹਰਲੇ ਦੇਸ਼ਾਂ 'ਚੋਂ ਇਕੱਠੀ ਹੋ ਕੇ ਆ ਜਾਂਦੀ ਹੈ। ਉਹਨਾਂ ਨੇ ਬਾਕਾਇਦਾ ਤੌਰ 'ਤੇ ਖੁੱਲ੍ਹਾ ਜਿਹੜਾ ਕਰ ਦਿੱਤਾ। ਔਰ ਜਿਹੜਾ 5 ਜਿਹੜੀ ਆਈ ਆ ਉਹਦੇ ਵਿੱਚ 5 ਦੇਸ਼ ਹੈਗੇ ਆ, ਜਿਹਦੇ ਵਿੱਚ ਅਮਰੀਕਾ ਵੀ ਹੈਗਾ, ਇੰਗਲੈਂਡ ਵੀ ਹੈਗਾ, ਨਿਊਜ਼ੀਲੈਂਡ ਵੀ ਹੈਗਾ ਔਰ ਖੁਦ ਆਸਟ੍ਰੇਲੀਆ ਵੀ ਹੈਗਾ ਔਰ ਉਹਦੇ 'ਚ ਆਪਣਾ ਕੈਨੇਡਾ ਵੀ ਹੈ। ਔਰ ਉਹਨਾਂ ਦੀ ਇਕੱਠੀ ਗੱਲਬਾਤ ਹੋ ਚੁੱਕੀ ਹੈ ਕਿ ਆਹ ਗੱਲ ਜਿਹੜੀ ਹੈਗੀ ਪਹਿਲੋਂ ਖੁਫੀਆ ਏਜੰਸੀਆਂ ਜਿਹੜੀਆਂ ਉਹਨਾਂ ਨੇ ਦੱਸ ਦਿੱਤਾ ਕਿ ਆਹ ਕੰਮ ਹੋ ਰਿਹਾ। ਤੁਸੀਂ ਗੱਲ ਸ਼ੁਰੂ ਰੱਖੋ, ਇਹਦੇ 'ਚ ਮੈਂ ਇੱਕ ਪੁਆਇੰਟ ਕਵਾਂਗਾ ਜ਼ਰੂਰ। 5I ਦੀ ਗੱਲ ਪਹਿਲਾਂ ਕਦੀ ਨਹੀਂ ਹੋਈ ਜਿੰਨੀ ਹੁਣ ਗੱਜ ਵੱਜ ਕੇ ਹੋ ਰਹੀ ਹੈ। ਅੱਛਾ, ਉਦੋਂ ਪਤਾ ਇੰਡੀਅਨ ਨੂੰ ਨਹੀਂ ਸੀ ਪਤਾ, ਸਾਡੀਆਂ ਏਜੰਸੀਆਂ ਨੂੰ ਨਹੀਂ ਪਤਾ ਕਿ 5I ਜਿਹੜਾ ਹੈਗਾ ਉਹ 4 ਏਜੰਸੀਆਂ ਸੁਪਰ ਕੰਟਰੀਆਂ ਵਿੱਚ ਲਈਆਂ ਜਿਹੜੇ ਹੈਗੇ ਆ। ਹੁਣ ਅਮਰੀਕਾ ਨੇ ਉਹਦਾ ਪੜਤਾਲ ਲਈ ਕਰ ਦਿੱਤਾ ਕਿ ਜਿਹੜੀ FBI ਉਹਨੇ ਕਹਿ ਦਿੱਤਾ ਕਿ ਤੁਹਾਡੇ ਜਿਹੜੇ ਇੱਥੇ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਫਿਰ ਖਤਰਾ ਹੈਗਾ, ਇੱਥੇ ਅਮਰੀਕਾ 'ਚ ਵੀ ਹੈਗਾ। ਔਰ ਜਿੱਥੇ ਜਾ ਕੇ ਸਿਕਿਉਰ ਨਹੀਂ ਹੈਗੇ, ਕਿਉਂ ਬਾਹਰਲੇ ਦੇਸ਼ਾਂ ਜਾਂਦੇ ਆ? ਕਿਉਂਕਿ ਇੱਥੇ ਵੀ ਕੋਈ ਚੱਜ ਦੇ ਕੰਮ ਕਰਕੇ ਨਹੀਂ ਗਏ, ਜਿੰਨੇ ਵੀ ਇੱਥੋਂ ਪਹੁੰਚੇ ਭੱਜੇ ਇੱਥੋਂ। ਔਰ ਉਹ ਅਫੈਂਡਰ ਡਿਕਲੇਅਰ ਹੋਏ ਆ, ਉਹਨਾਂ ਨੂੰ ਜਿਹੜੇ ਹੈ ਭਗੌੜੇ ਕਰਾਰ ਦਿੱਤਾ ਗਿਆ ਸੀਗਾ। ਔਰ ਹੁਣ ਇੰਡੀਆ ਅਜੇ ਕਹਿ ਰਿਹਾ ਕਿ ਅਸੀਂ ਉਹਨਾਂ ਬੰਦਿਆਂ ਨੂੰ ਸਾਨੂੰ ਦੇ ਦਿਓ, ਪਰ ਉਹ ਕੈਨੇਡਾ ਨੂੰ ਚਾਹੀਦਾ ਕਿ ਉਹਨਾਂ ਨੂੰ ਸਪੁਰਦ ਕਰ ਦੇਣਾ ਚਾਹੀਦਾ। ਔਰ ਜਿਹਦੇ ਵਿੱਚ ਜਿਹੜਾ ਮੂਸੇਵਾਲਾ ਸਿੱਧੂ ਮੂਸੇਵਾਲੇ ਦਾ ਕਤਲ ਦੇ ਵਿੱਚ ਵੀ ਕੁਝ ਮੁੰਡੇ ਉੱਥੇ ਬੈਠੇ ਆ, ਉਹਨਾਂ ਲਈ ਵੀ ਇਹਨਾਂ ਨੇ ਕਹਿਤਾ ਸੀ। ਗੋਲਡੀ ਬਰਾੜ ਦਾ ਨਾਂ ਜ਼ਿਕਰ ਆਇਆ ਔਰ ਜਿਹਦੇ ਵਿੱਚ ਪੰਜਾਬ ਗੌਰਮੈਂਟ ਨੇ ਕਹਿਤਾ ਸੀ ਅਸੀਂ ਕੈਪਚਰ ਕਰ ਲਿਆ, ਜਦੋਂ ਕਿ ਉਹ ਨਹੀਂ ਅਜੇ ਹੱਥ ਆਇਆ। ਔਰ ਇਸ ਤਰ੍ਹਾਂ ਮੁੰਡੇ ਹੋਰ ਵੀ ਹੈਗੇ ਆ। ਇਹ ਦਹਿਸ਼ਤਗਰਦੀ ਫੈਲਾਉਣ ਵਾਲੇ ਮੁੰਡੇ ਜਿਹੜੇ ਜਦੋਂ ਇੱਥੋਂ ਜਾਂਦੇ ਆ, ਸਾਡੀਆਂ ਏਜੰਸੀਆਂ, ਸਾਡੀ ਪੁਲਿਸ, ਸਾਡੀ ਵਿਜੀਲੈਂਸ ਇਹ ਕੀ ਕਰਦੀ ਉਹਨਾਂ ਇਹਨਾਂ ਨੂੰ ਪਤਾ ਵਾਇਆ ਨੇਪਾਲ ਜਾ ਰਹੇ ਕਿੱਧਰ ਦੀ। ਔਰ ਡਬਲ ਪਾਸਪੋਰਟ ਬਣਾਏ ਗਏ, ਜਿਹੜੇ 2 ਪਾਸਪੋਰਟ ਡੁਪਲੀਕੇਟ ਪਾਸਪੋਰਟ ਬਣਾਏ। ਉਦੋਂ ਪਾਸਪੋਰਟ ਆਫਿਸ ਕੀ ਕਰਦਾ, ਕਿੱਧਰ ਇਨਕੁਆਇਰੀ ਹੁੰਦੀ ਹੈ? ਪੁਲਿਸ ਵੀ ਇਨਕੁਆਇਰੀ ਕਰਦੀ ਉਹਦੀ, ਉਹ ਕਿਉਂ ਨਹੀਂ ਇਨਕੁਆਇਰੀ ਪੂਰੀ? ਅਸੀਂ ਬਾਹਰਲੇ ਦੇਸ਼ਾਂ 'ਤੇ ਦੋਸ਼ ਮੜ ਦਿੰਦੇ ਹਾਂ, ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਮਾਰਦੇ ਫੇਰਦੇ ਕਿ ਸਾਡੇ ਦੇਸ਼ ਵਿੱਚ ਕੀ ਹੋ ਰਿਹਾ, ਖਾਸ ਤੌਰ 'ਤੇ ਪੰਜਾਬ 'ਚ ਹੋ ਰਿਹਾ। ਬਿਲਕੁਲ ਐਗਜ਼ੈਕਟਲੀ। ਔਰ ਪਿਛਲੇ 30 ਸਾਲ ਤੋਂ ਜੀ ਜੋ ਭਾਰਤ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਅਸੀਂ ਕੈਨੇਡਾ ਦੀ ਗਵਰਨਮੈਂਟਸ ਨੂੰ ਇਹ ਕਹਿ ਰਹੇ ਹਾਂ ਲਾਸਟ 30 ਇਅਰਸ
30 years is a hell of time, 30 ਸਾਲ ਬਹੁਤ ਹੁੰਦੇ ਨੇ। ਬਿਲਕੁਲ। ਔਰ ਉਹਨਾਂ ਨੇ ਕੋਈ ਸਟੈਪ ਨਹੀਂ ਲਿੱਤਾ। ਅਸੀਂ ਉਹਨਾਂ ਨੂੰ ਬਕਾਇਦਾ ਨਾਮ ਹੀ ਦਿੱਤੇ ਕਿ ਸਾਨੂੰ ਆਹ ਬੰਦੇ ਚਾਹੀਦੇ ਨੇ। ਅਸੀਂ ਨਹੀਂ ਬਕਾਇਦਾ ਦਿੱਤੇ ਉਹਨਾਂ ਨੂੰ ਦੱਸਿਆ ਕਿ ਇਹ ਗੈਂਗਸਟਰਸ ਨੇ, ਇਹ ਐਂਟੀ ਸੋਸ਼ਲ ਐਲੀਮੈਂਟਸ ਨੇ ਜੋ ਭਾਰਤ ਦੀ ਧਰਤੀ ਤੋਂ ਭੱਜ ਕੇ ਤੁਹਾਡੇ ਕੋਲ ਆ ਕੇ ਪੋਲੀਟੀਕਲ ਅਸਾਈਲਮ ਲੈ ਕੇ ਬੈਠੇ ਹੋਏ ਨੇ, ਇਹਨਾਂ ਨੂੰ ਵਾਪਸ ਭੇਜੋ। 30 ਸਾਲ ਦਾ ਉਹਨਾਂ ਨੂੰ ਕੋਈ ਵੀ ਐਕਸ਼ਨ ਨਹੀਂ। ਔਰ ਦੂਜੀ ਗੱਲ ਇਹ ਹੈ ਕਿ ਹੁਣ ਤੁਸੀਂ ਇੱਕ ਨਵੀਂ ਗੱਲ ਕਰਦੇ ਪਏ ਹੋ, ਠੀਕ ਹੈ, ਭਾਰਤ ਕਹਿੰਦਾ ਸਾਨੂੰ ਸਬੂਤ ਦਿਓ, ਔਰ ਟਰੂਡੋ ਸਾਹਿਬ ਕਹਿੰਦੇ ਨੇ ਸਬੂਤ ਹੈਗੇ ਨੇ। ਔਰ G20 ਦੇ ਵੇਲੇ ਜਦੋਂ ਮੈਂ ਆਇਆ ਸੀ ਉਦੋਂ ਵੀ PM ਮੋਦੀ ਨਾਲ ਮੈਂ ਗੱਲਬਾਤ ਕੀਤੀ ਸੀ, ਪਰ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਹੁਣ ਵਿੱਚ ਅਮਰੀਕਾ ਇੱਕ ਬੈਲੈਂਸਡ ਰੋਲ ਅਦਾ ਕਰਦਾ ਪਿਆ ਔਰ ਇਸ ਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਕਿਉਂਕਿ ਇਹਦਾ ਪੂਰੀ ਦੁਨੀਆ ਦੇ ਉੱਤੇ ਉਦਾਂ ਹੀ ਅਸਰ ਪੈ ਰਿਹਾ ਹੈ ਜਿੱਦਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਦਾ ਪੈ ਰਿਹਾ। ਠੀਕ ਹੈ, ਬਿਲਕੁਲ। ਕਿਉਂਕਿ G20 ਦੇ ਵਿੱਚ ਜਿਹੜੇ ਭੰਗੜੇ ਪਏ, ਗਿੱਧੇ ਪਏ, ਖੁਸ਼ੀਆਂ ਮਨਾਈਆਂ ਗਈਆਂ, ਉਹ ਇੱਕੋ ਦਮ ਦੇਖਿਆ ਜਾਵੇ ਤੇ ਪੋਚਾ ਫੇਰ ਕੇ ਰੱਖ ਦਿੱਤਾ। ਉਹ ਮਾਤਮ ਚ ਆ ਗਿਆ ਨਾ, ਮਾਤਮ ਚ ਆ ਗਈ ਜਿਹੜੀ ਖੁਸ਼ੀ ਹੁੰਦੀ ਹੈ ਜਦੋਂ ਮਾਤਮ ਚ ਆ ਜਾਂਦੀ ਹੈ, ਫਿਰ ਇਸ ਵੇਲੇ ਪੂਰੇ ਲੋਕਾਂ ਦੇ ਸਾਹ ਸੁੱਤੇ ਆ, ਸੁੱਕੇ ਪਏ ਆ, ਜਿਨ੍ਹਾਂ ਦੇ ਬੱਚੇ ਕੈਨੇਡਾ 'ਚ ਪੜ੍ਹ ਰਹੇ ਆ ਜਾਂ ਸਿਟੀਜ਼ਨਸ਼ਿਪ ਦੇ ਲਈ ਜਿਨ੍ਹਾਂ ਨੇ। ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਜਿਹੜੇ ਸਿਟੀਜ਼ਨ ਸੀਗੇ ਉੱਥੋਂ ਦੇ, ਉਹਨਾਂ ਨੇ ਇੱਥੇ ਵਿਆਹ ਰਚਣੇ ਸੀਗੇ, ਉਹਨਾਂ ਦੀਆਂ ਬੇਟੀਆਂ ਨੂੰ ਨਾਲ ਲੈ ਕੇ ਆ ਰਹੇ ਸੀ, ਉਹਨਾਂ ਨੇ ਕਾਰਡ ਵੰਡ ਦਿੱਤੇ ਸੀਗੇ। ਕਾਰਡ ਵੰਡਣ ਤੋਂ ਬਾਅਦ ਉਹ ਜਿਹੜੇ ਮੈਰਿਜ ਪੈਲੇਸ ਸੀ ਉਹ ਬੁੱਕ ਕਰਵਾਏ ਗਏ, ਹੋਟਲ ਬੁੱਕ ਕਰਵਾਏ ਗਏ। ਕਿਸੇ ਵੀ ਹੋਟਲ ਦੇ ਮੈਨੇਜਰ ਨੂੰ ਪੁੱਛ ਲਓ ਕਿ ਕੀ ਹਾਲ ਹੋਇਆ ਦਾ ਜੀ, ਇਸ ਵੇਲੇ ਸਾਡੀ ਜਿਹੜੀ ਹੈ ਮਾੜੀ ਹਾਲਤ ਹੈ, ਪੈਸੇ ਵਾਪਸ ਦੇਣੇ ਪੈ ਰਹੇ ਆ, ਕੈਂਸਲੇਸ਼ਨ ਹੋ ਗਈ ਹੈ। ਔਰ ਦੇਖੋ ਸਾਡੇ ਜਿਹੜੇ ਹੋਟਲ ਦਾ ਬਿਜ਼ਨਸ ਆ ਉੱਧਰ ਵੀ ਪ੍ਰੋਬਲਮ ਆ ਗਈ, ਜਿਹੜੇ ਲੋਕਾਂ ਨੇ ਬੱਚਿਆਂ ਦੇ ਵਿਆਹ ਕਰਨੇ ਸੀ, ਫਿਊਚਰ ਜਿਹੜਾ ਉਹਨਾਂ ਦਾ ਤੈਅ ਕਰਨਾ ਸੀ, ਉਹ ਵੀ ਖਟਾਈ 'ਚ ਪੈ ਗਿਆ। ਇਹ 2-3 ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਉਹ ਕਿਹਨੇ ਕੀਤਾ? ਉਹ ਇੰਡੀਅਨ ਗੌਰਮੈਂਟ ਨੇ ਕੀਤਾ। ਸਾਡੇ ਵਿਦੇਸ਼ੀ ਜਿਹੜਾ ਮਹਿਕਮਾ ਹੈਗਾ, ਵਿਦੇਸ਼ ਮੰਤਰੀ ਦੇ ਐਲਾਨ ਦੇ ਨਾਲ ਜਿਹੜਾ ਹੈਗਾ ਸਿਟੀਜ਼ਨ ਜਿਹੜੇ ਉੱਥੋਂ ਦੇ ਉਹਨਾਂ ਨੂੰ ਕੈਂਸਲ ਕਰਤਾ, ਉਹਨਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਇਹ ਗੱਲ ਜੇ ਅਸੀਂ ਚਿੰਤਕਾਂ ਦੇ ਰਾਹੀਂ ਸੁਣੀ ਜਾਂ ਗੱਲ ਕਹਿ ਰਹੇ ਹੁੰਦੇ, ਸੇਮ ਉਹੀ ਉਦਾਹਰਣ ਰਿਪੀਟ ਹੋ ਰਹੀ ਜੋ 1984 ਦੰਗਿਆਂ 'ਚ ਹੋਇਆ ਸੀ। ਉਸ ਵੇਲੇ ਵੀ ਅਮਰੀਕਾ ਤੇ ਕੈਨੇਡਾ ਵਿੱਚ ਬੈਠੇ ਸੀ ਦਹਿਸ਼ਤਗਰਦ, ਉਹਨਾਂ ਦਾ ਨਾਂ ਅਜੇ ਅਸੀਂ ਨਹੀਂ ਲੈਣਾ ਚਾਹੁੰਦੇ। ਉਦੋਂ ਵੀ ਇਹੀ ਸਾਰਾ ਕੁਝ ਹੋਇਆ ਸੀ। ਫੰਡਿੰਗ ਜਿਹੜੀ ਆ ਰਹੀ ਸੀਗੀ ਪੰਜਾਬ 'ਚ ਇੱਕ ਏਜੰਸੀ ਨੂੰ, ਇੱਕ ਜਥੇਬੰਦੀ ਨੂੰ, ਉਹ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਆ ਰਹੀ ਸੀ। ਅੱਜ ਵੀ ਉਹੀ ਹੈਗੀ ਹੈ। ਮੇਰੀ ਗੱਲ ਸੁਣੋ, ਇੱਕ ਇਹਦੇ 'ਚ ਪੁਆਇੰਟ ਆਉਂਦਾ ਕਿ ਜੋ ਅਸੀਂ ਕਹਿੰਦੇ ਹਾਂ ਕਿ ਐਂਟੀ ਸੋਸ਼ਲ ਐਲੀਮੈਂਟਸ, ਗੈਂਗਸਟਰਸ, ਇਹ ਇੱਕ ਪੈਰਲਲ ਗਵਰਨਮੈਂਟ ਚਲਾ ਰਹੇ ਨੇ। ਬਿਲਕੁਲ ਬਿਲਕੁਲ। ਔਰ ਇਹਨਾਂ ਦੇ ਵੱਡੇ ਵੱਡੇ ਇੰਟਰਨੈਸ਼ਨਲ ਗਰੁੱਪਸ ਦੇ ਨਾਲ ਰਿਲੇਸ਼ਨਸ ਨੇ। ਬਿਲਕੁਲ ਠੀਕ ਹੈ ਨਾ। ਉਹਦੇ ਵਿੱਚ ਹਰ ਤਰ੍ਹਾਂ ਦਾ ਕ੍ਰਾਈਮ ਹੈ ਔਰ ਆਰਗੇਨਾਈਜ਼ਡ ਕ੍ਰਾਈਮ, ਜਿਹੜਾ ਅਸੀਂ ਫਿਲਮਾਂ 'ਚ ਦੇਖਦੇ ਹੁੰਦੇ ਨਾ, ਆਰਗੇਨਾਈਜ਼ਡ ਕ੍ਰਾਈਮ, ਉਹ ਲੈ ਕੇ ਆਏ ਨੇ। ਇਹ ਇੱਕ ਨਵੀਂ ਚੀਜ਼ ਹੈ। ਔਰ ਜੇ ਅਸੀਂ ਪਬਲਿਕ ਦੀ ਗੱਲ ਕਰੀਏ ਤਾਂ ਇਸ ਵਕਤ ਜੋ ਪੰਜਾਬੀ ਸਟੂਡੈਂਟਸ ਨੇ, ਲੱਖਾਂ ਪੰਜਾਬੀ ਸਟੂਡੈਂਟਸ ਦੀ PR ਦੇ ਉੱਤੇ ਤਲਵਾਰ ਲਟਕਦੀ ਪਈ ਹੈ ਔਰ ਤਕਰੀਬਨ 68,000 ਕਰੋੜ ਰੁਪਈਆ ਮਿੱਟੀ ਹੋਣ ਦੀ ਪੁਆਇੰਟ ਦੇ ਉੱਤੇ ਖੜਾ ਹੈ ਕਿ ਜੇ ਇਹ ਫੈਸਲਾ ਨਾ ਹੋਇਆ, ਵੀਜ਼ੇ ਇਦਾਂ ਹੀ ਬੈਨ ਰਹੇ, ਤਾਂ 68,000 ਕਰੋੜ ਬਹੁਤ ਵੱਡੀ ਇਨਵੈਸਟਮੈਂਟ। ਸੋ ਇਹ ਸਭ ਜਿਹੜੀ ਸਥਿਤੀ ਬਣੀ ਹੋਈ ਹੈ, ਇਹ ਆਮ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ। ਔਰ ਲੀਡਰਸ ਨੂੰ ਚਾਹੀਦਾ ਕਿ ਪੋਲੀਟੀਕਲ ਗੇਮਸ ਤੇ ਚੱਲਦੀਆਂ ਰਹਿਣੀਆਂ ਨੇ, ਠੀਕ ਹੈ ਨਾ, ਪਰ ਪਬਲਿਕ ਕਿਉਂ ਭੁਗਤੇ? ਕਿਉਂਕਿ ਅਸੀਂ ਜਾਣਦੇ ਹਾਂ ਕਿਤੇ ਨਾ ਕਿਤੇ ਇਨਵੋਲਵ ਹੈਗੀ ਸਿਆਸਤ, ਕਿਉਂਕਿ ਬਹੁਤ ਕੁਝ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਇਹ ਪਹਿਲਾਂ ਵੀ ਰਿਪੋਰਟ ਆਈ ਸੀ, ਸਭ ਨੂੰ ਪਤਾ ਸੀ, ਉਸ ਤੋਂ ਬਾਅਦ ਫਿਰ ਕਿਉਂ ਨਹੀਂ ਕੁਝ ਕੀਤਾ ਗਿਆ? ਸੋ ਜਿਸ ਤਰ੍ਹਾਂ ਮੈਂ ਗੱਲ ਕਰਦਾ ਨਾ, ਜਿਸ ਤਰ੍ਹਾਂ ਹੁਣ ਮਨੀਪੁਰ ਦੇ ਵਿੱਚ ਹੋਇਆ, ਹਰਿਆਣਾ 'ਚ ਹੋਇਆ, ਉਦੋਂ ਤੱਕ ਵੀ ਗੌਰਮੈਂਟ ਸਾਡੀ ਚੁੱਪ ਰਹੀ ਹੈ, ਚੁੱਪ ਧਾਰੀ ਰੱਖੀ ਹੈ। ਹੁਣ ਇਹ ਵੱਡਾ ਮਸਲਾ ਇੰਟਰਨੈਸ਼ਨਲ ਇਸ਼ੂ ਸਾਹਮਣੇ ਆ ਗਿਆ, ਅਜੇ ਵੀ ਚੁੱਪ ਕੀਤੇ ਪਿਆ। ਕਿਸੇ ਵੀ ਮੰਤਰੀ ਦਾ, ਕਿਸੇ ਪ੍ਰਧਾਨ ਮੰਤਰੀ ਦਾ, ਕਿਸੇ ਪ੍ਰੈਜ਼ੀਡੈਂਟ ਦਾ, ਸਾਡੇ ਜਿਹੜੇ ਆਨਰੇਬਲ ਨੇ, ਕਿਸੇ ਦਾ ਕੋਈ ਬਿਆਨ ਨਹੀਂ ਹੈ। ਟਰੂਡੋ ਸਾਹਿਬ ਉੱਥੋਂ ਲਾਏ ਬੋਲਦੇ ਆ, ਉਹਨਾਂ ਦੇ ਵਿਦੇਸ਼ ਮੰਤਰੀ ਬੋਲਦੇ ਆ, ਸਾਡੇ ਕਿਸੇ ਵੀ ਮੰਤਰੀ ਨੇ ਨਹੀਂ ਬੋਲਿਆ। ਇਹਦਾ ਮਤਲਬ ਇਹ ਹੈਗਾ ਕਿ ਸਬੂਤ ਮੰਗਦੇ ਹੁੰਦੇ, ਸਬੂਤ ਵੀ ਦੇ ਰਹੇ ਆ। ਔਰ ਇਹਦੇ ਬਾਵਜੂਦ ਵੀ ਇਹਨਾਂ ਨੂੰ ਘੱਟੋ ਘੱਟ ਲੋਕਾਂ ਤੱਕ ਆਪਣਾ ਮੈਸੇਜ ਤੇ ਪਹੁੰਚਣਾ ਚਾਹੀਦਾ ਵੀ ਅਸੀਂ, ਸਾਡੀ ਆਹ ਡਿਮਾਂਡ ਹੈਗੀ ਹੈ। ਉਹ ਦੇਸ਼ ਇਕੱਠੇ ਹੋ ਗਿਆ। ਟਰੂਡੋ ਸਾਹਿਬ ਆਪ ਖੁਦ ਉੱਥੇ ਅਮਰੀਕਾ ਗਏ ਆ, ਬਾਈਡਨ ਸਾਹਿਬ ਨੂੰ ਮਿਲਣ ਗਏ, ਉੱਥੇ ਉਹਨਾਂ ਨੇ ਗੱਲਬਾਤ ਕੀਤੀ ਆ। ਉਹਨਾਂ ਦੇ ਜਿਹੜੇ ਐਂਬੈਸਡਰ ਉਹ ਵੀ ਉੱਥੇ ਗਏ ਹੈਗੇ। ਸਾਡੇ ਦੇ ਜਿਹੜੇ ਹੈਗੇ ਰਜਾਈਆਂ ਲੈ ਕੇ ਸੌਂ ਜਾਂਦੇ, ਬਸ ਇਹਨਾਂ ਨੂੰ ਚੁੱਪ ਜਿਹੜੀ ਉਹ ਧਾਰਨ ਕਰ ਲੈਂਦੇ ਆ। ਇਹ ਗੱਲ ਗਲਤ ਹੈਗੀ ਹੈ, ਕਿਉਂਕਿ ਕਰੰਟ ਇਸ ਵੇਲੇ ਜਿਹੜਾ ਇਸ਼ੂ ਹੈਗਾ, ਮੁੱਦਾ ਹੈਗਾ, ਬਿਲਕੁਲ ਸਿਰ ਤੋਂ ਪਾਣੀ ਲੰਘਣ ਵਾਲਾ ਹੈਗਾ। ਜਦੋਂ ਕਿ ਬੱਚੇ ਚਿੰਤਾ 'ਚ ਡੁੱਬੇ ਪਏ, ਉੱਥੇ ਉਹਨਾਂ ਦੇ ਮਾਪੇ ਪੰਜਾਬ ਦੇ ਚਿੰਤਾ 'ਚ ਡੁੱਬੇ ਪਏ, ਪੂਰੇ ਦੇਸ਼ ਦੇ ਹੀ ਆ, ਸਾਰੇ ਦੇਸ਼ਾਂ, ਸਾਰੇ ਸੂਬਿਆਂ 'ਚੋਂ ਗਏ ਬੱਚੇ ਉੱਥੇ। ਜਦੋਂ ਕਿ ਅਸੀਂ ਉਹਨਾਂ ਦੀ ਧਰਤੀ 'ਤੇ ਬੈਠੇ ਹਾਂ, ਅਸੀਂ ਉੱਥੇ ਕਮਾਈ ਕਰਨ ਗਏ ਹਾਂ, ਅਸੀਂ ਉੱਥੇ ਕੋਈ ਨੱਚਣ ਗਾਉਣ ਨਹੀਂ ਗਏ ਅਤੇ ਬੰਦੇ ਮਾਰਨ ਨਹੀਂ ਗਏ, ਅਸੀਂ ਕਮਾਈ ਕਰਨ ਗਏ ਹਾਂ, ਅਸੀਂ ਬਿਜ਼ਨਸ ਕਰਨ ਗਏ ਹਾਂ। ਸਾਡੀ ਕੰਪਨੀ ਉੱਥੇ ਡਾਕਟਰ, ਵਕੀਲ, ਟੀਚਰ, ਸਾਡੇ ਉੱਥੇ ਅਧਿਆਪਕ, ਹਰ ਤਰ੍ਹਾਂ ਦੇ ਖਿੱਤੇ ਤੋਂ ਲੋਕ ਗਏ ਆ। ਇਹਨਾਂ ਨੂੰ ਇਹ ਨਹੀਂ ਹੁੰਦਾ ਕਿ ਅਸੀਂ, ਸਾਡੇ ਬੱਚੇ ਉੱਥੇ ਗਏ, ਸਾਡੇ ਮੁੰਡੇ ਗਏ ਉੱਥੇ, ਸਾਡੇ ਬਜ਼ੁਰਗ ਗਏ ਕੰਮ ਕਰਨ ਲਈ, ਉਹਨਾਂ ਨੂੰ ਬਚਾਈਏ। ਜੋ ਕੁਛ ਹੈਗਾ ਉੱਥੇ ਕੈਨੇਡਾ ਦੀ ਧਰਤੀ, ਉਹ ਕੱਲ੍ਹ ਨੂੰ ਵੀ ਕੁਝ ਕਹਿ ਸਕਦੇ ਆ, ਕਿਉਂਕਿ ਉਹਨਾਂ ਦੀ ਧਰਤੀ 'ਤੇ ਬੈਠੇ ਸੀ। ਬਿਜ਼ਨਸ ਦੀ ਗੱਲ ਜਿੱਥੋਂ ਤੱਕ ਹੈ, ਮਹਿੰਦਰਾ ਗਰੁੱਪ, ਉਹਨਾਂ ਨੇ ਆਪਣੀ ਇਨਵੈਸਟਮੈਂਟ ਕੱਢਣ ਦੀ ਤਿਆਰੀ ਕਰ ਲਈ ਹੈ। ਬਿਜ਼ਨਸ ਲਗਭਗ ਸਟਾਪ ਕਰ ਦਿੱਤਾ। ਦਹਿਸ਼ਤ ਆ ਨਾ, ਕਈ ਕੰਪਨੀਆਂ ਨੇ
ਉਹਨਾਂ ਨੇ ਜੋ ਡੀਲਸ ਫਾਈਨਲ ਕਰਨੀਆਂ ਸੀ ਉਹ ਸਲੋ ਡਾਊਨ ਕਰ ਦਿੱਤਾ ਪ੍ਰੋਸੈਸ। ਕੈਨੇਡਾ ਨੂੰ ਬਹੁਤ ਵੱਡਾ ਸੈਟਬੈਕ ਲੱਗ ਰਿਹਾ ਕਿਉਂਕਿ ਇਕਨੋਮੀ ਜਿਹੜੀ ਹੈ ਉਹ ਸਾਰੇ ਐਕਸਪਰਟਸ ਜਾਣਦੇ ਨੇ, ਜਿਹੜੇ ਕੈਨੇਡਾ ਦੇ ਨੇ ਇਕਨੋਮਿਸਟ ਜਾਣਦੇ ਨੇ ਕਿ ਪੰਜਾਬੀਆਂ ਦੇ ਸਿਰ ਦੇ ਉੱਤੇ ਔਰ ਭਾਰਤੀਆਂ ਦੇ ਸਿਰ ਦੇ ਉੱਤੇ ਬਹੁਤ ਵੱਡੀ ਹੱਦ ਤੱਕ ਟਿਕੀ ਹੋਈ ਹੈ ਔਰ ਇਸ ਇਨਵੈਸਟਮੈਂਟ ਦੇ ਸਿਰ ਦੇ ਉੱਤੇ ਕੈਨੇਡਾ ਦੇ ਵਿੱਚ ਜੌਬਸ ਕ੍ਰੀਏਟ ਹੁੰਦੀਆਂ ਨੇ। ਔਰ ਜਦੋਂ ਇਹ ਭਾਰਤ ਨਾਲ ਇਹ ਅੜਚਨ ਪੈਦਾ ਹੋ ਰਹੀ ਹੈ ਔਰ ਇਹ ਕੰਪਨੀਆਂ ਆਪਣਾ ਹੱਥ ਪਿੱਛੇ ਖਿੱਚ ਲੈਂਦੀਆਂ ਨੇ ਤਾਂ ਅਮਰੀਕਾ ਤਾਂ ਜਾਣਦਾ ਹੀ ਹੈ ਇਸ ਗੱਲ ਨੂੰ ਔਰ ਕੈਨੇਡਾ ਵੀ ਜਾਣਦਾ ਇਸ ਗੱਲ ਨੂੰ ਕਿ ਉਹਨਾਂ ਦੀ ਇਕਨੋਮੀ ਜਿਹੜੀ ਹੈ ਉਹ ਚਰਮਰਾ ਜਾਣੀ ਹੈ। ਇਸੇ ਤਰ੍ਹਾਂ ਹੈਗਾ ਕਿਉਂਕਿ ਜਿਹੜਾ ਕੈਨੇਡਾ ਹੈਗਾ ਇਹ ਵਰਲਡ ਦਾ ਦੂਜਾ ਖੇਤਰਫਲ ਦੇ ਹਿਸਾਬ ਨਾਲ ਕੰਟਰੀ ਹੈਗਾ। ਰਸ਼ੀਆ ਤੋਂ ਬਾਅਦ ਇਹਦਾ ਨਾਂ ਆਉਂਦਾ। 90 ਕਰੋੜ ਤੋਂ ਉੱਪਰ ਹੀ 92 ਕਰੋੜ ਦੇ ਕਰੀਬ ਲਗਭਗ ਜਿਹੜੀ ਵਰਗ ਮੀਟਰ ਇਹਦੀ ਕੋਈ ਜ਼ਮੀਨ ਆ ਔਰ ਬਹੁਤ ਜ਼ਮੀਨ ਜਿਹੜੀ ਖਾਲੀ ਪਈ ਆ ਜਿਨ੍ਹਾਂ 'ਤੇ ਸਾਡੇ ਭਾਰਤੀ ਸਾਡੇ ਪੰਜਾਬ ਦੇ ਮੁੰਡੇ ਵਸੇ ਪਏ ਆ, PR ਲੈ ਰਹੇ ਔਰ ਬਿਜ਼ਨਸ ਚਲਾ ਰਹੇ ਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਅੱਗੇ ਬਿਜ਼ਨਸ ਕਰਨ ਤੋਂ, ਇਹ ਕੌਣ ਬੇਰੁਜ਼ਗਾਰ ਹੋਣਗੇ? ਸਾਡੇ ਮੁੰਡੇ ਕੰਮ ਕਰ ਰਹੇ ਉੱਥੇ। ਕੌਣ? ਕੇਰਲਾ ਦੇ ਮੁੰਡੇ ਆ, ਮਦਰਾਸ ਦੇ ਆ, ਕਰਨਾਟਕ ਦੇ ਆ, ਸਾਰੇ ਜਵਾਨ ਮੁੰਡੇ ਉੱਥੇ ਕੰਮ ਕਰ ਰਹੇ ਆ। ਬੇਰੁਜ਼ਗਾਰੀ ਅੱਗੇ ਪੰਜਾਬ 'ਚ ਬਹੁਤ ਜ਼ਿਆਦਾ ਹੈਗੀ ਆ, ਨਸ਼ਾ ਇੱਥੇ ਜ਼ਿਆਦਾ ਹੋ ਰਿਹਾ, ਉਹਨਾਂ ਨੂੰ ਫਿਰ ਲਿਆ ਕੇ ਉਸੇ ਖੂਚ ਸੁੱਟੋਗੇ ਜਿਸ 'ਚੋਂ ਨਿਕਲ ਕੇ ਗਏ ਹੈਗੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਗੌਰਮੈਂਟ ਨੂੰ ਵੀ ਉਹਨਾਂ ਨਾਲ ਸਹਿਯੋਗ ਦੇਣਾ ਚਾਹੀਦਾ। ਟਰੂਡੋ ਸਾਹਿਬ ਨੇ ਇਹੀ ਕਿਹਾ ਸੀਗਾ ਕਿ ਸਾਡੇ ਨਾਲ ਜੇ ਡਿਸਾਈਡ ਕਰਨਾ ਸਾਨੂੰ ਸਹਿਯੋਗ ਦਿਓ, ਸਾਡੇ ਨਾਲ ਗੱਲਬਾਤ ਕਰੋ। ਕਿਉਂ ਨਹੀਂ ਮੀਟਿੰਗ ਰੱਖੀ ਇਹਨਾਂ ਨੇ? ਮੀਟਿੰਗ ਰੱਖਣੀ ਚਾਹੀਦੀ ਹੈ। ਸਾਡਾ ਵਿਦੇਸ਼ ਮੰਤਰੀ ਉੱਥੇ ਪਹੁੰਚਣਾ ਚਾਹੀਦਾ ਔਰ ਮੋਦੀ ਸਾਹਿਬ ਵੈਸੇ ਤਾਂ ਚਲੇ ਜਾਂਦੇ ਹਰ ਜਗ੍ਹਾ। ਇਹਨਾਂ ਨੂੰ ਕੈਨੇਡਾ ਅਮਰੀਕਾ ਦੇ ਨਾਲ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਵੀ ਸਾਨੂੰ ਦੱਸੋ ਕੀ ਹੈਗਾ, ਅਸੀਂ ਸੋਲਵ ਕਰਾਂਗੇ। ਜੇ ਇੱਥੇ ਮੁੰਡੇ ਆ ਗਏ ਜਾਂ ਕਰ ਗਏ ਆ, ਸਾਡੇ ਕੋਲ ਲਿਸਟ ਆ ਗਈ ਹੈ, ਸਾਨੂੰ ਸੌਂਪ ਦਿਓ, ਅਸੀਂ ਇੱਥੇ ਲੈ ਕੇ ਉਹਨਾਂ 'ਤੇ ਕੇਸ ਚਲਾਵਾਂਗੇ, ਕੁਝ ਕਰਾਂਗੇ। ਔਰ ਜੇ ਨਹੀਂ ਆਉਂਦੇ ਤਾਂ ਤੁਸੀਂ ਕੇਸ ਚਲਾ ਦਿਓ, ਅਸੀਂ ਉਹਦੀ ਪੈਰਵਾਈ ਕਰਾਂਗੇ, ਉਹਨਾਂ ਦੇ ਸਬੂਤ ਦੇਵਾਂਗੇ। ਇਹੀ 2-4 ਚੀਜ਼ਾਂ ਹੁੰਦੀਆਂ। ਔਰ ਮੁੰਡਿਆਂ ਨੂੰ ਜੇ ਸਰੈਂਡਰ ਕਰਨ ਲਈ ਵੀ ਕਿਹਾ ਜਾਵੇ ਤਾਂ ਕਰ ਸਕਦੇ ਜਿਨ੍ਹਾਂ 'ਤੇ ਕੇਸ ਕਹੇ। ਜੇ ਸਾਡੀ ਪੁਲਿਸ ਕਹੇ ਕਿ ਜਿਹੜੇ ਮੁੰਡੇ ਵਾਪਸ ਆ ਜਾਣ, ਜਦੋਂ 84 ਦੇ ਵਿੱਚ ਵੈਪਨ ਜਿਹੜੇ ਸੀ ਉਹਨਾਂ ਨੇ ਸਰੈਂਡਰ ਕਰ ਦਿੱਤੇ ਸੀ, ਜਦੋਂ ਪਾਕਿਸਤਾਨ 'ਚੋਂ ਮਾਈ ਆਏ ਸੀ, ਅਫਗਾਨਿਸਤਾਨ 'ਚੋਂ ਉਹਨਾਂ ਨੂੰ ਸਪਲਾਈ ਆਈ ਸੀ, ਉਹਨਾਂ ਨੇ ਸਾਰੇ ਮੋੜ ਦਿੱਤੇ। ਜਦੋਂ KPS ਗਿੱਲ ਇੱਥੋਂ ਦੇ ਡਾਇਰੈਕਟਰ ਜਨਰਲ ਪੁਲਿਸ ਸੀਗੇ। ਇਸ ਤਰ੍ਹਾਂ ਦਾ ਮੁੱਦਾ ਵੀ ਆ ਸਕਦਾ। ਪਰ ਸਲਾਹ ਦੇਣ ਲਈ ਮੀਡੀਆ ਵੱਲੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਬੱਚਿਆਂ ਨੂੰ ਫਿਰ ਚੰਗਾ ਮਾਰਗਦਰਸ਼ਨ ਦੇਣ ਲਈ, ਦੁਬਾਰਾ ਉਹਨਾਂ ਨੂੰ ਕਮਾਈ ਕਰਨ ਲਈ, ਚੰਗਾ ਕੰਮ ਕਰਨ ਲਈ ਔਰ ਚੰਗੀ ਦਿਸ਼ਾ ਦੇਣ ਲਈ ਦੁਬਾਰਾ ਮੀਟਿੰਗ ਰੱਖਣੀ ਚਾਹੀਦੀ ਆ। ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਚੰਗੇ ਇਨਸਾਨ ਬਣ ਜਾਓ। ਬਣ ਸਕਦੇ ਮੁੰਡੇ ਜਵਾਨ ਆ, ਮਾਰਗਦਰਸ਼ਨ ਕਰਨਾ ਚਾਹੀਦਾ ਉਹਨਾਂ ਨਾਲ। ਇਹ ਨਹੀਂ ਕਿ ਜਿਹੜਾ ਇੱਕ ਵਾਰੀ ਦਹਿਸ਼ਤਗਰਦ ਜਾਂ ਅੱਤਵਾਦੀ ਬਣ ਕੇ ਮੁੜ ਕੇ ਸਾਰੀ ਉਮਰ ਉਹੀ ਐਗਜ਼ੈਕਟਲੀ ਹੈ ਕਿ ਉਹਨਾਂ ਨੂੰ ਮੋੜ ਲਿਆਓ ਆਪਣੇ ਘਰਾਂ ਨੂੰ। ਔਰ ਤੁਸੀਂ ਗੱਲਬਾਤ ਦੇ ਵਿੱਚ ਮਨੀਪੁਰ ਦੀ ਗੱਲ ਕੀਤੀ ਜੋ ਹੁਣ ਇੰਟਰਨੈਸ਼ਨਲ ਇਸ਼ੂ ਬਣ ਚੁੱਕਾ ਹੈ। ਆਪਾਂ ਮਨੀਪੁਰ ਤੇ ਆਉਂਦੇ ਆ ਕਿ ਮਨੀਪੁਰ ਤੇ ਇੰਫਾਲ ਦੇ ਵਿੱਚ ਫਿਰ ਤੋਂ ਹਿੰਸਕ ਘਟਨਾਵਾਂ ਹੋ ਰਹੀਆਂ ਨੇ, ਫਿਰ ਤੋਂ ਵਾਇਲੈਂਸ ਹੋ ਰਹੀ ਹੈ। ਹੁਣ ਇਹਦੇ ਉੱਤੇ ਰੋਕਥਾਮ ਕਿੱਦਾਂ ਕੀਤੀ ਜਾਵੇ? ਔਰ ਇੰਨਾ ਸੈਂਸਿਟਿਵ ਮਾਹੌਲ ਬਣਿਆ ਹੋਇਆ ਹੈ ਭਾਰਤ ਦੇ ਵਿੱਚ ਕਿ 2024 ਦੀਆਂ ਇਲੈਕਸ਼ਨਸ ਵੀ ਡਿਊ ਨੇ ਔਰ ਕੈਨੇਡਾ ਦਾ ਤੇ ਆਪਾਂ ਸਾਰਾ ਜ਼ਿਕਰ ਕਰ ਹੀ ਲਿਆ। ਇੰਡੀਆ ਦੇ ਨਾਲ ਜੋ ਸਾਰੀ ਮਿਸਅੰਡਰਸਟੈਂਡਿੰਗ ਹੋ ਚੁੱਕੀ ਹੈ G20 ਤੋਂ ਬਾਅਦ, ਉਹ ਵੀ ਆਪਾਂ ਗੱਲ ਕਰ ਲਈ। ਹੁਣ ਇੱਕ ਇੰਟਰਨੈਸ਼ਨਲ ਇਸ਼ੂ ਜਿਹੜਾ ਹੈ ਮਨੀਪੁਰ ਦਾ, ਜਿਹਦੇ 'ਚ ਔਰਤਾਂ ਦੀ ਬੇਪਤੀ ਹੋਈ, ਹਿੰਸਾ ਹੋਈ ਔਰ ਉਸ ਤੋਂ ਬਾਅਦ ਹੋਰ ਵੀ ਛਿਟਪੁਟ ਘਟਨਾਵਾਂ ਵੀ ਹੋਈਆਂ ਨੇ ਔਰ ਨਾਲ ਹਰਿਆਣਾ ਦੇ ਨੂਹ ਦੇ ਵਿੱਚ ਵੀ ਹੋਇਆ। ਇਹ ਵੀ ਇੱਕ ਇੰਟਰਨੈਸ਼ਨਲ ਇਸ਼ੂ ਨਾਲ ਬਣਦਾ ਪਿਆ ਕਿਉਂਕਿ ਇਹ ਨਾਲ ਜੁੜਦੀਆਂ ਹੋਈਆਂ ਘਟਨਾਵਾਂ ਨੇ। ਦੋਵਾਂ ਥਾਂ ਦੇ ਉੱਤੇ BJP ਦੀ ਸਰਕਾਰ ਹੈ, ਡਬਲ ਇੰਜਨ ਸਰਕਾਰ ਹੈ। ਸੋ ਹੁਣ ਇਹ ਮਨੀਪੁਰ ਨੂੰ ਲੈ ਕੇ ਜੋ ਨਵੀਂ ਡਿਵੈਲਪਮੈਂਟਸ ਹੋ ਰਹੀਆਂ ਨੇ। ਖੰਨਾ ਜੀ ਬਹੁਤ ਵਧੀਆ ਗੱਲ ਆ। ਤੁਸੀਂ ਪ੍ਰੋਗਰਾਮ ਨੂੰ ਹੋਰ ਰੌਚਕ ਬਣਾਉਣ ਲਈ ਜਿਹੜਾ ਬੈਕ ਟੂ ਬੈਕ ਉਸੇ ਤਰ੍ਹਾਂ ਦਾ ਇਸ਼ੂ ਲਿਆ ਜਿਹੜਾ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਮਾੜਾ ਜਾ ਕੇ ਮਨੀਪੁਰ 'ਚ ਦਹਿਸ਼ਤਗਰਦੀ ਜਾਂ ਹਿੰਸਾ ਘਟਨਾਵਾਂ ਫਿਰ ਦੁਬਾਰਾ ਵਾਪਰ ਰਹੀਆਂ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਹਨੂੰ ਕੰਟਰੋਲ ਕਰਨ ਲਈ ਜਿਹੜੀ ਹੋਮ ਮਿਨਿਸਟਰੀ ਕੇਂਦਰ ਦੀ ਉਹਦਾ ਕੰਟਰੀਬਿਊਸ਼ਨ ਆ। ਉਹਨਾਂ ਕੋਲ ਫੋਰਸ ਵੀ ਹੁੰਦੀਆਂ, ਉਹਨਾਂ ਕੋਲ ਅਟਰਨਲ ਜਿਹੜੀ ਸਿਕਿਉਰਿਟੀ ਕਰਨ ਲਈ ਨੀਤੀ ਵੀ ਹੁੰਦੀ ਹੈ ਔਰ ਇਹ ਕੋਈ ਵਿਦੇਸ਼ ਨੀਤੀ ਨਹੀਂ ਗੀ ਵਿੱਚ ਜੈ ਸ਼ੰਕਰ ਨੇ ਉੱਥੇ ਰੋਲ ਅਦਾ ਕਰਨਾ। ਜਿਹੜੀ ਸਾਡੀ ਵਿਦੇਸ਼ ਨੀਤੀ ਉਹ ਤਾਂ ਅਜੇ ਖਟਾਈ 'ਚ ਹੈਗੀ। ਉਹ ਤਾਂ ਅਸੀਂ ਇੱਕ ਪਾਸੇ ਨਹੀਂ ਲੱਗੇ ਕਿਸੇ ਪਾਸੇ। ਅਸੀਂ ਆਪਣੇ ਘਰ ਵਿੱਚ ਜਿਹੜੀ ਲੱਗੀ ਅੱਗ ਆ, ਜਿਹੜੀ ਧੂਆਂ ਰੋਲੀ ਹੋ ਰਹੀ ਹੈ, ਉਹਨੂੰ ਵੀ ਅਜੇ ਅਸੀਂ ਬੁਝਾ ਸਕੇ, ਉਹਦੀਆਂ ਲਪਟਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕੇ ਤਾਂ ਅਸੀਂ ਬਾਹਰ ਜਾ ਕੇ ਕੀ ਕਰਨਾ? ਮਨੀਪੁਰ ਦਾ ਮਸਲਾ ਕਦੋਂ ਦਾ ਉਲਝਿਆ ਹੈਗਾ। ਉੱਥੋਂ ਦੀਆਂ 2-3 ਜਿਹੜੀਆਂ ਆਪਸੀ ਜਿਹੜੀ ਆਦਿਵਾਸੀ ਕਬੀਲੇ ਆ ਉਹਨਾਂ ਦੀ ਲੜਾਈ ਹੈਗੀ। ਉਹਨਾਂ ਦੀ ਲੜਾਈ ਨੂੰ ਨਜਿੱਠਣ ਲਈ ਸੈਂਟਰ ਨੇ ਅਜੇ ਤੱਕ ਕੀ ਕੰਟਰੀਬਿਊਟ ਕੀਤਾ ਔਰ ਉੱਥੋਂ ਦੀ ਸਰਕਾਰ, ਸੂਬਾ ਸਰਕਾਰ ਜਿਹੜੀ ਹੈ ਉਹਨੇ ਕੀ ਕੰਮ ਕੀਤਾ? ਜਦੋਂ ਪੰਜਾਬ ਦੇ ਵਿੱਚ ਕਿਤੇ ਮਾੜੀ ਜਿਹੀ ਗੜਬੜ ਹੋ ਜਾਂਦੀ ਹੈ ਤਾਂ ਉਹਨਾਂ ਦਾ ਧਿਆਨ ਪੰਜਾਬ 'ਤੇ ਆ ਜਾਂਦਾ। ਗਵਰਨਰ ਸਾਹਿਬ ਨੂੰ ਉਦੋਂ ਹਦਾਇਤਾਂ ਆ ਜਾਂਦੀਆਂ, ਦੇਖੋ ਪੰਜਾਬ 'ਚ ਕੀ ਹੈ। ਤਾਂ ਗਵਰਨਰ ਸਾਹਿਬ ਕਹਿੰਦੇ ਆ ਕਿ ਇਟ ਵੁੱਡ ਬੀ ਰੂਲਿੰਗ ਆਫ ਪ੍ਰੈਜ਼ੀਡੈਂਟ, ਵੀ ਅਸੀਂ ਇਹਦੇ 'ਤੇ ਪ੍ਰੈਜ਼ੀਡੈਂਟ ਰੂਲ ਲਾਗੂ ਕਰ ਦਾਂਗੇ। ਔਰ ਇਹਨਾਂ ਨੂੰ ਇਹ ਚੇਤਾ ਆ ਰਿਹਾ ਕਿ ਜਿਹੜੀ ਅੱਗ ਉਹ ਹੈਗੀ ਉਹ ਤੁਸੀਂ ਬੁਝਾਈ ਨਹੀਂ। ਉੱਥੇ ਕੌਣ ਰਾਸ਼ਟਰਪਤੀ ਰਾਜ ਲਾਗੂ ਕਰੋ? ਨੂੰਹ ਦੀ ਤੁਸੀਂ ਗੱਲ ਕੀਤੀ, ਹਰਿਆਣਾ 'ਚ ਅਜੇ ਸਾਰਾ ਕੁਝ ਹੋ ਕੇ ਅਜੇ ਨਿਬੜਿਆ ਨਹੀਂ ਗਾ। ਔਰ ਕੈਨੇਡਾ 'ਚ ਤੀਜਾ ਜਿਹੜਾ ਦੁਬਾਰਾ ਮਸਲਾ ਸ਼ੁਰੂ ਹੋ ਗਿਆ ਜਿਹੜਾ ਬੜਾ ਵੱਡਾ ਅਤੇ ਬੜਾ ਚਿੰਤਾਜਨਕ ਹੈਗਾ ਔਰ ਉਹਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ।
ਔਰ ਇਹਨਾਂ ਨੇ ਆਪਣੇ ਅਜੇ ਜਿਹੜੀ ਦੁੱਖ ਦੀ ਅੱਗ ਉਹਨੂੰ ਨਹੀਂ ਬੁਝਾ ਸਕੇ, ਉਹਦੀ ਚੁਣੌਤੀ ਜਿਹੜੀ ਹੈਗੀ ਉਹਨੂੰ ਨਹੀਂ ਕਿਸੇ ਪਾਸੇ ਲਾ ਸਕੇ। ਔਰ ਜਿਹੜੀ ਧੁੱਪ ਦੀ ਅੱਗ ਹੁੰਦੀ ਹੈ ਇਹਦੀਆਂ ਲਪਟਾਂ ਜ਼ਿਆਦਾ ਨਿਕਲ ਆਉਂਦੀਆਂ। ਔਰ ਤੁਸੀਂ ਜੋ ਮੰਗਦੇ ਆ, ਜੋ ਉੱਥੋਂ ਦੇ ਮਤੋਈ ਨਾਗੀ, ਜੋ ਉੱਥੋਂ ਦੇ ਟਰਾਈਬਲ ਕਬੀਲੇ, ਉਹਨਾਂ ਨੂੰ ਦਿਓ। ਔਰ ਜੋ ਕੁਝ ਸਹੂਲਤਾਂ ਮੰਗਦੇ ਹੈਗੇ ਆ ਉਹਨਾਂ ਦਾ ਨਿਪਟਾਰਾ ਕਰੋ। ਨਿਪਟਾਰਾ ਤਾਂ ਇੱਕ ਦਿਨ ਹੋਣਾ ਹੀ ਆ, ਜੋ ਉਹਨਾਂ ਦੀ ਡਿਮਾਂਡ ਹੈਗੀਆਂ। ਜਦੋਂ ਮਈ ਤੱਕ ਇਹਨਾਂ ਦੀ ਸਰਕਾਰ ਚਲੀ ਗਈ, ਇਹਨਾਂ ਨੇ ਪ੍ਰਲੋਂਗ ਕਰਤਾ ਵੀ ਸਰਕਾਰ ਅਗਲੀ ਜਿਹੜੀ ਹੈਗੀ ਉਹ ਆ ਕੇ ਨਿਪਟਾਰਾ ਕਰੂਗੀ। ਉਹ ਕਰਨਾ ਤਾਂ ਪੈਣਾ ਹੀ ਹੈ, ਜਿਹੜੀ ਹੋਣ ਵਾਲੀ ਸਰਕਾਰ ਜਾਂ ਆਉਣ ਵਾਲੀ ਸਰਕਾਰ ਨੂੰ। ਇਹ ਇਹਨੂੰ ਲੰਬਾ ਜ਼ਿਆਦਾ ਖਿੱਚ ਰਿਹਾ ਇਸੇ ਕਰਕੇ। ਹੁਣ ਅਸੀਂ ਜੇ ਕਿਤੇ ਅਖਬਾਰ ਪੜ੍ਹਦੇ ਉਹਦੇ ਵਿੱਚ ਇਹ ਹੁੰਦਾ ਵੀ ਫਲਾਣੇ ਥਾਂ ਅੱਗ ਲੱਗ ਗਈ, ਫਲਾਣੇ ਏਰੀਏ ਦੇ ਵਿੱਚ ਲੋਕਾਂ ਨੂੰ ਮਾਰ ਦਿੱਤਾ ਗਿਆ, ਹੈ ਨਾ, ਉਹਦੇ ਵਿੱਚ ਬੱਚਿਆਂ ਨੂੰ ਚੁੱਕ ਕੇ ਲੈ ਗਏ, ਉਹਦੇ 'ਚ ਔਰਤਾਂ ਦੀ ਬੇਪਤੀ ਕਰ ਦਿੱਤੀ। ਰੋਜ਼ ਦਿਹਾੜੀ ਕੁਛ ਨਾ ਕੁਛ ਨਵਾਂ ਹਾਦਸਾ ਹੁੰਦਾ। ਪਰ ਇਹਨੂੰ ਕੰਟਰੋਲ ਕਰਨ ਲਈ ਕਿਹਦਾ ਫਰਜ਼ ਹੈਗਾ? ਸਰਕਾਰ ਨੇ ਕਰਨਾ। ਸਿਕਿਉਰਿਟੀ ਫੋਰਸ ਜਿਹੜੀਆਂ ਉੱਥੇ ਉਹ ਤਾਇਨਾਤ ਉਹ ਕਰਦੀਆਂ, ਉਹ ਕਾਹਦੀ ਤਨਖਾਹ ਲੈਂਦੇ ਆ? ਉਹਨਾਂ ਦੀ ਕਈ ਵਾਰੀ ਹਥਿਆਰ ਹੀ ਖੋਏ ਗਏ, ਜਿਹੜੇ ਵੈਪਨ ਜਿਨ੍ਹਾਂ ਨਾਲ ਉੱਥੇ ਚਲਾ ਕੇ ਉਹਨਾਂ ਨੂੰ ਡਰਾਉਣਾ ਵਾ ਉਹੀ ਖੋਹ ਲੈਂਦੇ ਆ। ਉੱਥੇ ਦੇ ਜਿਹੜੇ ਥਾਣੇ ਉੱਥੇ ਹਮਲਾ ਕਰਕੇ ਖੋਹ ਲੈਂਦੇ ਆ। ਇਹ ਸੁੱਤੇ ਹੁੰਦੇ ਆ, ਇਹਨਾਂ ਨੂੰ ਨਹੀਂ ਪਤਾ ਹੁੰਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਲਾਪਰਵਾਹੀਆਂ ਨੇ, ਜਿਹੜੀਆਂ ਬੇਗਰਜ਼ੀਆਂ ਨੇ, ਜਿਹੜੀਆਂ 'ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਇਹ ਮੇਰਾ ਖਿਆਲ ਹੈ ਕਿ ਬੜੀ ਮਾੜੀ ਗੱਲ ਹੈ। ਔਰ ਇਹਦੇ ਵਿੱਚ ਫਿਰ ਸਾਰੇ ਸੂਬਿਆਂ 'ਚ ਜੇ ਕਿਤੇ ਇੱਦਾਂ ਦੀ ਹਿੰਸਾਤਮਕ ਘਟਨਾ ਹੋਣਗੀਆਂ ਤਾਂ ਉੱਥੋਂ ਦੀ ਸਿਕਿਉਰਿਟੀ ਕੀ ਕਰੂਗੀ? BSF ਕੀ ਕਰ ਰਹੀ ਹੈ? CRP ਕੀ ਕਰ ਰਹੀ ਹੈ? ਉਹ ਕਿੱਥੇ ਫੋਰਸਾਂ ਇੰਨੀਆਂ ਜ਼ਿਆਦਾਗੀਆਂ? ਉਹਨਾਂ ਨੂੰ ਕਿਉਂ ਬਾਰਡਰ 'ਤੇ ਲਾਇਆ? ਸਾਰੇ ਨੂੰ ਇਕੱਠੀਆਂ ਕਰਕੇ ਉੱਥੇ ਲਾ ਦਿਓ, ਰਾਤ ਦਿਨ ਉੱਥੇ ਘੁੰਮਣਗੇ, ਕਰਫਿਊ ਲਾਉਂਦੇ ਆ, ਸਾਰਾ ਕੁਛ ਹੈਗਾ। ਮਾਰਕੀਟਿੰਗ ਬੰਦ ਹੋਈ ਪਈ ਆ ਔਰ ਲੋਕ ਭੁੱਖੇ ਮਰ ਰਹੇ ਆ। ਆਮ ਪਬਲਿਕ ਜਿਹੜੀ ਹੈਗੀ ਆ ਉਹ ਨੁਕਸਾਨ ਦੇ ਵਿੱਚ ਭੁੱਖੀ ਮਰ ਜਾਂਦੀ ਆ। ਔਰ ਕੁਝ ਤਾਂ ਦਹਿਸ਼ਤ ਨਾਲ ਮਰਦੇ ਆ, ਕੁਝ ਭੁੱਖੇ ਹੀ ਮਰ ਜਾਂਦੇ ਆ। ਇਹ ਹਾਲਾਤ ਨੇ ਮਨੀਪੁਰ ਦੇ ਇਸ ਵੇਲੇ। ਬਿਲਕੁਲ ਇਹ ਹਾਲਾਤ ਨੇ ਔਰ ਹਜੇ ਤੱਕ ਇਹਦੇ ਉੱਤੇ ਕੋਈ ਵੀ ਨਹੀਂ ਹੈਗਾ ਐਕਸ਼ਨ ਨਹੀਂ ਹੈ। ਕੌਣ ਬੰਦਾ ਅੰਦਰ ਗਿਆ, ਕਿਹਦੇ ਉੱਤੇ ਕੀ ਕਾਰਵਾਈ ਹੋਈ, ਗਵਰਨਮੈਂਟ ਦੇ ਉੱਤੇ ਕੀ ਐਕਸ਼ਨ ਲਿੱਤਾ ਗਿਆ, ਕਿਉਂ ਨਹੀਂ ਉੱਥੇ ਇਹ ਸਾਰਾ ਕੁਝ ਕੰਟਰੋਲ ਹੋਇਆ? ਹਮੇਸ਼ਾ ਡਬਲ ਇੰਜਨ ਦੀ ਸਰਕਾਰ ਦੀ ਗੱਲ ਕਰਦੇ ਹਾਂ, ਠੀਕ ਹੈ, ਇੱਕ ਪੋਲੀਟੀਕਲ ਸਲੋਗਨ ਵੀ ਹੋ ਸਕਦਾ ਹੈ, ਪਰ ਅਸੀਂ ਪ੍ਰੈਕਟੀਕਲ ਗੱਲ ਕਰੀਏ, ਡਬਲ ਇੰਜਨ ਦੀ ਸਰਕਾਰ ਹੈਗੇ ਤਾਂ ਸਭ ਇਨਸਾਨ ਹੀ ਨੇ ਨਾ। ਉਹੀ ਸਿਕਿਉਰਿਟੀ ਫੋਰਸਿਸ ਨੇ, ਦੇਸ਼ ਦੇ ਬਸਿੰਦੇ ਨਾਗਰਿਕ ਉਹਨਾਂ ਦੇ। ਬਿਲਕੁਲ ਉਹੀ ਸਿਕਿਉਰਿਟੀ ਫੋਰਸਿਸ ਨੇ, ਉਹੀ ਸਟ੍ਰੈਟਜੀ ਆ, ਉਹੀ ਪਲੈਨਿੰਗ ਹੈ, ਉਹੀ ਸਾਰਿਆਂ ਕੋਲ ਹਥਿਆਰ ਨੇ, ਉਹੀ ਇਕਵਿਪਮੈਂਟਸ ਨੇ, ਉਹੀ ਦੇਸ਼ ਹੈ, ਉਹੀ ਲੋਕ ਨੇ। ਇਹ ਤਾਂ ਇੱਕ ਪੋਲੀਟੀਕਲ ਜਿਹਨੂੰ ਆਪਾਂ ਕਹਿੰਦੇ ਸਲੋਗਨ ਹੈ, ਡਬਲ ਇੰਜਨ ਸਰਕਾਰ, ਡਬਲ ਇੰਜਨ ਸਰਕਾਰ। ਬੰਦੇ ਤਾਂ ਉਹੀ ਉਹਨੇ ਕੰਮ ਕਰਨ ਵਾਲੇ। ਸੋ ਆਪਾਂ ਪ੍ਰੈਕਟੀਕਲ ਗਰਾਊਂਡਸ 'ਤੇ ਗੱਲ ਕਰੀਏ ਕਿ ਏਜੰਸੀਆਂ ਨੂੰ ਇਹ ਕੰਟਰੋਲ ਕਰਨ ਵਾਸਤੇ ਆਰਮੀ ਦੀ ਮਦਦ ਵੀ ਕਹਿੰਦੇ ਨੇ ਐਕਸਪਰਟਸ ਲੈਣੀ ਚਾਹੀਦੀ ਸੀ। ਜੇ ਉਹ ਲੈ ਲੈਂਦੇ ਟਾਈਮ ਦੇ ਉੱਤੇ ਆਰਮੀ ਦੀ ਮਦਦ, ਤਾਂ ਅਸੀਂ ਕਈ ਕੀਮਤੀ ਜਾਨਾਂ ਬਚਾ ਸਕਦੇ ਸੀ। ਔਰ ਇਸ ਹੱਦ ਤੱਕ ਨਾ ਵੱਧ ਜਾਂਦਾ ਇਹ ਵਿਵਾਦ ਕਿ ਅੱਜ ਇਹ ਗੱਲ ਹੋ ਰਹੀ ਹੈ ਕਿ ਅਸੀਂ ਇੱਕ ਸੈਪਰੇਟ ਸਟੇਟ ਲੈਣੀ ਹੈ। ਇੱਦਾਂ ਦੇ ਭਾਰਤ ਟੁਕੜੇ ਟੁਕੜੇ ਹੋ ਜਾਏਗਾ। ਹਰ ਚੌਥੇ ਦਿਨ ਕੋਈ ਨਾ ਕੋਈ ਸੈਪਰੇਟ ਸਟੇਟ ਮੰਗਣ ਲੱਗ ਪਿਆ ਤਾਂ ਤੇ ਫਿਰ ਜੋ ਸਰਦਾਰ ਵੱਲਭ ਭਾਈ ਪਟੇਲ ਨੇ ਆਜ਼ਾਦੀ ਵੇਲੇ 1947 ਵੇਲੇ ਸਾਰੀ ਐਫਰਟ ਕਰਕੇ ਪੂਰੇ ਰਜਵਾੜਿਆਂ ਨੂੰ ਇਕੱਠਾ ਕਰਕੇ ਇੱਕ ਦੇਸ਼ ਦੀ ਸਥਾਪਨਾ ਕੀਤੀ, ਇਹ ਤਾਂ ਫਿਰ ਖੇਰੂ ਖੇਰੂ ਟੁਕੜੇ ਟੁਕੜੇ ਹੋਣ ਵਾਲੀ ਮਤਲਬ ਦਿਸ਼ਾ ਵੱਲ ਬਣ ਗਈ, ਸਿਚੁਏਸ਼ਨ ਬਣ ਗਈ, ਉਸ ਦਿਸ਼ਾ ਵੱਲ ਵੱਧ ਜਾਏਗਾ। ਇਸ ਕਰਕੇ ਇਹ ਸਭ ਰੋਕਥਾਮ ਹੋਣੀ ਚਾਹੀਦੀ ਹੈ, ਪੋਲੀਟੀਕਲ ਵਿਲ ਸਟਰੋਂਗ ਚਾਹੀਦੀ ਹੈ। ਤੁਹਾਡੀ ਗੱਲ ਵਧੀਆ ਹੈਗੀ ਆ। ਜਿਹੜਾ ਚਿੰਤਕ ਜਾਂ ਸਿਆਣੇ ਬੰਦਿਆਂ ਨੇ ਕਿਹਾ ਕਿ ਆਰਮੀ ਦੀ ਜਿਹੜੀ ਆ ਇਹਨਾਂ ਕੋਲ ਸਹਾਇਤਾ ਲੈ ਲੈਣੀ ਚਾਹੀਦੀ ਆ। ਪਤਾ ਕੀ ਹੈ, ਜਦੋਂ ਦੇਸ਼ ਵਿੱਚ ਕੋਈ ਐਮਰਜੈਂਸੀ ਜਾਂ ਕੋਈ ਹੜਤਾਲ ਹੁੰਦੀ ਕਿਸੇ ਮਹਿਕਮੇ 'ਚ, ਤੇ ਆਰਮੀ ਜਾ ਕੇ ਹੋਲਡ ਕਰਦੀ ਹੈ। ਮੰਨ ਲਓ ਜਿਹੜਾ BSNL ਸੀਗਾ, ਜਿਹਨੇ ਇੱਕ ਵਾਰੀ ਟੈਲੀਫੋਨ ਦੀਆਂ ਤਾਰਾਂ ਤੂਰਾਂ ਕੱਟ ਕੇ ਤੇ ਸਾਰਾ ਕੁਝ ਹੜਤਾਲ ਕਰ ਦਿੱਤੀ ਵੀ ਸਾਨੂੰ DA ਦਿਓ, ਸਾਨੂੰ ਤਨਖਾਹ ਵਧਾਓ। ਉਹ 'ਚ ਆਰਮੀ ਕੰਟਰੋਲ ਕਰਦੀ ਹੈ। ਆਰਮੀ ਦੀ ਸਿਗਨਲ ਕੋਰ ਹੈਗੀ ਆ, ਉਹ ਸਾਰੇ ਪਾਸੇ ਟੈਲੀਫੋਨ ਦੀ ਜਿਹੜੀ ਕਮਿਊਨੀਕੇਸ਼ਨ ਆ ਫਿਰ ਮੁਹੱਈਆ ਕਰ ਦਿੰਦੀ ਹੈ, ਹੈਲਪ ਕਰ ਦਿੰਦੀ ਹੈ। ਜੇ ਰੇਲਵੇ ਵਾਲੇ ਸਟ੍ਰਾਈਕ ਕਰਦੇ, ਆਰਮੀ ਆ ਜਾਂਦੀ। ਆਰਮੀ ਦੇ ਮੁੰਡੇ, ਆਰਮੀ ਦੇ ਜਵਾਨ ਜਿਹੜੇ ਟ੍ਰੇਨਾਂ ਚਲਾਉਣ ਜਾਣਦੇ ਆ, TT ਦਾ ਕੰਮ ਕਰਨ ਜਾਣਦੇ ਆ। ਕਿਸੇ ਵੀ ਮਹਿਕਮੇ 'ਚ ਕੁਛ ਹੋ ਜੇ ਔਰ ਆਰਮੀ ਸਾਰਾ ਕੁਛ ਉਹ ਹਥਿਆਰ ਲੈਂਦੀ ਹੈ ਅਤੇ ਉਹਨੂੰ ਉਸੇ ਤਰ੍ਹਾਂ ਸਮੂਥਲੀ ਚਲਾਉਂਦੀ ਹੈ। ਲੋਕਾਂ ਨੂੰ ਉਸੇ ਤਰ੍ਹਾਂ ਦੀ ਫਿਰ ਹੈਲਪ ਮਿਲ ਜਾਂਦੀ ਹੈ, ਸਹੂਲਤਾਂ ਮਿਲ ਜਾਂਦੀਆਂ। ਔਰ ਜੇ ਮਨੀਪੁਰ 'ਚ ਸਾਰਾ ਕੁਛ ਹੈਗਾ, ਆਰਮੀ ਨੂੰ ਭੇਜੋ। ਆਰਮੀ ਫਿਰ ਕਿਸੇ ਨੂੰ ਤੰਗ ਨਹੀਂ ਕਰਦੀ। ਉਹਨਾਂ ਨੇ ਖਾਣੇ ਵੀ ਲਿਆਉਣੇ, ਹੈਲੀਕਾਪਟਰ ਵੀ ਉੱਡਣੇ ਆ, ਬੱਚੇ ਵੀ ਸਕੂਲਾਂ 'ਚ ਜਾਣੇ ਆ, ਡਿਊਟੀਆਂ ਵੀ ਹੋਣਗੀਆਂ, ਸਾਰਾ ਕੁਛ ਹੈਗੀਆਂ। ਜਿਹੜੀ CRPF ਹੈ ਇਹ ਵੀ ਕੰਮ ਓਨਾ ਹੀ ਕਰਦੀ ਆ। ਜਿਹੜੀ ਉੱਥੋਂ ਦੀ ਲੋਕਲ ਪੁਲਿਸ ਆ ਉਹ ਵੀ ਓਨਾ ਹੀ ਕੰਮ ਕਰਦੀ ਹੈ, ਪਰ ਕਰਦੀ ਕੋਈ ਨਹੀਂ ਚੱਜ ਨਾਲ। ਗੱਲ ਇਹ ਹੈ ਨਾ ਕਿ ਬੇਸਿਕਲੀ ਟ੍ਰੇਨਿੰਗ 'ਚ ਫਰਕ ਹੈ। ਜੋ ਪੁਲਿਸ ਦੀ ਟ੍ਰੇਨਿੰਗ ਹੈ, CRPF ਦੀ ਟ੍ਰੇਨਿੰਗ ਹੈ, BSF ਦੀ ਟ੍ਰੇਨਿੰਗ ਹੈ ਔਰ ਆਰਮੀ ਦੀ ਟ੍ਰੇਨਿੰਗ ਹੈ, ਵੱਖਰੀ ਹੈ। ਉਹ ਵੱਖਰੀ ਹੈ। ਆਰਮੀ ਦੇ ਵਿੱਚ ਵੀ ਜਿਹੜੀ ਗਰਾਊਂਡ ਦੇ ਉੱਤੇ ਆਰਮੀ ਹੈ ਉਹਦੀ ਵੱਖਰੀ ਹੈ, ਜਿਹੜੀ 에ਅਰ ਫੋਰਸ ਹੈ ਉਹਦੀ ਵੱਖਰੀ ਹੈ, ਨੇਵੀ ਦੀ ਵੱਖਰੀ ਹੈ। ਟ੍ਰੇਨਿੰਗ ਦਾ ਫਰਕ ਪੈਂਦਾ ਹੈ ਔਰ ਟ੍ਰੇਨਿੰਗ ਦੇ ਕਾਰਨ ਸਟ੍ਰੈਟਜੀ 'ਚ ਫਰਕ ਪੈਂਦਾ। ਇਸ ਕਰਕੇ ਉਹਨਾਂ ਦਾ ਜਿਹੜਾ ਕੰਟਰੋਲ ਕਰਨ ਦਾ ਤਰੀਕਾ ਹੈ ਆਰਮੀ ਦਾ, ਉਹ ਕਾਫੀ ਐਡਵਾਂਸ ਹੋ ਜਾਂਦਾ। ਇਸ ਕਰਕੇ ਉਹ ਜ਼ਿਆਦਾ ਜਲਦੀ ਲੜਾਈ ਤਾਂ ਕੋਈ ਲੱਗੀ ਨਜਿੱਠ ਲੈਂਦੇ ਨੇ। ਜਦੋਂ ਵੀ ਕਾਰਗਿਲ ਤੋਂ ਬਾਅਦ ਲੜਾਈ ਲੱਗਣੀ, ਫੌਜੀ ਤਾਂ ਆਰਾਮ ਨਾਲ ਬੈਠੇ ਹੁਣ, ਵਿਹਲੇ ਹੈਗੇ ਆ। ਉਹਨਾਂ ਨੂੰ ਇੱਥੇ ਜਾ ਕੇ ਕੰਮ ਸੌਂਪਣਾ ਚਾਹੀਦਾ ਤਾਂ ਕਿ ਉਹ ਸਾਰੇ ਦੇਸ਼ ਦੇ ਜਿਹੜੇ ਲੋਕ ਨੇ, ਜਿਹੜੇ ਵਿਚਾਰੇ
ਇਸ ਵੇਲੇ ਬੇਬਸ ਨੇ ਆਪਣੀਆਂ ਸਹੂਲਤਾਂ ਤੋਂ, ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕਰਨੀ ਇਹ ਚਾਹੀਦੀ ਵੀ ਹੋਣਾ ਚਾਹੀਦਾ ਹੈ। ਹਾਂ। ਜੇ ਪੂਰੀ ਆਰਮੀ ਡਿਪਲੋਏ ਨਹੀਂ ਕਰਨੀ ਤਾਂ ਇੱਕ ਐਕਸਪਰਟਸ ਦਾ, ਆਰਮੀ ਐਕਸਪਰਟਸ ਦਾ ਇੱਕ ਵਿੰਗ ਬਣਾ ਕੇ ਭੇਜਣ ਔਰ ਉਹ ਸਟ੍ਰੈਟਜੀ ਤਿਆਰ ਕਰਨ, ਉਹਨਾਂ ਦੇ ਮੁਤਾਬਿਕ ਸਾਰੀ ਪੁਲਿਸ ਫੋਰਸ ਕੰਮ ਕਰੇ। ਰਿਟਾਇਰਡ ਜਿਹੜੇ ਬ੍ਰਿਗੇਡੀਅਰ ਨੇ, ਜਨਰਲ ਨੇ, ਕਰਨਲ ਨੇ, ਇਕੱਠੇ ਕਰ ਲੈਣ ਉਹਨਾਂ ਨੂੰ। ਯੈਸ, ਉਹ ਕੰਟਰੋਲ ਕਰਨ 'ਚ ਮਦਦ ਕਰਨ, ਕਿਉਂਕਿ ਉਹਨਾਂ ਕੋਲ ਪੂਰੀ ਜ਼ਿੰਦਗੀ ਦਾ ਤਜਰਬਾ ਹੈ। ਬਿਲਕੁਲ। ਉਹ ਇੱਕ ਪਲੈਨਿੰਗ ਤਿਆਰ ਕਰਨ ਕਿ ਕਿੱਦਾਂ ਤਿਆਰ ਕੀਤਾ ਜਾਵੇ ਇਹ ਸਾਰਾ ਕੰਟਰੋਲ ਕਰਨ ਵਾਸਤੇ ਜੋ ਹਿੰਸਾ ਦਾ ਮਾਹੌਲ ਬਣਿਆ ਹੋਇਆ ਹੈ। ਸੋ ਇਹ ਆਰਮੀ ਦੇ ਐਕਸਪਰਟਸ ਬਹੁਤ ਮਦਦ ਕਰ ਸਕਦੇ ਨੇ ਪੁਲਿਸ ਫੋਰਸ ਦੀ। ਅਸੀਂ ਕੇਂਦਰ ਸੈਂਟਰ ਨੂੰ, ਜਿਹੜੀ ਲੋਕਲ ਉੱਥੋਂ ਦੀ ਗਵਰਨਮੈਂਟ ਹੈਗੀ ਆ, ਬਰਨ ਸਿੰਘ ਨੇ ਉੱਥੇ ਮੁੱਖ ਮੰਤਰੀ, ਇਹਨਾਂ ਨੂੰ ਵੈਸੇ ਮੀਡੀਆ ਤੋਂ ਇਹ ਗੱਲ ਸਿੱਖ ਲੈਣੀ ਚਾਹੀਦੀ ਹੈ, ਸੁਣ ਲੈਣਾ ਚਾਹੀਦਾ ਕਿ ਮੀਡੀਆ ਕੀ ਕਹਿ ਰਿਹਾ। ਮੀਡੀਆ ਤੁਹਾਡੇ ਵਾਲੀ ਗੱਲ ਇਹੋ ਕਹਿ ਰਿਹਾ ਕਿ ਜਿਹੜੀ ਫੋਰਸ ਨੇ ਉਹਨਾਂ ਨੂੰ ਉੱਥੇ ਡਿਪਲਾਈ ਕਰੋ, ਆਰਮੀ ਨੂੰ ਡਿਪਲਾਈ ਕਰੋ। ਆਰਮੀ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਸਹੂਲਤਾਂ ਪ੍ਰਦਾਨ ਕਰ ਦੂ। ਤੁਸੀਂ ਭਾਵੇਂ ਆਰਾਮ ਨਾਲ ਬੈਠੋ ਦਿੱਲੀ, ਉਹਨਾਂ ਨੇ ਸਾਰਾ ਕੁਝ ਕੰਟਰੋਲ ਕਰ ਲੈਣਾ, ਪਿਆਰ ਨਾਲ ਕਰ ਲੈਣਾ, ਉਹਨਾਂ ਨੇ ਲੋਕਾਂ ਨੂੰ ਸਮਝਾ ਕੇ ਕਰ ਲੈਣਾ ਲੋਕਾਂ ਨੂੰ। ਔਰ ਸਾਰੀ ਚੀਜ਼ਾਂ ਜਦੋਂ ਕਿਤੇ ਕੁਛ ਬੱਚਿਆਂ ਨੂੰ ਆਪਣੀਆਂ ਗੱਡੀਆਂ ਤੇ ਸਕੂਲਾਂ 'ਚ ਭੇਜ ਕੇ ਆਉਂਦੇ, ਲੈ ਕੇ ਆਉਂਦੇ ਆ, ਇੱਦਾਂ ਦੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਹੁੰਦੀ ਹੈ। ਕੋਈ ਵੀ ਮਿਸਕਮਿਊਨੀਕੇਸ਼ਨ ਨਹੀਂ ਹੋਣ ਦੇਣਗੇ, ਸਮੂਥਲੀ ਮਣੀਪੁਰ ਨੂੰ ਚਲਾ ਸਕਦੇ ਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ। ਮੈਂ ਤਾਂ ਇਸ ਵਿਸ਼ੇ 'ਤੇ ਬੋਲਿਆ ਕਿ ਵਾਕਿਆ ਹੀ ਅਸੀਂ ਜਦੋਂ ਜਿੱਥੇ ਕਿਤੇ ਐਮਰਜੈਂਸੀ ਲੱਗੇ, ਜਿੱਥੇ ਕੁਝ ਹੋਇਆ, ਤਾਂ ਆਰਮੀ ਨੇ ਜਦੋਂ ਕੰਟਰੋਲ ਕੀਤਾ J&K 'ਚ, ਔਰ ਸ਼੍ਰੀਲੰਕਾ 'ਚ ਵੀ ਗਈ ਆਰਮੀ, ਜਿਹੜੀ ਪੀਸ ਕੀਪਿੰਗ ਫੋਰਸ ਸੀ, ਉਹਦੇ ਵਿੱਚ ਵੀ, ਨੇਪਾਲ 'ਚ ਵੀ ਜਾਂਦੀ ਹੈ। ਅਸੀਂ ਬਾਹਰਲੇ ਦੇਸ਼ਾਂ ਨੂੰ ਤਾਂ ਸਹੂਲਤਾਂ ਦੇ ਦਿੰਦੇ, ਜਦੋਂ ਘਰ ਅੱਗ ਲੱਗੀ ਹੋਈ ਉਹ ਸਾਨੂੰ ਬਸੰਤਰੀ ਲੱਗਦੀ ਹੈ, ਉਹ ਅੱਗ ਨਹੀਂ ਲੱਗਦੀ। ਇਹੀ ਗੱਲ ਹੈਗੀ ਆ। ਅਸੀਂ ਇਸ ਗੱਲ ਦੀ ਉਦਾਹਰਨ ਦੇ ਰਹੇ ਕਿ ਕੰਮ ਤੋਂ ਕੰਮ ਆਰਮੀ ਦੇ ਕਮਾਂਡਰ ਹੀ ਬੁਲਾ ਲਓ ਜਿਹੜੇ ਰਿਟਾਇਰਡ ਨੇ, ਹੈ ਨਾ। ਉਹਦੇ ਵਿੱਚ ਸਾਰੇ ਜਨਰਲ ਗੁਰਬਖਸ਼ ਸਿੰਘ ਹੋਣੀ ਜਿਹੜੇ ਸੀ, ਉਹਨਾਂ ਨੇ ਜਦੋਂ ਹੋਇਆ ਸੀਗਾ 84 ਦੇ ਦੰਗਿਆਂ 'ਚ, ਉਹਨਾਂ ਨੇ ਬੜਾ ਕੁਝ ਕੰਟਰੋਲ ਕੀਤਾ ਸੀ, ਬਹੁਤ ਕੁਝ ਆ ਕੇ ਉਹਨਾਂ ਨੇ ਕੰਮ ਕੀਤਾ ਸੀਗਾ। ਔਰ ਚਾਂਦਪੁਰੀ ਨੇ, ਜਦੋਂ ਚਾਂਦਪੁਰੀ ਦੀ ਜਿਹੜੀ ਫਿਲਮ ਬਣੀ ਗਦਰ 2, ਔਰ ਉਹਦੇ ਵਿੱਚ ਉਹਦਾ ਹੀ ਸਾਰਾ ਰੋਲ ਹੈਗਾ। ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਮੂੰਹ ਤੋੜਵਾਂ ਜਵਾਬ ਦਿੱਤਾ, ਕਿਸ ਤਰ੍ਹਾਂ ਟੱਕਰ ਲਈ ਪਾਕਿਸਤਾਨ ਦੇ ਫੌਜੀਆਂ ਨਾਲ, ਉਹ ਸਾਰੀ ਉਹਨਾਂ ਦੀ ਬਟਾਲੀਅਨ ਨੇ ਕੀ ਕੁਝ ਕਰਕੇ ਦਿਖਾਇਆ। ਐਗਜ਼ੈਕਟਲੀ। ਜੇ ਦੁਸ਼ਮਣ ਨੂੰ ਭਾਜੜ ਪਾ ਸਕਦੇ ਆ, ਤੇ ਆਪਣੇ ਨਾਗਰਿਕਾਂ ਨੂੰ ਕਿਉਂ ਨਹੀਂ ਬਚਾ ਸਕਦੇ ਲੋਕ? ਬਿਲਕੁਲ ਠੀਕ ਹੈ। ਆਪਾਂ ਇੱਕ ਗੱਲ ਕੀਤੀ ਸੀ ਪੋਲੀਟੀਕਲ ਸਲੋਗਨ ਦੀ, ਕਿ ਡਬਲ ਇੰਜਨ ਸਰਕਾਰ ਇਜ਼ ਦਾ ਪੋਲੀਟੀਕਲ ਸਲੋਗਨ। ਹੁਣ ਆਪਾਂ ਪੋਲਿਟਿਕਸ ਤੇ ਆਉਂਦੇ ਆ। ਜ਼ਰੂਰ। ਹੁਣ ਰਾਹੁਲ ਗਾਂਧੀ ਇੱਕ ਅੱਛਾ ਰੁਤਬਾ ਰੱਖਦੇ ਨੇ, ਜੋ ਇੱਕ ਧਿਰ ਬਣੀ ਹੈ ਇੰਡੀਆ ਜੀ, ਹੈ ਨਾ, ਟੀਮ ਇੰਡੀਆ ਜੋ ਬਣੀ ਹੈ। ਔਰ ਟੀਮ NDA ਜਿਹੜੀ ਹੈ, ਉਹਦਾ ਦੇ ਨਾਲ ਟਕਰਾਅ ਚੱਲਦਾ ਰਹਿੰਦਾ, ਬਿਆਨਬਾਜ਼ੀਆਂ ਵੀ ਚੱਲਦੀਆਂ ਰਹਿੰਦੀਆਂ ਨੇ। ਔਰ ਹੁਣ ਅੱਗੇ ਜਾ ਕੇ ਕਹਿੰਦੇ ਨੇ ਚੁਣੌਤੀ ਵੀ ਦੇਣੀ ਹੈ, ਉਹਦੇ ਵਾਸਤੇ ਵੀ ਪੂਰੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਔਰ ਇਸ ਵਕਤ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਜੋ ਜਾਤੀ ਗਣਨਾ ਹੋਣੀ ਹੈ, ਕਿਉਂਕਿ ਪਿੱਛੇ ਜੇ ਇਹ ਵੀ ਬਿੱਲ ਪਾਸ ਹੋਇਆ, ਚਲੋ ਇਹ ਤਾਂ ਵਨ ਇੰਡੀਆ, ਰਾਹੁਲ ਗਾਂਧੀ ਜੀ ਕਹਿ ਰਹੇ, ਹਾਂਜੀ, ਵਨ ਇੰਡੀਆ ਵਨ ਇਲੈਕਸ਼ਨ, ਇਹ ਤਾਂ ਚਲੋ ਵੱਖਰੀ ਗੱਲ ਹੈ। ਔਰ ਇੰਡੀਆ ਭਾਰਤ ਹੋਵੇ ਕਿ ਨਾ ਹੋਵੇ, ਇਹ ਵੀ ਇੱਕ ਵੱਖਰੀ ਗੱਲ ਹੈ। ਇੱਕ ਲੇਡੀਜ਼ ਵਾਸਤੇ, ਔਰਤਾਂ ਵਾਸਤੇ, ਜੋ ਮਹਿਲਾ ਸਸ਼ਕਤੀਕਰਨ ਨੂੰ ਸਾਹਮਣੇ ਰੱਖ ਕੇ ਜੋ ਰਾਖਵਾਂ ਕਰਨ ਦਾ ਬਿੱਲ ਪਾਸ ਹੋਇਆ, ਉਹਦੀਆਂ ਹਜੇ ਡੇਟਸ ਕਲੀਅਰ ਨਹੀਂ ਹੈਗੀਆਂ, ਪਰ ਉਹ ਬਿੱਲ ਪਾਸ ਹੋ ਗਿਆ। ਔਰ ਉਹਦਾ ਕ੍ਰੈਡਿਟ ਸਾਰਾ BJP ਕਹਿੰਦੀ ਹੈ ਕਿ ਸਾਨੂੰ ਜਾਣਾ ਚਾਹੀਦਾ। ਹਾਲਾਂਕਿ ਵਿਰੋਧੀ ਧਿਰ ਕਹਿੰਦਾ ਕਿ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ, ਪਿਛਲਾ 30 ਸਾਲ ਦਾ ਮਸਲਾ ਹੈ। ਚਲੋ ਖੈਰ, ਉਹ ਡਿਬੇਟ ਦਾ ਹਿੱਸਾ ਹੈ। ਹੁਣ ਇਸ ਵਕਤ ਇਹ ਜਨਗਣਨਾ ਦੀ ਕਿਹੜੀ ਗੱਲ ਹੋ ਰਹੀ ਹੈ, ਕੌਣ ਕਿਤੋਂ ਡਰਦਾ ਪਿਆ, ਕੌਣ ਕਿਹੜੀ ਜਨਗਣਨਾ ਤੋਂ ਡਰਦਾ ਪਿਆ, ਇਹ ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਦੇ ਵਿੱਚ ਇਹ ਕਿਹੜੀ ਗੱਲ ਦੀ ਸਾਰੀ ਵਾਰਤਾਲਾਪ, ਕਿਹੜਾ ਸੰਵਾਦ ਚੱਲਦਾ ਪਿਆ? ਇਹ ਰਾਹੁਲ ਗਾਂਧੀ ਜੀ ਦਾ ਬਿਆਨ ਹੈ। ਉਹਨਾਂ ਨੇ, ਉਹ ਬੜੇ ਕਾਂਗਰਸ ਦੇ ਜਿਹੜੇ ਕਰਤਾ ਧਰਤਾ ਲੀਡਰ ਨੇ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਵਿਰੋਧੀ ਧਿਰਾਂ ਨੂੰ ਬੁਲਾਇਆ ਸੀਗਾ ਲੋਕ ਸਭਾ ਵਿੱਚ, ਸਿਰਫ ਮਹਿਲਾ ਆਰਕਸ਼ਣ ਜਿਹੜਾ ਸੀਗਾ, ਜਿਹੜਾ ਸ਼ਕਤੀ ਕੇਂਦਰ ਸੀਗਾ, ਉਹਦੇ 'ਤੇ ਬਿੱਲ ਪਾਸ ਕਰਨ ਲਈ। ਔਰ ਉਹਨਾਂ ਨੇ ਕਹਿੰਦਾ ਜੋ ਕੱਢਿਆ ਇਹ ਕਿ ਤੁਸੀਂ ਜਿਹੜਾ ਹੈਗਾ, ਹੁਣ ਜਿਹੜਾ ਅਸੀਂ ਇਹ ਗੱਲ ਇਹਨੂੰ ਅਜੇ ਬਾਅਦ 'ਚ ਕਰ ਲੈਂਦੇ ਹਾਂ, ਤੁਸੀਂ ਜਿਹੜਾ ਜਾਤੀ ਜਨਗਣਨਾ ਹੈਗਾ, ਇਹਦੇ 'ਤੇ ਵੀ ਅਸੀਂ ਕਰਨਾ ਹੈਗਾ, ਔਰ ਇਹਦੀ ਜਿਹੜੀ ਹੈਗੀ ਤਾਰੀਖ ਅਸੀਂ ਨਿਸ਼ਚਿਤ ਕਰ ਲਾਂਗੇ। ਸਾਰਾ ਕੁਝ ਸਾਡੇ ਕੋਲ ਤਿਆਰ ਹੈਗਾ। ਉਹ ਕਹਿੰਦੇ ਅਜੇ ਤੱਕ ਸਾਰਾ ਕੁਝ ਜਿਹੜਾ ਉਹ ਉਸੇ ਤਰ੍ਹਾਂ ਠੰਡੇ ਬਸੇ 'ਚ ਪਿਆ ਹੈਗਾ। ਉਹ ਅਜੇ ਤੱਕ ਜਾਤੀ ਗਣਨਾ ਤੋਂ ਕਿਉਂ ਡਰ ਰਿਹਾ ਪ੍ਰਧਾਨ ਮੰਤਰੀ ਜੀ, ਇਹਨੂੰ ਕਿਉਂ ਨਹੀਂ ਅੱਗੇ ਲੈ ਕੇ ਆਏ? ਜਿਹੜਾ ਔਰਤਾਂ ਲਈ ਰਾਖਵਾਂਕਰਨ ਦਾ, ਰਿਜ਼ਰਵੇਸ਼ਨ ਦਾ ਬਿੱਲ ਪਾਸ ਹੋ ਗਿਆ, ਉਹ ਕਹਿੰਦੇ ਅਜੇ ਤੱਕ ਉਹਨੂੰ ਇਹਨਾਂ ਨੇ, ਬਿੱਲ ਪਾਸ ਹੀ ਹੋਇਆ ਜਿੱਦਾਂ ਤੁਸੀਂ ਕਿਹਾ, ਪਰ ਬਿੱਲ ਪਾਸ ਹੋਣ ਤੋਂ ਬਾਅਦ ਉਹਨੂੰ ਇੰਪਲੀਮੈਂਟ ਕਦੋਂ ਕਰਨਾ? ਕਹਿੰਦਾ ਇਹ ਫਿਰ ਇਹ ਹੈਗਾ ਵੀ ਜਿਵੇਂ ਇਹ ਸਰਕਾਰ ਆਊਗੀ ਇਹ ਕਰੂ, ਜਾਂ ਸਾਡੀ ਸਰਕਾਰ ਆਈ ਸਾਨੂੰ ਕਰਨਾ ਪਊਗਾ। ਕਹਿੰਦੇ ਜੇ ਇਹਨੂੰ ਪਹਿਲੋਂ ਇੰਨਾ ਦੇਰ ਸਾਡੀ ਕਾਂਗਰਸ ਵੱਲੋਂ ਵੀ ਇਹਨੂੰ ਉਛਾਲਿਆ ਗਿਆ ਸੀ, ਉਦੋਂ ਇਹ ਵੀ ਉਭਾਰਿਆ ਗਿਆ ਸੀ ਕਿ ਅਸੀਂ ਇਹਨੂੰ ਕੰਪਲੀਟ ਕਰਾਂਗੇ। ਜੇ ਅਸੀਂ ਰਲ ਕੇ ਇਹਨੂੰ ਕਰ ਦਿੱਤਾ ਤੇ ਕੋਈ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਹੈ, ਕਿਸੇ ਨੇ ਉਹਦੀ ਵਿਰੋਧਤਾ ਨਹੀਂ ਕੀਤੀ, ਤੇ ਫਿਰ ਪਾ ਲਾ ਕੇ ਇਹਨੂੰ ਕਿਉਂ ਅਜੇ ਤੱਕ ਇੰਪਲੀਮੈਂਟ ਨਹੀਂ ਕੀਤਾ? ਆਂਦਾ ਪ੍ਰਧਾਨ ਮੰਤਰੀ ਨੇ ਰੋਕ ਲਾਤੀ, ਜਾਤੀ ਗਣਨਾ ਹੋਣ ਤੋਂ ਬਾਅਦ ਅਸੀਂ ਕਰਾਂਗੇ। ਆਂਦਾ ਨਾ ਜਾਤੀ ਗਣਨਾ ਕਿਸੇ ਪਾਸੇ ਲੱਗੀ ਹੈ, ਤੇ ਨਾ ਜਿਹੜਾ ਮਹਿਲਾ ਜਿਹੜਾ ਰਿਜ਼ਰਵੇਸ਼ਨ ਬਿੱਲ ਆ ਉਹ ਕਿਸੇ ਪਾਸੇ ਇੰਪਲੀਮੈਂਟ ਹੋਇਆ। ਆਂਦਾ ਇਹਦੇ, ਉਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਇਹ ਸਿਰਫ ਇਲੈਕਸ਼ਨ ਦਾ ਸਟੰਟ ਆ, ਇਲੈਕਸ਼ਨ ਨੂੰ
ਦੇ ਵਿੱਚ ਵੋਟਾਂ ਲੈਣ ਦਾ ਹੀ ਹੈਗਾ ਕਿ ਔਰਤਾਂ ਨੂੰ ਖੁਸ਼ ਕਰ ਦਿਓ ਤੇ ਜਿਹੜੀ ਆ ਵੋਟ ਬੈਂਕ ਲੇਡੀਜ਼ ਹੋਵੇ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਜੋ ਅਸੀਂ ਬਿੱਲ ਪਾਸ ਕੀਤਾ ਜਾਂ ਕਰ ਦਿੱਤਾ ਉਹਦੇ ਵਿੱਚ ਕੰਟਰੀਬਿਊਸ਼ਨ ਸਾਰੀ ਔਰਤਾਂ ਦੀ ਹੈ। ਔਰਤਾਂ ਨੇ ਕੀਤਾ, ਜਿਹੜੀਆਂ ਲੇਡੀਜ਼ ਜਿਹੜੀਆਂ ਉੱਥੇ ਬੈਠੀਆਂ ਨੇ ਉਹਨਾਂ ਨੇ ਇਸ ਬਿੱਲ ਨੂੰ ਪਾਸ ਕਰਨ ਦੇ ਵਿੱਚ ਸਾਨੂੰ ਜਿਹੜੀ ਸਹਿਮਤੀ ਪ੍ਰਗਟਾਈ ਹੈ। ਅਸੀਂ ਤਾਂ ਇਸ ਬਿੱਲ ਨੂੰ ਅੱਗੇ ਲੈ ਆ। ਉਹ ਰਾਹੁਲ ਗਾਂਧੀ ਕਹਿ ਰਿਹਾ ਕਿ ਇਹਨਾਂ ਨੇ ਹੁਣ ਇੱਕ ਵੱਡੀ ਫਰਿਸ਼ਤ, ਇੱਕ ਵੱਡੀ ਲਿਸਟ ਬਣਾਈ ਜਾਣੀ ਹੈ ਜੀ। ਆਹ ਬਿੱਲ ਪਾਸ ਕਰਤਾ, ਆਹ ਬਿੱਲ ਪਾਸ ਕਰਤਾ, ਪਰ ਆਂਦਾ ਬਿੱਲ ਪੜ੍ਹਨ ਵਾਲੇ ਹੀ ਆ, ਉਹਨਾਂ 'ਤੇ ਕੋਈ ਇਸ ਵੇਲੇ ਗੌਰ ਨਹੀਂ ਕੀਤਾ ਗਿਆ, ਉਹਦੇ 'ਤੇ ਕੋਈ ਇਹਦੇ 'ਤੇ ਪ੍ਰੈਕਟੀਕਲ ਤੌਰ 'ਤੇ ਵਿਵਹਾਰਿਕ ਤੌਰ 'ਤੇ ਉਹਨੂੰ ਨਹੀਂ ਬਣਾਇਆ ਗਿਆ। ਇਹ ਆਂਦਾ ਨਮੂਨੇ ਦੇ ਤੌਰ 'ਤੇ ਵੇਖਣ ਲਈ ਬਣਾਤੇ, ਜਿੱਦਾਂ ਮਿਊਜ਼ੀਅਮ 'ਚ ਪਾਏ ਹੁੰਦੇ ਆ। ਇਸ ਕਰਕੇ ਇਹ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਆਂਦਾ ਇਹਨਾਂ ਦੀ ਇਹਦੇ ਵਿੱਚ ਇਹਨਾਂ ਦੀ ਟਰਮ ਦੇ ਵਿੱਚ ਹੀ ਲਾਗੂ ਕੀਤਾ ਜਾਵੇ। ਔਰ ਜਾਤੀ ਗਣਨਾ ਜਿਹੜੀ ਹੈਗੀ ਆ ਉਹ ਨਿਤਿਸ਼ ਕੁਮਾਰ ਜੀ ਨੇ ਪਹਿਲਾਂ ਤੋਂ ਕਿਹਾ ਸੀ ਬਿਹਾਰ ਤੋਂ ਸ਼ੁਰੂ ਕਰਾਂਗੇ, ਉਹਦੇ ਵਿੱਚ ਉਹਨਾਂ ਨੇ ਮੁੱਦਾ ਉਠਾਇਆ ਸੀਗਾ, ਪਰ ਉਹ ਅਜੇ ਤੱਕ ਇਹਨੂੰ ਇੰਪਲੀਮੈਂਟ ਕਰਨ ਲਈ ਕੇਂਦਰ ਤੋਂ ਇਹਨਾਂ ਦੇ ਜਿਹੜੇ ਕਾਨੂੰਨ ਮੰਤਰੀ ਨੇ ਜਾਂ ਜਿਹੜੇ ਇਹਨਾਂ ਦੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਇੱਕ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਐਲਾਨ ਕਰਨਾ ਹੈਗਾ। ਉਹ ਅਜੇ ਤਾਂ ਉੱਥੇ ਦਾ ਉੱਥੇ ਹੀ ਹੈਗਾ। ਜਦੋਂ ਇੱਕ ਦੂਜੇ ਦਾ ਜਿਹੜਾ ਟਕਰਾਅ ਜਿਹੜਾ ਕੈਨੇਡਾ ਅਤੇ ਇੰਡੀਆ ਦਾ ਪੈ ਗਿਆ, ਹੁਣ ਸਾਰਿਆਂ ਦਾ ਧਿਆਨ ਕੇਂਦਰਿਤ ਉਸ ਪਾਸੇ ਹੋ ਗਿਆ। ਹੁਣ ਜਿਹੜੇ ਲੋਕਲ ਬਿੱਲ ਸੀਗੇ ਸਾਰੇ ਕੁਛ ਫਿਰ ਕਟਾਈ 'ਚ ਪੈ ਗਏ, ਹੁਣ ਉਸ ਪਾਸੇ ਹੋ ਗਿਆ। ਉਹ ਮਾਮਲਾ ਕਦੋਂ ਨਜਿੱਠਿਆ ਜਾਂਦਾ, ਕਦੋਂ ਇੰਪਲੀਮੈਂਟ ਹੁੰਦਾ, ਕਦੋਂ ਹੁੰਦਾ, ਉਹਦੇ ਤੱਕ ਹੁਣ ਬਾਕੀ ਦੇਸ਼ ਵੀ ਇਨਵਾਲਵ ਹੋ ਗਏ। ਜਦੋਂ ਆਪਾਂ ਗੱਲ ਕੀਤੀ ਆ, ਇਹਨਾਂ ਕੋਲ ਆਪਣੇ ਦੇਸ਼ ਦੇ ਆਪਣੇ ਸੂਬਿਆਂ ਦੇ ਜਿਹੜੇ ਮਾਮਲੇ ਨਜਿੱਠੇ ਨਹੀਂ ਜਾਂਦੇ, ਉਹੀ ਸਾਰੇ ਅਜੇ ਤੱਕ ਪੈਂਡਿੰਗ ਨੇ। ਔਰ ਆਉਣ ਵਾਲਾ ਇਲੈਕਸ਼ਨ ਫਿਰ ਆ ਗਈ, ਸਿਰ 'ਤੇ ਇਲੈਕਸ਼ਨ ਇਸ ਵੇਲੇ ਮਈ ਦੇ ਵਿੱਚ, ਮਈ ਤੱਕ ਇਹਨਾਂ ਦੀ ਟਰਮ ਹੈਗੀ ਹੈ। ਮਈ ਤੋਂ ਪਹਿਲਾਂ ਹੀ ਜਿਹੜੀ ਆ ਪਾਰਲੀਮੈਂਟ ਨੂੰ ਭੰਗ ਕਰਨਾ ਪਊਗਾ ਔਰ ਉਸ ਤੋਂ ਬਾਅਦ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨਰ ਡਿਕਲੇਅਰ ਕਰ ਦੇਣਗੇ ਡੇਟ ਕੀ ਹੈਗੀ। ਉਹ 'ਚ ਪੰਚਾਇਤਾਂ ਵੀ ਹੈਗੀਆਂ, ਨਗਰ ਪਾਲਿਕਾਂ ਦੀਆਂ ਇਲੈਕਸ਼ਨਾਂ ਵੀ ਆਉਣੀਆਂ, ਕਈ ਇਲੈਕਸ਼ਨਾਂ ਅਜੇ ਉਸੇ ਤਰ੍ਹਾਂ ਹੈਗੀਆਂ। ਉਹ ਜਿਹੜਾ ਹੈਗਾ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਹੈਗਾ, ਉਹਦੇ ਲਈ ਇਹਨਾਂ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਉਹਦੇ ਲਈ ਬੁਲਾਇਆ ਸੀਗਾ ਕਿ ਉਹ ਅਸੀਂ ਕਰਾਂਗੇ। ਉਹਦੇ ਵਿੱਚ ਆਂਦਾ ਉਹਦਾ ਕੋਈ ਜ਼ਿਕਰ ਹੀ ਨਹੀਂ ਹੋਇਆ। ਆਂਦਾ ਅਸੀਂ ਕੀਤਾ, ਅਸੀਂ ਸਾਡੇ ਮੰਤਰੀ ਉੱਠ ਕੇ ਕਹਿੰਦੇ ਰਹੇ, ਸਾਬਕਾ ਮੰਤਰੀ ਖੜਕੇ ਸਾਹਿਬ ਨੇ ਵੀ ਕਿਹਾ ਕਿ ਉਹ ਬਿੱਲ ਕਿੱਥੇ ਗਿਆ, ਕਹਿੰਦਾ ਉਹਦਾ ਕੋਈ ਜ਼ਿਕਰ ਨਹੀਂ ਹੈਗਾ। ਆਂਦਾ ਉਹ ਵੀ ਅਜੇ ਤੱਕ ਹੈਗਾ, ਉਹ ਸਾਨੂੰ ਬੁਲਾਇਆ ਦੁਬਾਰਾ ਮੀਟਿੰਗ ਲਈ, ਅਜੇ ਤੱਕ ਉਹਦੇ 'ਤੇ ਵੀ ਕੋਈ ਵੀ ਅਜੇ ਤੱਕ ਸਹਿਮਤੀ ਨਹੀਂ ਹੋਈ। ਬਿਲਕੁਲ ਸਹਿਮਤੀ ਨਹੀਂ ਹੋਈ। ਔਰ ਇੱਕ ਨਾ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਸਾਰੇ ਐਕਸਪਰਟਸ ਐਂਡ ਪੋਲੀਟੀਕਲ ਪੰਡਿਤਸ ਆਪਸ 'ਚ ਗੱਲਾਂ ਕਰਦੇ ਨੇ ਔਰ ਕਈ ਵਾਰ ਉਹਨਾਂ ਨਾਲ ਸੰਵਾਦ ਕਰਨ ਦਾ ਮੌਕਾ ਮਿਲਦਾ। ਕਈ ਵਾਰ ਕਹਿੰਦੇ ਨੇ ਕਿ ਯਾਰ ਇਹ ਜਿਹੜੇ ਵੱਡੇ ਵੱਡੇ ਲੀਡਰਸ ਉੱਪਰ ਬੈਠੇ ਨੇ ਨਾ, ਇਹ ਆਪਣੇ 'ਚ ਹੀ ਮਸਤ ਨੇ, ਬਸ ਕੋਈ ਨਾ ਕੋਈ ਨਵੀਂ ਗੱਲ ਕੱਢ ਦਿੰਦੇ ਨੇ, ਕੋਈ ਨਾ ਕੋਈ ਨਵਾਂ ਸੰਵਾਦ ਕੱਢ ਦਿੰਦੇ ਨੇ, ਲੋਕੀ ਉਹਦੇ 'ਚ ਉਲਝ ਜਾਂਦੇ ਨੇ, ਫਿਰ ਇਹ ਨਵੀਂ ਗੱਲ ਕਰ ਦਿੰਦੇ ਨੇ। ਇਹ ਆਪ ਆਪਣੇ ਆਪ 'ਚ ਮਸਤ ਨੇ, ਇਹਨਾਂ ਕੋਲ ਸਾਰੀਆਂ ਫੈਸਿਲਿਟੀਆਂ ਨੇ, ਲੋਕਾਂ ਦੀ ਟੈਕਸ ਮਨੀ ਦੇ ਉੱਤੇ ਹਰ ਚੀਜ਼ ਇੰਜੋਏ ਹੋ ਰਹੀ ਹੈ ਨਾ, ਔਰ ਪਲੇਨਾਂ ਦੇ ਸਫ਼ਰ ਹੋ ਰਹੇ ਨੇ, ਵੱਡੇ ਵੱਡੇ ਹੋਟਲਸ ਦੇ ਵਿੱਚ ਖਾਣਾ, ਡਿਪਲੋਮੈਟਸ ਨਾਲ ਮਿਲਣਾ, ਇੱਕ ਕੰਟਰੀ ਦੂਸਰੀ ਕੰਟਰੀ ਨਾਲ। ਹੁਣ G20 ਦੇ ਵਿੱਚ ਵੀ ਸੈਲਫੀਆਂ ਲਿੱਤੀਆਂ ਜਾ ਰਹੀਆਂ ਨੇ, ਮੌਜ ਮਸਤੀ ਵੀ ਹੋਈ ਹੈ, ਖਾਣਾ ਪੀਣਾ ਵੀ ਵੱਖ ਵੱਖ ਤਰ੍ਹਾਂ ਦਾ, ਔਰ ਕਹਿੰਦੇ ਨੇ ਸੋਨੇ ਚਾਂਦੀ ਦੇ ਭਾਂਡਿਆਂ ਦੇ ਵਿੱਚ ਵੀ ਖਾਣਾ ਪਰੋਸਿਆ ਗਿਆ, ਇਹ ਵੀ ਸਭ ਚੱਲਿਆ। ਇਹ ਆਪਣੀ ਇੰਜੋਇਮੈਂਟ ਦੇ ਵਿੱਚ ਨੇ, ਇਹ ਐਕਸਪਰਟਸ ਮੰਨਦੇ ਨੇ, ਔਰ ਪਬਲਿਕ ਦੇ ਵਿੱਚ ਵੀ ਇਹੀ ਗੱਲ ਹੁੰਦੀ ਹੈ। ਔਰ ਜੋ ਆਮ ਜਨਤਾ ਹੈ ਉਹ ਤਾਂ ਉੱਥੇ ਦੀ ਉੱਥੇ ਹੈ। ਇੱਧਰੋਂ ਕੋਈ ਰਾਖਵਾਂ ਕਰਨ ਦੀ ਗੱਲ ਹੁੰਦੀ ਪਈ ਹੈ, ਕਦੀ ਕਹਿੰਦੇ ਨੇ ਇਲੈਕਸ਼ਨਸ ਦਾ ਇੱਦਾਂ ਕਰਨਾ ਹੈ, ਕਿਤੇ ਭਾਰਤ ਦਾ ਨਾਂ ਚੇਂਜ ਕਰਨਾ ਹੈ। ਮਤਲਬ ਇਹ ਇੰਡੀਆ ਹੋਣਾ ਚਾਹੀਦਾ, ਜੋ ਭਾਰਤ ਹੋਣਾ ਚਾਹੀਦਾ। ਗੱਲ ਇਹ ਹੈ ਕਿ ਜੋ ਪਬਲਿਕ ਦੀਆਂ ਸਮੱਸਿਆਵਾਂ ਨੇ ਹੈ ਨਾ, ਉਹ ਸਮੱਸਿਆਵਾਂ ਕਿੱਥੇ ਨੇ। ਹੁਣ ਥਾਂ ਥਾਂ ਦੇ ਉੱਤੇ ਨਾਮ ਚੇਂਜ ਕਰੀ ਜਾਂਦੇ ਆ, ਇਲਾਕਿਆਂ ਦੇ ਨਾਮ ਚੇਂਜ ਕਰੀ ਜਾਂਦੇ ਆ, ਔਰ ਕੁਝ ਉੱਠ ਕੇ ਕਹਿੰਦੇ ਨੇ ਤੁਸੀਂ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਪਏ ਹੋ, ਇਤਿਹਾਸ ਦੇ ਨਾਲ ਛੇੜਛਾੜ ਨਾ ਕਰੋ। ਉਹ ਇੱਕ ਅਲੱਗ ਗਰਮੀ ਪੈਦਾ ਹੋ ਜਾਂਦੀ ਮਾਹੌਲ ਦੇ ਵਿੱਚ। ਇਹ ਸਭ ਗੱਲਾਂ ਦੇ ਵਿੱਚ ਇੱਕ ਆਮ ਨਾਗਰਿਕ ਕਿੱਥੇ ਖੜਾ ਹੈ, ਸਿਟੀਜ਼ਨਸ ਕਿੱਥੇ ਖੜੇ ਨੇ, ਉਹਨਾਂ ਦੀਆਂ ਸਮੱਸਿਆਵਾਂ ਕਿੱਥੇ ਖੜੀਆਂ ਨੇ, ਉਹਦਾ ਕੋਈ ਜ਼ਿਕਰ ਹੀ ਨਹੀਂ ਹੋ ਰਿਹਾ। ਹਾਂ, ਬਿਆਨਬਾਜ਼ੀ ਬਹੁਤ ਵੱਡੀ ਵੱਡੀ ਹੁੰਦੀ ਹੈ। ਜਿਸ ਤਰ੍ਹਾਂ ਕਹਿੰਦੇ ਨੇ ਕਿ ਕੋਈ ਜਿਹੜੇ ਰੱਜੇ ਬੰਦੇ ਹੁੰਦੇ ਆ ਨਾ, ਜਿਨ੍ਹਾਂ ਨੂੰ ਕਦੀ ਭੁੱਖ ਨਹੀਂ ਲੱਗੀ ਔਰ ਜਿਨ੍ਹਾਂ ਨੂੰ ਭੁੱਖ ਲੱਗਣ ਤੋਂ ਪਹਿਲਾਂ ਰੋਟੀ ਟੇਬਲ 'ਤੇ ਆ ਜਾਂਦੀ ਹੈ, ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਭੁੱਖਮਰੀ ਕੀ ਹੁੰਦੀ ਹੈ। ਉਹਨਾਂ ਨੂੰ ਦੂਜਿਆਂ ਨੂੰ ਪਤਾ ਹੁੰਦਾ ਕਿ ਪੇਟ ਨਹੀਂ ਪਈਆਂ ਰੋਟੀਆਂ, ਅਤੇ ਸਭੇ ਗੱਲਾਂ ਖੋਟੀਆਂ ਜਿਹੜੀਆਂ ਤੁਸੀਂ ਗੱਲ ਕੀਤਾ ਕਿ ਜਿਹਦੇ ਵਿੱਚ ਸਾਰੇ ਬਿੱਲ ਪਾਸ ਹੋ ਰਹੇ ਆ, ਇੱਕ ਦੇਸ਼ ਇੱਕ ਇਲੈਕਸ਼ਨ ਇੱਕ ਚੋਣ, ਔਰ ਉਹਦੇ ਵਿੱਚ ਦੂਜੇ ਪਾਸੇ ਇੰਡੀਆ ਦਾ ਨਾਮ ਬਦਲ ਦਿਓ, ਉਹਦੇ 'ਚ ਆਹ ਬਦਲ ਦਿਓ। ਇਹਨਾਂ ਚੀਜ਼ਾਂ ਦੀ ਕੋਈ ਏਡੀ ਜ਼ਰੂਰਤ ਨਹੀਂ। ਜ਼ਰੂਰਤ ਜਿਹੜੀ ਤੁਸੀਂ ਗੱਲ ਕੀਤੀ ਉਹ ਹੈ ਕਿ ਲੋਕਾਂ ਨੂੰ ਸਹੂਲਤਾਂ, ਭੁੱਖਮਰੀ ਦੂਰ ਕਰਨੀ ਆ, ਗਰੀਬੀ ਦੂਰ ਕਰਨੀ ਆ। ਜਿਹੜੇ ਫੁੱਟਪਾਥ 'ਤੇ ਸੁੱਤੇ ਨੇ, ਜਿਹੜਾ ਬੰਦਾ ਡਰਾਇੰਗ ਰੂਮ 'ਚ ਸੁੱਤਾ, ਜਿਹੜਾ AC ਰੂਮ 'ਚ ਸੁੱਤਾ, ਉਹਨੂੰ ਕੀ ਪਤਾ ਕਿ ਫੁੱਟਪਾਥ ਕੀ ਹੁੰਦੀ ਹੈ। ਧੁੱਪ ਦੇ ਵਿੱਚ ਕਿ ਉਹਦਾ ਪਿੰਡਾ ਸੜ ਰਿਹਾ, ਕਿ ਉਹ ਜ਼ਮੀਨ 'ਤੇ ਪਿਆ ਹੈਗਾ, ਉਹ ਕਿਸ ਤਰ੍ਹਾਂ ਤੜਫ ਰਿਹਾ, ਜਿਹਨੂੰ ਕੋਈ ਸਹੂਲਤ ਨਹੀਂ, ਜਿਹੜਾ ਕੋਈ ਮੈਡੀਕਲ ਤੌਰ 'ਤੇ ਮਰਦਾ ਜਾ ਰਿਹਾ, ਜਿਹਦਾ ਡਿਲੀਵਰੀ ਲਈ ਬੱਚੇ ਲਈ ਵਿਚਾਰੀ ਸੜਕ 'ਤੇ ਬੱਚਾ ਜਿੱਦਾਂ ਜਨਮ ਦੇ ਰਹੀ ਹੈ, ਔਰ ਇੱਕ ਗਾਇਨੀ ਡਾਕਟਰ ਕੋਲ ਬੈਠੀ ਹੈ, ਵੱਡੇ ਅਹਿਲਕਾਰ ਦੀ, ਵੱਡੇ ਅਹੁਦੇਦਾਰ ਦੀ ਲੇਡੀ, ਉਹਦਾ ਬੱਚਾ ਭੰਗੂੜਿਆਂ 'ਚ ਝੂਲੇ ਰਹਿ ਰਿਹਾ, AC ਰੂਮ 'ਚ ਬੈਠਾ ਹੈਗਾ, ਔਰ ਉਹਦੇ ਕੁੱਤੇ ਵੀ ਉੱਥੇ ਘੁੰਮ ਰਹੇ ਆ, ਔਰ ਉੱਥੇ ਸਾਰਾ ਕੁਝ ਖਾ ਰਹੇ ਆ। ਔਰ ਉਹ ਜਿਹੜੇ
ਵਿਚਾਰੇ ਲੋਕ ਨੇ ਜਿਹੜੇ ਗਰੀਬ ਨੇ ਉਹ ਵਿਚਾਰੇ ਸੜਕਾਂ 'ਤੇ ਭੌਂਦੇ ਫਿਰਦੇ ਆ, ਨੰਗੇ ਪੈਰੀਂ ਹੈਗੇ, ਚੱਪਲਾਂ ਪਾਉਣ ਲਈ ਨਹੀਂ ਹੈਗੇ, ਉਹਨਾਂ ਦੀ ਸਾਰ ਕਿਹਨੇ ਲੈਣੀ ਹੈ? ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਲਈ ਇਹਨਾਂ ਨੂੰ ਅਹੁਦੇਦਾਰਾਂ ਨੂੰ ਜਾ ਕੇ ਸੋਚਣਾ ਚਾਹੀਦਾ। ਤੁਸੀਂ ਵੀ ਮਜ਼ੇ ਤਾਂ ਲੈ ਰਹੇ ਜੇ, ਉਹਨਾਂ ਦਾ ਵੀ ਫਿਕਰ ਕਰ ਲਓ। ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੀਆਂ ਵੋਟਾਂ ਨਾਲ ਤੁਸੀਂ ਇਸ ਵੇਲੇ ਇਸ ਸੀਟਾਂ 'ਤੇ ਬੈਠੇ ਜੇ, ਇਹ ਸਾਰੀ ਦਿਹਾੜੀ ਇਹ ਸਾਰੀ ਉਮਰ ਇਹ ਨਹੀਂ ਕੰਮ ਰਹਿੰਦਾ ਹੁੰਦਾ, ਤੁਹਾਨੂੰ ਕਿਤੇ ਨਾ ਕਿਤੇ ਥੱਲੇ ਆਉਣਾ ਪਊਗਾ। ਸਾਰੀ ਉਮਰ ਮੌਜਾਂ ਨਹੀਂ ਮਿਲਦੀਆਂ ਹੁੰਦੀਆਂ। ਇਹ ਧਰਤੀ ਜਿਹੜੀ ਹੈਗੀ ਆ, ਇਸ ਧਰਤੀ 'ਤੇ ਤੁਹਾਨੂੰ ਸਾਰਾ ਕੁਝ ਭੁਗਤਣਾ ਪੈਂਦਾ, ਔਰ ਇਹ ਸਾਰਾ ਕੁਝ ਅਸੀਂ ਹੁਣ ਦੇਖ ਰਹੇ ਹਾਂ। ਜਿਹਨੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਚਿੰਤਾ ਪੈ ਗਈ, ਜਿਹੜੇ ਬੱਚੇ ਬਾਹਰ ਨੇ ਉਹਨਾਂ ਨੂੰ ਚਿੰਤਾ ਪੈ ਗਈ, ਉਸ ਪਾਸੇ ਵੀ ਹੈਗੇ। ਇਹਨੂੰ ਸੋਲਵ ਕਰਨ ਲਈ ਕਿਹਨੇ ਕਰਨਾ? ਕੇਂਦਰ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਬਾਕਾਇਦਾ ਤੌਰ 'ਤੇ। ਮੈਂ ਉੱਥੇ ਆ ਜਾਂਦਾ ਕਿ ਟਰੂਡੋ ਸਾਹਿਬ ਨਾਲ ਗੱਲਬਾਤ ਕਰਨ ਔਰ ਇਹ ਮਾਮਲਾ ਬਿਲਕੁਲ ਸੋਲਵ ਹੋ ਜਾਵੇ। ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ। ਅਸੀਂ ਆਪਣੀ ਧਰਤੀ ਤੋਂ ਲੈ ਕੇ ਬਾਹਰ ਵਿਸ਼ਵ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਜੇਕਰ ਬਾਈਡਨ ਸਾਹਿਬ ਨੂੰ ਜਾ ਕੇ ਮੋਦੀ ਸਾਹਿਬ ਮਿਲਦੇ ਆ, ਟਰੂਡੋ ਸਾਹਿਬ ਖੁਦ ਇੱਥੇ ਆ ਜਾਂਦੇ, ਜੇ ਉਹਨਾਂ ਨੂੰ ਇਨਵਾਈਟ ਕਰਨੇ ਇੱਥੇ ਆ ਜਾਣਗੇ। ਇੱਥੇ ਜਦੋਂ ਗੱਲਬਾਤ ਹੋਗੀ ਤਾਂ ਕਿਹੜਾ ਕੀ ਇੰਨਾ ਵੱਡਾ ਡੂੰਘਾ ਇਸ਼ੂ ਹੈਗਾ ਜਿਹੜਾ ਸੋਲਵ ਨਹੀਂ ਹੋ ਸਕਦਾ। ਸੋ ਇੱਕ ਹੋਰ ਇਸ਼ੂ ਜਿਹਨੂੰ ਸੋਲਵ ਕਰਨ ਵਾਸਤੇ ਕਾਫੀ ਦੇਰ ਤੋਂ ਲੱਗੇ ਹੋਏ ਨੇ, ਜ਼ਰੂਰ, ਕਿ ਜਿਹੜੀ ਕੁਸ਼ਤੀ ਫੈਡਰੇਸ਼ਨ, ਮਹਿਲਾ ਪਹਿਲਵਾਨ ਔਰ ਬ੍ਰਿਜ ਭੂਸ਼ਣ ਜੀ, ਉਹਨਾਂ ਦਾ ਨਾਂ ਇਨਵੋਲਵ ਹੋਇਆ ਕਿਉਂਕਿ ਉਹ ਚੀਫ ਨੇ ਫੈਡਰੇਸ਼ਨ ਦੇ। ਔਰ ਸ਼ੋਸ਼ਣ ਦੀ ਗੱਲ, ਜਿਨਸੀ ਸ਼ੋਸ਼ਣ ਦੀ ਗੱਲ ਆਈ ਹੈ, ਔਰ ਹੁਣ ਇੱਕ ਸਬੂਤ ਦੀ ਗੱਲ ਆ ਰਹੀ ਹੈ ਕਿ ਦਿੱਲੀ ਪੁਲਿਸ ਕੋਲ ਕੋਈ ਇੱਦਾਂ ਦੇ ਸਬੂਤ ਨੇ ਜਿਹੜੇ ਬ੍ਰਿਜ ਭੂਸ਼ਣ ਜੀ ਦੇ ਖਿਲਾਫ ਜਾਂਦੇ ਨੇ। ਇਹ ਵੀ ਗੱਲ ਸਾਹਮਣੇ ਆ ਰਹੀ ਹੈ। ਇਹ ਕੀ ਮਾਮਲਾ ਹੈ? ਹਾਂ, ਲੇਟੈਸਟ ਹੁਣੇ ਜਿਹੜੇ ਉੱਥੋਂ ਦੇ ਮੁਖੀ ਨੇ ਪੁਲਿਸ ਦੇ, ਉਹਨਾਂ ਵੱਲੋਂ ਇੱਕ ਬਿਆਨ ਵੀ ਆਇਆ ਔਰ ਪੁਲਿਸ ਦੇ ਕੋਲ ਕੁਝ ਸਬੂਤ ਵੀ ਪਏ ਨੇ। ਉਹਦੇ ਵਿੱਚ ਕੁਝ ਉਹਨਾਂ ਕੋਲ ਫੋਟੋਗ੍ਰਾਫ ਜਾਂ ਵੀਡੀਓ ਹੈਗੀ। ਉਹਨਾਂ ਨੇ ਕਿਹਾ ਕਿ ਬ੍ਰਿਜ ਭੂਸ਼ਣ ਜੀ ਜਿਹੜੇ ਸਾਬਕਾ ਪ੍ਰਧਾਨ ਨੇ ਕੁਸ਼ਤੀ ਫੈਡਰੇਸ਼ਨ ਦੇ, ਉਹ ਜਦੋਂ ਵੀ ਕਿਤੇ ਬਾਹਰ ਜਾਂਦੇ ਸੀ, ਜਦੋਂ ਜਵਾਨ ਪਹਿਲਵਾਨ ਕੁੜੀਆਂ ਉੱਥੇ ਪਹਿਲਵਾਨੀ ਕਰਨ ਲਈ ਜਾਂਦੀਆਂ ਸੀਗੀਆਂ, ਕਜ਼ਾਕਿਸਤਾਨ ਦੀ ਗੱਲ ਉਹਨਾਂ ਨੇ ਕੀਤੀ ਆ ਕਿ ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਹੈ ਨਾ, ਜਿਹਨੂੰ ਅਸੀਂ ਕਹਿੰਦੇ ਕਿ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਜੱਫੀ ਪਾ ਕੇ ਮਿਲਣਾ ਚਾਹੁੰਦੇ ਆ। ਔਰ ਉਹ ਜਦੋਂ ਇਹਨਾਂ ਨੂੰ ਭੂਸ਼ਣ ਜੀ ਨੂੰ ਉਹਨਾਂ ਨੇ ਪੁੱਛਿਆ, ਉਹ ਕਹਿੰਦੇ ਮੈਂ ਇਹਨਾਂ ਨੂੰ ਆਪਣੀਆਂ ਬੱਚੀਆਂ ਦੇ ਵਜੋਂ ਖੁਸ਼ੀ ਦੇ ਨਾਲ ਮਿਲਣਾ ਚਾਹੁੰਦਾ ਸੀ। ਉਹ ਆਪਣਾ ਬਿਆਨ ਬਦਲ ਗਏ, ਪਰ ਕੁੜੀਆਂ ਨੇ ਕਿਹਾ ਕਿ ਉਹਨਾਂ ਦੀ ਨੀਤ ਇਹ ਨਹੀਂ ਸੀ, ਆ ਸੀਗੀ। ਔਰ ਜਿਹੜੀਆਂ ਕੁੜੀਆਂ ਨਾਲ ਸ਼ੋਸ਼ਣ ਹੋਇਆ, ਉਹਨਾਂ ਨੇ ਆਪਣਾ ਦੱਸ ਦਿੱਤਾ ਕਿ ਸਾਡੇ ਕੋਲ ਸਬੂਤ ਹੈਗੇ, ਸਾਨੂੰ ਫੋਟੋਗ੍ਰਾਫੀ ਹੈਗੇ, ਕਿਸ ਤਰ੍ਹਾਂ ਮਿਲਦੇ ਸੀ, ਕਿਸ ਤਰ੍ਹਾਂ ਸਾਨੂੰ ਐਕਸਪਲਾਇਟ ਕਰਦੇ ਸੀ ਐਜ਼ ਏ ਪ੍ਰੈਜ਼ੀਡੈਂਟ, ਪ੍ਰਧਾਨ ਦੇ ਤੌਰ 'ਤੇ। ਔਰ ਪੁਲਿਸ ਕੋਲ ਸਬੂਤ ਹੈਗਾ, ਉਹਨਾਂ ਨੂੰ ਸਪੁਰਦ ਕੀਤੀ ਹੈ। ਜਦੋਂ 7 ਕੁੜੀਆਂ ਦੇ ਸ਼ਿਕਾਇਤ ਨਾਲ FIR ਲੌਜ ਹੋ ਗਈ ਸੀ ਇਹਨਾਂ ਦੀ, ਔਰ ਉਹਦੇ ਵਿੱਚ ਸਾਰੇ ਫਿਲਮੀ ਅਦਾਕਾਰ, ਸਾਰੇ ਖਿਡਾਰੀ ਔਰ ਸਾਰੇ ਇੰਟਰਨੈਸ਼ਨਲ ਸਪੋਰਟਸਮੈਨ ਔਰ ਸਾਰੇ ਵਕੀਲ ਔਰ ਸਾਰੇ ਯੂਥ ਇਕੱਠੇ ਹੋ ਗਏ ਸੀ ਜੰਤਰ ਮੰਤਰ ਦਿੱਲੀ ਦੇ ਵਿੱਚ, ਜਦੋਂ ਇਹਨਾਂ ਨੇ ਉੱਥੇ ਆਪਣਾ ਧਰਨਾ ਲਾਇਆ ਸੀਗਾ। ਔਰ ਉਦੋਂ ਬਾਅਦ ਇਹ ਜਿਹੜਾ ਮਾਮਲਾ ਚੱਲਦਾ ਰਿਹਾ, ਜੁਡੀਸ਼ਰੀ ਚਲੇ ਗਿਆ, ਪੁਲਿਸ ਕੋ ਆਉਣ ਤੋਂ ਬਾਅਦ FIR ਲੌਜ ਹੋ ਗਈ ਇਹਨਾਂ ਦੇ ਅਗੇਂਸਟ। ਉਹਦਾ ਅਜੇ ਤੱਕ ਕਿਸੇ ਪਾਸੇ ਕੋਈ ਗੱਲ ਸਿੱਟੇ 'ਤੇ ਨਹੀਂ ਪਹੁੰਚੀ, ਕਿਸੇ ਪਾਸੇ ਉਹਦਾ ਸਿੱਟਾ ਨਹੀਂ ਨਿਕਲਿਆ। ਔਰ ਇਹਦੇ ਵਿੱਚ ਹੁਣ ਪੁਲਿਸ ਨੇ ਨਵਾਂ ਜਿਹੜਾ ਐਲਾਨ ਕਰ ਦਿੱਤਾ ਕਿ ਸਾਡੇ ਕੋਲ ਤਾਂ ਸਬੂਤ ਪਏ ਹੈਗੇ। ਜੇ ਸਬੂਤ ਵੀ ਹੈਗੇ ਆ, ਹੁਣ ਇਹ ਗਵਾਹ ਡਿੱਕਣਗੇ, ਗਵਾਹ ਲੱਭੋ। ਗਵਾਹ ਤੋਂ ਬਾਅਦ ਬਿਲਕਿਸ ਬਾਨੋ ਦਾ ਜਿਹੜਾ ਰੇਪ ਹੋਇਆ ਸੀ, ਉਹ ਹਿਸਾਬ ਨਾਲ ਉਹਦੇ 'ਤੇ 11 ਦੇ 11 ਬੰਦੇ ਬਾਹਰ ਆ ਕੇ ਬਹਿ ਗਏ। ਜੁਡੀਸ਼ਰੀ ਦੇ ਵਿੱਚ ਉਹਦੀ ਜਿਹੜੀ ਆ ਫਾਈਨਲ ਡਿਸੀਜਨ, ਉਹ ਵੀ ਇਸ ਤਰ੍ਹਾਂ ਦਾ ਰਿਹਾ, ਪਬਲਿਕ ਨੂੰ ਟੌਰਚਰ ਕਰਨ ਵਾਲਾ। ਔਰ ਹੁਣ ਜਿਹੜਾ ਇਹ ਵੀ ਦੂਜਾ ਮਾਮਲਾ ਹੋ ਗਿਆ, ਜਿਹੜੀਆਂ ਕੁੜੀਆਂ ਨੇ ਦੇਸ਼ ਲਈ ਇੰਨਾ ਵੱਡਾ ਕੰਟਰੀਬਿਊਸ਼ਨ ਦਿੱਤਾ ਹੋਵੇ, ਤਮਗੇ ਸੋਨੇ ਦੇ ਜਿੱਤ ਕੇ ਲਿਆਂਦੇ ਹੋਵੇ, ਓਲੰਪਿਕ 'ਚ ਵੀ, ਏਸ਼ੀਅਨ ਗੇਮਾਂ ਦੇ ਵਿੱਚ ਵੀ, ਇੰਟਰਨੈਸ਼ਨਲ ਗੇਮਾਂ ਦੇ ਵਿੱਚ ਵੀ ਜਾ ਕੇ, ਔਰ ਜਿਸ 'ਚ ਇੰਡੀਆ ਦਾ ਨਾਮ ਉਹਨਾਂ ਨੇ ਮੋਹਰਲੀ ਕਤਾਰ ਵਿੱਚ ਲਿਆਂਦਾ ਹੋਵੇ, ਉਹਨਾਂ ਦੀ ਇੱਜ਼ਤ ਇਹ ਹੋ ਰਹੀ ਆ। ਔਰ ਇਹਦੇ ਵਿੱਚੋਂ ਉਹਨਾਂ ਦੇ ਅਜੇ ਤੱਕ ਉਹਨਾਂ ਨੂੰ ਕੁਛ ਨਹੀਂ, ਖਾਸ ਤੌਰ 'ਤੇ ਸਿਰਫ ਉਹਨਾਂ ਨੂੰ ਅਸੀਫਾ ਦਿੱਤਾ ਆਪਣੇ ਉਹਦੇ ਤੋਂ, ਪ੍ਰੈਜ਼ੀਡੈਂਟਸ਼ਿਪ ਤੋਂ ਜੀ। ਬਾਕੀ ਇਸ ਵੇਲੇ ਜੁਡੀਸ਼ਰੀ ਉਹਨਾਂ ਦੇ ਮਗਰ ਲੱਗੀ ਆ, ਪੁਲਿਸ ਮਗਰ ਲੱਗੀ ਆ, ਹੋਇਆ ਕੁਛ ਵੀ ਨਹੀਂ। ਸਾਡੇ ਦੇਸ਼ ਵਿੱਚ ਲੋਕਤੰਤਰ ਵਿੱਚ ਡਿਸੀਜਨ ਕਰਦੇ ਕਰਦੇ ਕਈ ਵਾਰੀ ਜਿਹੜਾ ਪੀੜਤ ਹੁੰਦਾ ਉਹ ਵਿਚਾਰੇ ਇਸ ਦੁਨੀਆ ਤੋਂ ਤੁਰ ਜਾਂਦੇ ਆ, ਤਾਂ ਡਿਸੀਜਨ ਅਜੇ ਨਹੀਂ ਹੋਇਆ ਹੁੰਦਾ। ਇਹ ਸਾਡੀ ਲੋਕਤੰਤਰ ਦੀ, ਸਾਡੀ ਜੁਡੀਸ਼ਰੀ ਦੀ ਔਰ ਸਾਡੀ ਜਿਹੜੀ ਆ ਨਿਆਂਕ ਪ੍ਰਣਾਲੀ ਦੀ ਵੰਡ ਹੈਗੀ ਆ, ਡਿਸੀਜਨ ਹੈਗੇ। ਬਿਲਕੁਲ, ਕਿਉਂਕਿ ਕਈ ਵਾਰ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਸਬੂਤ ਨਹੀਂ ਹੈਗੇ, ਗਵਾਹ ਨਹੀਂ ਹੈਗੇ, ਇਸ ਕਰਕੇ ਕੇਸ ਲੰਬਾ ਜਿਹਨੂੰ ਕਹਿੰਦੇ ਨੇ ਤਰੀਕਾਂ ਹੀ ਪਾਈ ਜਾਂਦੀਆਂ ਨੇ। ਔਰ ਕਈ ਵਾਰ ਇੱਕ ਧਿਰ ਅਕਾਲ ਚਲਾਣਾ ਕਰ ਜਾਂਦੀ ਹੈ। ਮੈਨੂੰ ਤਾਂ ਹਾਸਾ ਹੈ, ਤਰੀਕਾਂ ਪਈ ਜਾਂਦੀਆਂ। ਸਨੀ ਦਿਓਲ ਇੱਕ ਫਿਲਮ 'ਚ ਹੁੰਦਾ, ਤਰੀਕ ਤੇ ਹੈ ਨਾ, ਸਾਰੇ ਬੱਚੇ ਗਲੀਆਂ 'ਚ ਹੈ ਨਾ, ਚੌਂਕਾਂ 'ਚ ਇਹ ਕਰਦੇ ਨਹੀਂ। ਦੇਖੋ ਉਦੋਂ ਡਾਇਲਾਗ ਬਹੁਤ ਅੱਛਾ ਸੀਗਾ, ਤਾਰੀਖ। ਹਾਂ ਉਹੀ ਤਾਂ। ਹੁਣ ਇਹ ਦੂਜਾ ਮਸਲਾ ਜਿਹੜਾ ਇਹ ਸੀਰੀਅਸ ਹੈਗਾ, ਇਹ ਜਿਹੜਾ ਹੈਗਾ ਮਸਲਾ ਸਾਰੇ ਲੋਕਾਂ ਦੇ ਜਿਹੜਾ ਹੈਗਾ ਦਿਮਾਗ 'ਚ ਹੈਗਾ ਕਿ ਕਿਉਂ ਨਹੀਂ ਹੋ ਰਿਹਾ। ਕਿਹੜੇ ਦੇਸ਼ ਦੀ ਗੱਲ ਕਰ ਰਹੇ ਜੀ, ਕਿਹੜੇ ਜੰਗਲੀ ਰਾਜ ਦੀ ਗੱਲ ਕਰ ਰਹੇ ਜੀ, ਕਿੱਥੋਂ ਦੇ ਤੁਸੀਂ ਜਿੱਥੇ ਲੋਕਾਂ ਦਾ ਕੋਈ, ਕਿਹੜੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਜੀ।
ਇੱਥੇ ਕਿੱਥੇ ਹਿਊਮਨ ਰਾਈਟਸ ਹੈਗਾ, ਕਿੱਥੇ ਉਹਨਾਂ ਨੂੰ ਨਿਆਂ ਮਿਲਿਆ, ਹੈ ਨਾ। ਉਹ ਹੁਣ ਅਨਿਆਂ ਵਾਲੇ ਪਾਸੇ ਵੱਧਦਾ ਜਾ ਰਿਹਾ, ਇਨਜਸਟਿਸ ਹੈ, ਜਸਟਿਸ ਨਹੀਂ ਮਿਲਿਆ ਉਹਨਾਂ ਨੂੰ। ਔਰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੋ ਵੱਡੇ ਵੱਡੇ ਅਹੁਦੇ ਤੇ ਬੈਠੇ ਨੇ ਉਹਨਾਂ ਕੋਲ ਸਾਰੀਆਂ ਸਹੂਲਤਾਂ ਨੇ ਜੀ, ਉਹਨਾਂ ਕੋਲ ਸਾਰੀਆਂ ਫੈਸਿਲਿਟੀਆਂ ਨੇ, ਠੀਕ ਹੈ ਨਾ। ਹਾਂ। ਔਰ ਇਹ ਸਾਰੀਆਂ ਫੈਸਿਲਿਟੀਆਂ ਆਉਂਦੀਆਂ ਕਿੱਥੋਂ ਨੇ? ਪਬਲਿਕ ਮਨੀ, ਹਾਂ। ਟੈਕਸ ਮਨੀ। ਔਰ ਸਾਰੇ ਜਿਹੜੇ ਰਾਜਨੇਤਾ ਨੇ ਜਿਹੜੇ ਪਾਵਰ ਦੇ ਵਿੱਚ ਨੇ ਉਹ ਇਸ ਨੂੰ ਇੰਜੋਏ ਕਰਦੇ ਨੇ, ਬਿਲਕੁਲ। ਠੀਕ ਹੈ ਨਾ। ਉਹਨਾਂ ਕੋਲ ਹਰ ਚੀਜ਼ ਹੈ ਇੰਜੋਇਮੈਂਟ ਦੀ, ਔਰ ਉਹ ਆਪਣੀ ਜ਼ਿੰਦਗੀ ਦਾ ਲੁਤਫ ਲੈ ਰਹੇ ਨੇ। ਉਹਨਾਂ ਦੇ ਬੱਚੇ ਵੀ ਲੁਤਫ ਲੈ ਰਹੇ ਨੇ, ਕਿਤੇ ਬਾਹਰ ਪੜ੍ਹਨ ਜਾਂਦੇ ਨੇ, ਕਿਤੇ ਬਾਹਰ ਮੈਚ ਦੇਖਣ ਜਾਂਦੇ ਨੇ। ਔਰ ਆਮ ਲੋਕ ਤੁਹਾਨੂੰ ਪਤਾ ਹੀ ਹੈ ਜਿਸ ਹਾਲਤ ਵਿੱਚ ਹੈਗੇ ਨੇ। ਔਰ ਇਹ ਸਭ ਪਬਲਿਕ ਮਨੀ ਤੋਂ ਤਾਂ ਆਉਂਦਾ ਹੀ ਹੈ, ਨਾਲ ਕਰਜ਼ੇ ਵੀ ਲੈਣੇ ਪੈਂਦੇ ਨੇ, ਥਾਂ ਥਾਂ ਤੋਂ ਕਰਜ਼ੇ। ਭਾਰਤ ਦੇ ਉੱਤੇ ਬੜਾ ਕਰਜ਼ਾ, ਠੀਕ ਹੈ, ਉਹ ਇੰਟਰਨਲ ਹੈ। ਜਿਹੜੀਆਂ ਭਾਰਤ ਦੇ ਅੰਦਰ ਬੈਂਕਸ ਨੇ ਜਾਂ ਅੰਦਰ ਏਜੰਸੀਜ਼ ਨੇ ਉਹਨਾਂ ਤੋਂ ਲਿੱਤਾ। ਬਾਹਰ ਦਾ ਕਰਜ਼ਾ ਘੱਟ ਹੈ ਪਰ ਕਰਜ਼ਾ ਤੇ ਹੈਗਾ, ਔਰ ਉਹਦਾ ਇਕਨੋਮੀ ਦੇ ਉੱਤੇ ਅਸਰ ਪੈਂਦਾ, ਕਦੀ ਬੈਂਕ ਰੇਟਸ ਦੇ ਉੱਤੇ, ਪਬਲਿਕ ਦੀ ਮਨੀ ਦੇ ਉੱਤੇ, ਕਿ ਜਿਨ੍ਹਾਂ ਨੇ ਬੈਂਕਸ ਦੇ ਵਿੱਚ ਪੈਸਾ ਰੱਖਿਆ ਹੋਇਆ ਉਹਨਾਂ ਨੂੰ ਇੰਟਰਸਟ ਰੇਟ ਦੇ ਉੱਤੇ ਸਾਰਾ ਫਰਕ ਤਾਂ ਪੈਂਦਾ ਹੈ। ਹੁਣ ਇਹ ਜਿਹੜਾ ਕਰਜ਼ਾ ਹੈ ਇਹ ਹਰ ਸਟੇਟ ਦੇ ਉੱਤੇ ਵੀ ਹੈ, ਸਾਡੇ ਦੇਸ਼ ਦੇ ਉੱਤੇ ਵੀ ਹੈ, ਔਰ ਪੰਜਾਬ ਦੇ ਉੱਤੇ ਵੀ ਬਹੁਤ ਜ਼ਿਆਦਾ ਕਰਜ਼ਾ ਹੈ। ਔਰ ਇਸ ਕਰਜ਼ੇ ਨੂੰ ਲੈ ਕੇ ਹੁਣ ਜਿਹੜਾ ਹੈ ਵਿਰੋਧੀ ਧਿਰਾਂ ਤੇ ਸਰਕਾਰ ਆਮੋ ਸਾਹਮਣੇ ਹੋ ਗਈ ਹੈ ਪੰਜਾਬ ਦੇ ਵਿੱਚ ਕਿ ਇਹ ਜਿਹੜਾ ਕਰਜ਼ਾ ਹੈ ਇਹਦਾ ਕਰੀਏ ਤੇ ਕੀ ਕਰੀਏ। ਜੋ ਹੁਣ ਐਟ ਪ੍ਰੈਜ਼ੈਂਟ ਆਪ ਸਰਕਾਰ ਹੈ ਇਹ ਕਹਿੰਦੀ ਹੈ ਕਿ ਸਾਡੀਆਂ ਪੁਰਾਣੀਆਂ ਸਰਕਾਰਾਂ ਨੇ ਇੰਨੇ ਕਰਜ਼ੇ ਲਿੱਤੇ ਨੇ ਤੇ ਅਸੀਂ ਤਾਂ ਉਹੀ ਉਤਾਰਨ ਤੇ ਲੱਗੇ ਹੋਏ ਹਾਂ, ਉਹੀ ਵਿਆਜ ਮੋੜਨ ਤੇ ਲੱਗੇ ਹੋਏ ਹਾਂ, ਉਹੀ ਮੂਲ ਧਨ ਮੋੜਨ ਤੇ ਲੱਗੇ ਹੋਏ ਹਾਂ। ਸਾਡਾ ਆਪਣਾ ਕਰਜ਼ਾ ਤੇ ਬਹੁਤ ਘੱਟ ਹੈ। ਪੁਰਾਣੀਆਂ ਸਰਕਾਰਾਂ ਨੇ ਸਾਡੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਲੱਦੀ ਹੋਈ ਹੈ, ਅਸੀਂ ਉਹੀ ਚੁੱਕੀ ਫਿਰਦੇ ਹਾਂ। ਇਹ ਹੁਣ ਇਹ ਝਗੜੇ ਜਿਹੜੇ ਖੜੇ ਹੋ ਗਏ ਨੇ ਇਹਦਾ ਕੀ ਇਲਾਜ ਕਰੀਏ? ਹਾਂ, ਇਹ ਹੁਣ ਪੰਜਾਬ ਗੌਰਮੈਂਟ ਜਿਹੜੀ ਮੌਜੂਦਾ ਹੈਗੀ ਆਪ ਸਰਕਾਰ, ਇਹਨਾਂ ਦੇ ਸਿਰ ਤੇ ਇਸ ਵੇਲੇ 50,000 ਕਰੋੜ ਤੋਂ ਵੱਧ ਦਾ ਕਰਜ਼ਾ ਹੈਗਾ। ਔਰ ਇਹ ਕਰਜ਼ਾ ਜਿਹੜਾ ਹੈਗਾ ਇਹਦੇ ਵਿੱਚ ਇਹਨੂੰ ਡਿਵਾਈਡ ਕਰ ਲਓ ਤੇ ਸਾਰੇ ਸਾਡੇ ਜਿਹੜੇ ਨਾਗਰਿਕ ਨੇ ਇਹਨਾਂ ਦੇ ਸਿਰ ਦਾ ਹੀ ਇਹ ਕਰਜ਼ਾ ਹੈਗਾ। ਇਹਨਾਂ ਤੇ ਟੈਕਸ ਲੱਗਣੇ, ਇਹਨਾਂ ਤੇ ਹੀ ਸਾਰਾ ਕੁਝ ਹੈ। ਜੇ ਪੈਸਾ ਵੀ ਇਕੱਠਾ ਕੀਤਾ ਤੇ ਸਰਕਾਰ ਨੇ ਕੋਈ ਖੇਤੀਬਾੜੀ ਕਰਕੇ ਨਹੀਂ ਕੀਤਾ, ਲੋਕਾਂ ਦਾ ਪੈਸਾ ਹੈਗਾ। ਔਰ ਜਦੋਂ ਇਹਨਾਂ ਦੀ ਪਬਲਿਸਿਟੀ ਹੁੰਦੀ ਆ, ਜਦੋਂ ਇੱਕ ਇਹਨਾਂ ਨੇ ਹੁਣੇ ਸਨਅਤ ਦੀ ਮੀਟਿੰਗ ਰੱਖੀ ਸੀ ਜਲੰਧਰ ਵਿੱਚ, ਅੰਮ੍ਰਿਤਸਰ ਵਿੱਚ, ਹਰ ਸੜਕ 'ਤੇ, ਹਰ ਚੌਕ ਚੁਰਾਹੇ 'ਤੇ ਉਹਨਾਂ ਦੇ ਵੱਡੇ ਫਲੈਕਸ, ਵੱਡੇ ਬੋਰਡ ਲੱਗੇ ਸੀਗੇ ਕਿ ਉਹਨਾਂ ਦੀ ਜਿਹੜੀ ਸਲਾਹ ਹੈਗੀ ਹੈ। ਇਹਦਾ ਸੋਸ਼ਲ ਮੀਡੀਆ ਦਾ ਕਿਉਂ ਨਹੀਂ ਯੂਜ਼ ਕਰਦੇ? ਜਦੋਂ ਕਿ ਪੈਸਾ ਲਾ ਕੇ ਚੌਂਕ ਚੁਰਾਹਿਆਂ 'ਤੇ ਲਾ ਰਹੇ ਆ, ਵੀਡੀਓ 'ਤੇ, ਆਡੀਓ 'ਤੇ, ਲਿਖਣ 'ਤੇ, ਔਰ ਗੱਡੀਆਂ ਚੱਲ ਰਹੀਆਂ ਪੈਟਰੋਲ 'ਤੇ, ਔਰ ਉਹਦੇ ਵਿੱਚ ਜੋ ਕੁਛ ਸਰਕਾਰ ਦੀ ਇਕੋਨਮੀ ਆ ਉਹਨੂੰ ਇਹ ਬਿਲਕੁਲ ਅਸਥਿਰ ਕਰ ਰਿਹਾ, ਉਹਨੂੰ ਸਟੇਬਿਲਟੀ ਤੋਂ ਸਾਈਡ 'ਤੇ ਕਰ ਰਿਹਾ। ਇਹੀ ਗੱਲ ਜਿਹੜੀ ਹੈਗੀ ਆ ਹੁਣ ਸਾਹਮਣੇ ਆ ਗਈ ਆ ਕਿ ਜਿਹੜਾ 50,000 ਕਰੋੜ ਕਰਜ਼ਾ ਹੈਗਾ ਇਹ ਕਿਹਨੇ ਮੋੜਨਾ ਹੈਗਾ। ਹੁਣ ਉਹ 'ਚ ਜਿਹੜਾ ਵਿੱਤ ਮੰਤਰੀ ਨੇ ਹਰਪਾਲ ਚੀਮਾ ਜੋ ਕਹਿੰਦੇ ਅਸੀਂ ਇਹਦਾ ਵਿਆਜ ਦੇ ਰਹੇ ਹਾਂ, ਪੈਸੇ ਦਾ ਸਾਡੇ ਕੋਲ ਸਿਰਫ ਵਿਆਜ ਹੀ ਦਿੱਤਾ ਜਾਂਦਾ, ਮੂਲ ਅਜੇ ਉਸੇ ਤਰ੍ਹਾਂ ਦਾ ਹੀ ਪਿਆ ਹੈਗਾ। ਹੁਣ ਇਹਨਾਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੀ ਰੁਜ਼ਗਾਰ ਦੇਣਾ? ਜੇ ਉਹਨਾਂ ਨੂੰ ਕਿੱਥੋਂ ਤਨਖਾਹ ਦੇਣਗੇ? ਜਿਹੜੇ ਨਿਯੁਕਤੀ ਪੱਤਰ ਦੇ ਰਹੇ ਆ, ਲੈਟਰ ਦੇ ਰਹੇ ਆ। ਔਰ ਨੌਜਵਾਨਾਂ ਨੇ ਇਹ ਵੀ ਕਹਿਤਾ ਕਿ ਜਿਹੜੇ ਮੁੰਡੇ ਸਾਡੇ ਇੱਥੇ ਨੌਜਵਾਨ ਤੁਰੇ ਫਿਰਦੇ ਆ, ਵਿਹਲੇ ਹੈਗੇ ਆ, ਉਹ ਨਸ਼ੇ ਵੱਲ ਗ੍ਰਸਤ ਹੋ ਰਹੇ ਆ ਅਤੇ ਦੇ ਰਹੇ ਆ ਜੋਬ ਹਿਮਾਚਲ ਦੇ ਮੁੰਡਿਆਂ ਨੂੰ, ਹਰਿਆਣਾ ਦੇ ਮੁੰਡਿਆਂ ਨੂੰ। ਹੁਣੇ ਕੁਝ ਇੰਸਪੈਕਟਰ ਦੀਆਂ ਪੋਸਟਾਂ ਸੀਗੀਆਂ, ਉਹਨਾਂ ਨੂੰ ਜਿਹੜੇ ਆ ਅਪਾਇੰਟਮੈਂਟ ਲੈਟਰ ਉਹਨਾਂ ਨੂੰ ਬਣ ਦਿੱਤੇ ਆ। ਔਰ ਉਹਦੇ ਵਿੱਚ ਕੁਝ ਟੀਚਰ ਵੀ ਨੇ, ਉਹਦੇ ਵਿੱਚ ਕੁਝ ਪੁਲਿਸ ਦੇ ਅਧਿਕਾਰੀ ਵੀ ਹੈਗੇ ਆ। ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਸਿਸਟਮ ਵਿੱਚ ਜਿਹੜਾ ਥੋੜ੍ਹਾ ਜਿਹਾ ਨਾ ਬਣਤਰ ਜਿਹੜੀ ਹੈਗੀ ਉਹ ਵਿਗੜੀ ਪਈ ਹੈ। ਜਿਹੜਾ ਕਿ ਪੈਸਾ ਤੁਸੀਂ ਲੈ ਰਹੇ ਜਿਹਨੂੰ ਚੰਗੇ ਥਾਂ 'ਤੇ ਵਰਤ ਲਓ, ਉਹਨੂੰ ਚੰਗੇ ਜਿੱਥੇ ਲੋੜ ਹੈਗੀ ਆ। ਜਿਹੜੇ ਸਕੂਲ ਤੁਹਾਡੇ ਆਲਰੇਡੀ ਚੱਲ ਰਹੇ ਆ, ਐਮੀਨੈਂਸ ਸਕੂਲ ਦਾ ਜਾਂ ਸਮਾਰਟ ਸਕੂਲ ਦਾ ਕੀ ਮਤਲਬ? ਟੀਚਰ ਤਾਂ ਉਹੀ ਰਹਿਣੇ। ਬਿਲਡਿੰਗ ਵੱਡੀ ਬਣਨ ਨਾਲ ਨਹੀਂ ਪੜ੍ਹਾਈ ਆਉਂਦੀ ਬੱਚਿਆਂ ਨੂੰ। ਅੱਗੇ ਉਹ ਬੱਚੇ ਜਿਹੜੇ ਬ੍ਰਿਗੇਡੀਅਰ ਲੋਕ ਬਣੇ ਆ, ਜਿਹੜੇ ਜਨਰਲ ਬਣੇ ਆ, ਜਿਹੜੇ ਵੱਡੇ ਕਮਾਂਡਰ ਬਣੇ ਆ, ਉਹ ਪਿੱਪਲਾਂ ਦੇ ਬੋੜਾਂ ਦੀਆਂ ਛਾਵਾਂ ਥੱਲੇ ਹੀ ਬਹਿ ਕੇ ਪੜ੍ਹ ਕੇ ਵੱਡੇ ਅਫਸਰ ਬਣ ਗਏ। ਟੀਚਰ ਅੱਛਾ ਹੋਣਾ ਚਾਹੀਦਾ, ਮਾਹੌਲ ਅੱਛਾ ਹੋਣਾ ਚਾਹੀਦਾ। ਰਵਿੰਦਰਨਾਥ ਟੈਗੋਰ ਦਾ ਜਿਹੜਾ ਸ਼ਾਂਤੀ ਨਿਕੇਤਨ ਆ ਬਾਹਰ ਓਪਨ ਨਹੀਂ ਰੱਖਿਆ ਉਹਨਾਂ ਨੇ। ਵੱਡੀਆਂ ਬਿਲਡਿੰਗਾਂ ਨਾਲ, ਹਵਾਦਾਰ ਵੱਡੇ ਖੁੱਲ੍ਹੇ ਕਮਰੇ ਬਣਾਉਣ ਨਾਲ, ਏਸੀ ਰੂਮ 'ਚ ਨਹੀਂ ਜ਼ਿਆਦਾ ਪੜ੍ਹਾਈ ਆਉਂਦੀ। ਪੜ੍ਹਾਉਣ ਵਾਲੇ ਅੱਛੇ ਹੋਣੇ ਚਾਹੀਦੇ। ਇਹਨਾਂ ਨੇ ਇੱਕ ਡਿਸੀਜਨ ਲਿਆ ਸੀ ਜਿਹਦੇ ਵਿੱਚ ਸਿੰਗਾਪੁਰ 'ਚ ਹੁਣ 150 ਤੋਂ ਉੱਪਰ ਫਿਰ ਹੈਡਮਾਸਟਰ ਔਰ ਉਹਦੇ ਵਿੱਚ ਕੁਛ ਹੈਡ ਟੀਚਰ ਅਤੇ ਪ੍ਰਿੰਸੀਪਲ ਭੇਜੇ ਆ। ਇਹਨਾਂ ਨੂੰ ਇਹ ਨਹੀਂ ਪਤਾ ਉਹ ਟਾਈਮ ਟੇਬਲ ਬਣਾਉਂਦੇ ਆ, ਪੜ੍ਹਾਉਣ ਵਾਲੇ ਟੀਚਰ ਆ ਥੱਲੇ। ਜਿੱਦਾਂ ਕੋਈ ਪੋਲੀਟੀਕਲ ਸਾਇੰਸ ਦਾ, ਇੰਗਲਿਸ਼ ਦਾ, ਮੈਥ ਦਾ, ਹੈ ਨਾ, ਕੋਈ ਜਿਹੜੇ ਹੈਗੇ ਆ ਹਿੰਦੀ ਦਾ, ਜਿਹੜੇ ਟੀਚਰ ਨੇ ਲੈਂਗੁਏਜ ਦੇ, ਉਹਨਾਂ ਨੂੰ ਭੇਜੋ ਜਿਹੜੇ ਸਿੱਖ ਕੇ ਆਉਣ ਉੱਥੋਂ ਮੈਥਡ ਆਫ ਟੀਚਿੰਗ ਦੇ ਜਿਹੜੇ ਨਵੇਂ ਫਾਰਮੂਲੇ ਉਹ ਸਿੱਖ ਕੇ ਆਉਣ। ਪ੍ਰਿੰਸੀਪਲ ਨੇ ਤਾਂ ਆ ਕੇ ਦੱਸਣਾ ਜਾਂ ਲੈਕਚਰ ਕਰ ਦੂਗਾ, ਜਾ ਕੇ ਉੱਥੇ ਉਹਨਾਂ ਦਾ ਟਾਈਮ ਟੇਬਲ ਬਣਾ ਦੂਗਾ। ਜਿਹੜੇ ਪ੍ਰੈਕਟੀਕਲ ਤੌਰ 'ਤੇ ਪੜ੍ਹਾਉਣ ਵਾਲੇ ਉਹ ਮਾਸਟਰ ਨੇ, ਔਰ ਉਹਦੇ ਵਿੱਚ ਜਿਹੜੀਆਂ ਟੀਚਰਸ ਕੁੜੀਆਂ ਨੇ ਉਹਨਾਂ ਨੂੰ ਭੇਜਣਾ ਚਾਹੀਦਾ ਕਿ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਸਲਾਹ ਮਸ਼ਵਰਾ ਦੇਣ ਵਾਲੇ ਵੀ ਬੰਦੇ ਮੇਰੇ ਖਿਆਲ ਉੱਦਾਂ ਦੇ ਹੈਗੇ ਆ। ਔਰ ਹੌਲੀ ਸਹੂਲਤਾਂ ਹੋਈਆਂ, ਪਰ ਸਹੂਲਤਾਂ ਦੇ ਪਿੱਛੇ ਜਿਹੜਾ ਪਿਛੋਕੜ ਹੈ ਅੱਜ ਪਤਾ ਲੱਗ ਗਿਆ ਕਿ ਕਰਜ਼ਾਈ ਹੈ ਸਾਡਾ ਸੂਬਾ ਸਾਰਾ ਪੰਜਾਬ।
ਔਰ ਪੈਸਾ ਕਿੱਥੋਂ ਆਉਣਾ ਕੱਲ੍ਹ ਨੂੰ? ਪੈਸਾ NRI ਵੀਰ ਤਾਂ ਜਿਹੜੇ ਦਿੰਦੇ ਆ, ਜਿਹੜੇ NRI ਦਿੰਦੇ ਆ, ਉਹ ਰਾਹ ਗਲੀਆਂ ਨਾਲੀਆਂ ਜਾਂ ਪੁਲ ਬਣਨ ਲਈ ਜਾਂ ਪਿੰਡਾਂ ਦੇ ਮੂੰਹ ਮਹਾਂਦੇ ਜਾਂ ਸਕੂਲਾਂ ਨੂੰ ਬਣਾਉਣ ਲਈ ਦੇ ਦਿੰਦੇ ਆ। ਇਹਨਾਂ ਨੂੰ ਇਹ ਪੁੱਛਣਾ ਚਾਹੀਦਾ, ਜਿਹੜੇ ਹੁਣ ਅੰਮ੍ਰਿਤਸਰ ਸਕੂਲ ਬਣਾਇਆ ਸੀਗਾ ਰਣਜੀਤ ਨਗਰ ਦੇ ਵਿੱਚ, ਉਹਦੇ ਵਿੱਚ ਜਿਹੜੇ ਉੱਥੋਂ ਦੇ MLA ਨੇ, ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਇਹ ਗਲਤ ਕੀਤਾ ਹੈਗਾ, ਸਕੂਲ ਵੀ ਉਹੀ ਆ, ਬਿਲਡਿੰਗ ਵੀ ਉਹੀ ਆ, ਟੀਚਰ ਵੀ ਉਹੀ ਆ, ਤੇ ਨਾ ਹੀ ਨਵਾਂ ਰੱਖ ਲਿਆ। ਐਗਜ਼ੈਕਟਲੀ ਗੱਲਾਂ ਇਹ ਨੇ ਨਾ, ਜੇ ਪੁੱਛੋ ਤੁਹਾਡੀ ਐਗਰੀਕਲਚਰ ਪਾਲਿਸੀ, ਕੋਈ ਸੋਲਿਡ ਜਵਾਬ ਨਹੀਂ ਹੈ। ਨਹੀਂ ਹੈ। ਤੁਹਾਡੀ ਇੰਡਸਟਰੀਅਲ ਪਾਲਿਸੀ, ਜੀ। ਕੋਈ ਸੋਲਿਡ ਜਵਾਬ ਨਹੀਂ ਹੈ। ਬਿਲਕੁਲ। ਤੁਹਾਡੀ ਇਕਨੋਮੀ ਦਾ ਜੋ ਸਟਰਕਚਰ ਹੈ, ਉਹਦੇ ਵਾਸਤੇ ਕੀ ਤੁਸੀਂ ਪਲੈਨਿੰਗ ਕਰ ਰਹੇ ਹੋ, ਕੀ ਸਟ੍ਰੈਟਜੀ ਹੈ, ਕੋਈ ਸੋਲਿਡ ਜਵਾਬ ਨਹੀਂ ਹੈ। ਇੱਕ ਜਰਨਲ ਗੱਲ, ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ, ਕਿੱਦਾਂ? ਗੱਲਾਂ ਨਾਲ ਕਿੱਦਾਂ ਬਣਾਉਣਾ ਹੈ? ਕੋਈ ਇਨਵੈਸਟ ਕਰਨ ਨੂੰ ਤਿਆਰ ਨਹੀਂ। ਇਨਵੈਸਟਰ ਕਿਉਂ ਆਏਗਾ? ਬਿਲਕੁਲ। ਤੁਸੀਂ ਸਨਅਤਕਾਰਾਂ ਦੀ ਮੀਟਿੰਗ ਸੱਦ ਲਈ, ਉਹਦੇ ਉੱਤੇ ਵੀ ਪੋਸਟਰ ਲਗਾ ਕੇ ਥਾਂ ਦੇ ਉੱਤੇ ਪਬਲਿਸਿਟੀ ਕਰ ਦਿੱਤੀ ਕਿ ਅਸੀਂ ਸਨਅਤਕਾਰਾਂ ਦੀ ਮੀਟਿੰਗ ਸੱਦੀ ਹੈ। ਰਿਜ਼ਲਟ ਕੀ ਹੈ? ਇਨਵੈਸਟਰ ਕਿੱਥੇ ਹੈ? ਕੋਈ ਇਨਵੈਸਟ ਕਿਉਂ ਕਰੇ? ਹੁਣ ਤੁਸੀਂ ਦੇਖੋ, ਤੁਸੀਂ ਆਪਣਾ ਮਾਲ ਵੇਚਣਾ ਹੈ ਮਾਰਕੀਟ ਦੇ ਵਿੱਚ, ਜਿਹਨੇ ਖਰੀਦਣਾ ਉਹਨੂੰ ਅੱਗੋਂ ਪੁੱਛਣਾ ਹੀ ਹੈ ਵੀ ਮੈਂ ਤੁਹਾਡਾ ਮਾਲ ਕਿਉਂ ਖਰੀਦਾਂ, ਸਹੀ ਗੱਲ, ਕਿਉਂ ਪੈਸਾ ਲਾऊं, ਉਹਨੂੰ ਕੀ ਫਾਇਦਾ? ਉਹਨੂੰ ਜਦੋਂ ਤੱਕ ਉਹਨੂੰ ਫਾਇਦਾ ਨਹੀਂ ਦਿਖੇਗਾ, ਸਟੇਟ ਦੇ ਵਿੱਚ ਕੌਣ ਇਨਵੈਸਟ ਕਰੇਗਾ? ਮਾਹੌਲ ਸਾਹਮਣੇ ਹੈ, ਪੋਲੀਟੀਕਲ ਮਾਹੌਲ ਸਾਹਮਣੇ ਹੈ, ਕਿੱਦਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗੇ ਹੋਏ ਨੇ, ਕੀ ਬੋਲਦੇ ਨੇ। ਅਸੀਂ ਆਮ ਜ਼ਿੰਦਗੀ ਦੇ ਵਿੱਚ ਕਦੀ ਇਦਾਂ ਦੀ ਗੱਲ ਨਹੀਂ ਕਰਦੇ। ਜਿਹੜੀ ਇਹ ਪੋਲੀਟੀਕਲ ਲੋਕ ਪੋਲੀਟੀਕਲ ਸਟੇਜ ਦੇ ਉੱਤੋਂ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ, ਇੰਨੀ ਮਰਿਆਦਾ ਤੋਂ ਗਿਰੀ ਹੋਈ ਭਾਸ਼ਾ, ਤੂੰ ਤੜਾਕ। ਇਹ ਕੀ ਐਗਜ਼ਾਮਪਲ ਸੈੱਟ ਕਰਦੇ ਪਏ? ਇਨ ਐਡੀਸ਼ਨ ਮੈਂ ਇਜ਼ਾਫਾ ਕਰਨਾ ਚਾਹੁੰਦਾ ਕਿ ਜੇ ਅਸੀਂ ਪੰਜਾਬ ਦੀ ਖੇਤੀਬਾੜੀ ਦੀ ਗੱਲ ਕਰੀਏ, ਪੰਜਾਬ ਦਾ ਕਿਸਾਨ ਜਿੱਥੇ ਇਸ ਵੇਲੇ ਖੜਾ ਹੈਗਾ, ਪਹਿਲਾਂ ਤਾਂ ਅੰਦੋਲਨ 'ਚ 2-4 ਹੁੰਦਾ ਰਿਹਾ, ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਸਮਰਥਨ ਮੁੱਲ ਸੀਗਾ ਉਹ ਪੂਰਾ ਨਹੀਂ ਮਿਲਿਆ, ਔਰ ਉਹ ਖੇਤੀਬਾੜੀ ਦੀ ਜਿਹੜੀ ਜ਼ਮੀਨ ਆ ਸਾਰੇ ਕਿਸਾਨ ਵੇਚੀ ਜਾ ਰਹੇ ਆ, ਔਰ ਵੇਚਣ ਤੋਂ ਬਾਅਦ ਮੁੰਡੇ ਬਾਹਰਲੇ ਦੇਸ਼ਾਂ ਵਿੱਚ ਭੇਜ ਰਹੇ ਆ, ਔਰ ਵੇਚਣ ਤੋਂ ਬਾਅਦ ਜਿਹੜੀ ਇਸੇ ਕਰਕੇ ਜਿਹੜੇ ਵੱਡੇ ਧਨਾੜ ਨੇ ਉਹਨਾਂ ਨੂੰ ਪਤਾ ਲੱਗਾ ਕਿ ਪੰਜਾਬ 'ਚ ਜ਼ਮੀਨ ਵਿਕ ਰਹੀ ਹੈ, ਉਹਨਾਂ ਨੇ ਇਸੇ ਕਰਕੇ ਇੱਕ ਕਾਨੂੰਨ ਉਹਨਾਂ ਨੂੰ ਕਹਿਤਾ ਕੇਂਦਰ ਨੂੰ ਕਿ ਕਾਨੂੰਨ ਬਣਾ ਦਿਓ, ਔਰ ਉਹ ਕਾਨੂੰਨ ਦੇ ਵਿੱਚ 3 ਜਿਹੜੀਆਂ ਧਾਰਾ ਸੀਗੀਆਂ ਲੱਗਦੀਆਂ ਸੀਗੀਆਂ। ਜ਼ਮੀਨ ਉਹ ਖਰੀਦ ਸਕਦੇ ਆ, ਪੱਟੇ ਤੇ ਉਹ ਲੈ ਸਕਦੇ ਆ। ਜੇ 99 ਸਾਲ ਦਾ ਪੱਟਾ ਲੈ ਲਿਆ ਤਾਂ ਪੈਸੇ ਮੁੜ ਕੇ ਕਿਹਨੇ ਮੋੜਨੇ ਆ? ਉਹਨੇ ਦੇਰ ਤੱਕ ਜਿਹਨੇ ਪੱਟਾ ਲੈਣ ਦੇਣਾ ਸੀ ਉਹ ਵਿਚਾਰਾ ਖਤਮ ਹੀ ਹੋ ਜਾਂਦਾ। ਇਹ ਚੀਜ਼ਾਂ ਪੰਜਾਬ ਦੀ ਜਿਹੜੀ ਆ ਖੇਤੀਬਾੜੀ, ਇਸ ਨੂੰ ਥੋੜ੍ਹਾ ਜਿਹਾ ਡਾਊਨ ਕਰਨ ਲਈ, ਇਹਨੂੰ ਥੋੜ੍ਹਾ ਜਿਹਾ ਇਸ ਤਰੀਕੇ ਵੱਲ ਲਿਜਾਣ ਲਈ ਕਿ ਇੱਥੋਂ ਦੇ ਲੋਕ ਕਰਜ਼ਾਈ ਹੋ ਜਾਣ। ਇਹਨਾਂ ਨੂੰ ਕਰਜ਼ਾਈ ਕਰਦੀ ਪੰਜਾਬ ਗੌਰਮੈਂਟ ਆਪ ਵੀ ਕਰਜ਼ਾਈ ਹੋ ਗਈ ਆ। ਹੁਣ ਜਿਹੜਾ ਕਰਜ਼ਾ ਇਹਨਾਂ ਦੇ ਸਿਰ ਹੈਗਾ, ਫਿਰ ਕੱਲ੍ਹ ਨੂੰ ਕਿਸਾਨਾਂ 'ਤੇ, ਮਜ਼ਦੂਰਾਂ 'ਤੇ, ਲੋਕਾਂ 'ਤੇ ਟੈਕਸ ਲਾਉਣਗੇ ਪੈਸਾ ਇਕੱਠਾ ਕਰ ਲਈ, ਕਿਉਂਕਿ ਇਹਨਾਂ ਦਾ ਜੇ 4.5 ਸਾਲ ਦੇ ਕਰੀਬ ਪਿਆ ਸਮਾਂ, ਔਰ ਕਰਜ਼ਾਈ ਪਹਿਲੋਂ ਹੋ ਗਿਆ। ਪੈਸੇ ਤੋਂ ਬਗੈਰ ਗੱਲ ਨਹੀਂ ਬਣਨੀ। ਉਹਦੇ ਗੱਲਾਂ ਜੇ ਪੂਰੇ ਗੱਲੇ 'ਚ ਪੈਸਾ ਹੈਗਾ ਤਾਂ ਫਿਰ ਹੀ ਤੁਸੀਂ ਤਜਵੀਜ਼ਾਂ ਅਤੇ ਪਲਾਨਿੰਗ ਬਣਾਓ। ਜਦੋਂ ਪੈਸਾ ਹੀ ਤੁਹਾਡੇ ਪੱਲੇ ਨਹੀਂ ਤਾਂ ਫਿਰ ਤੁਸੀਂ ਕੀ ਕਰਨਾ ਹੈਗਾ? ਜੇ ਖੁਸ਼ਹਾਲੀ ਜਿਹੜੀ ਹੈਗੀ ਗੱਲਾਂ ਨਾਲ ਨਹੀਂ ਆਉਂਦੀ ਹੁੰਦੀ। ਹੁਣ ਇਹ 50,000 ਕਰੋੜ ਜਿਹੜਾ ਕਿਸ ਤਰ੍ਹਾਂ ਮੋੜਨਗੇ, ਕਿੱਥੋਂ ਆਉਣਗੇ? NRI ਵੀਰਾਂ ਨਾਲ ਮੀਟਿੰਗ ਕਰਨ ਜਾਂ ਜਾਣ, ਉੱਥੇ ਬਾਹਰਲੇ ਦੇਸ਼ਾਂ ਜਾਣ, ਗੱਲਬਾਤ ਕਰਨ। ਪਹਿਲਾਂ ਤਾਂ ਜਿਹੜਾ ਇਸ ਵੇਲੇ ਪੁਆੜਾ ਪਿਆ ਹੈਗਾ ਕੈਨੇਡਾ ਦਾ ਔਰ ਵਰਸਸ ਇੰਡੀਆ ਦਾ, ਇਹਨੂੰ ਨਿਬੇੜਨ ਲਈ ਵੀ ਪੰਜਾਬ ਦੀ ਜਿਹੜੀ ਸਰਕਾਰ, ਇਹਨਾਂ ਨੂੰ ਉਹਦੇ ਵਿੱਚ ਕੰਟਰੀਬਿਊਟ ਕਰਨਾ ਚਾਹੀਦਾ। ਸੈਂਟਰਲ ਗੌਰਮੈਂਟ ਨਾਲ ਗੱਲਬਾਤ ਕਰਨੀ ਚਾਹੀਦੀ ਆ। ਇਸ ਪਾਸੇ ਦੂਜੇ ਜਿਹੜੇ ਰੌਲੇ ਰੱਪੇ ਵਾਲੇ ਪਾਸੇ ਘੱਟ ਜਾਣ, ਕਿਉਂਕਿ ਬਹੁਤੇ ਲੋਕ ਪੰਜਾਬੀ ਬੈਠੇ ਉੱਥੇ। ਹੁਣ ਮੈਂ ਤੁਹਾਨੂੰ ਦੱਸਿਆ ਨਾ ਕਿ ਇਸ ਵੇਲੇ ਰੈਸਟੋਰੈਂਟ ਬੰਦ ਹੋ ਰਹੇ ਆ, ਜਿੰਨੇ ਵੀ ਮੈਰਿਜ ਪੈਲੇਸ ਆ ਉਹ ਵੀ ਪੈਸਾ ਉਹਨਾਂ ਦਾ ਵਾਪਸ ਲਿਆ ਹੈਗਾ। ਬੱਚਿਆਂ ਨੇ, ਮੁੰਡਿਆਂ ਤੇ ਕੁੜੀਆਂ ਦੇ ਵਿਆਹ ਕਰਨੇ ਸੀ, ਉਹ ਵੀ ਵਿਚਾਰੇ ਰੁਕੇ ਪਏ ਆ। ਔਰ ਸੁਖਬੀਰ ਬਾਦਲ ਨੇ ਕਹਿਤਾ ਕਿ ਜਿਹੜੀ ਇਹ ਤਣਾਅ ਹੈਗਾ ਉਹਦੇ ਵਿੱਚ ਸਾਰਾ ਪੰਜਾਬ ਵੀ ਗ੍ਰਸਤ ਹੋ ਗਿਆ। ਇਸ ਕਰਕੇ ਹੋ ਗਿਆ ਕਿ ਉਹ ਕਹਿੰਦਾ ਵੀ ਸਾਡੇ ਬਹੁਤ ਪੰਜਾਬੀ ਉੱਥੇ ਆ, ਇਹਨਾਂ ਨੂੰ ਫੋਨ ਆਏ ਹੋਣਗੇ ਕਿ ਅਸੀਂ ਕੀ ਕਰੀਏ ਹੁਣ, ਪੰਜਾਬ 'ਚ ਕਿੱਦਾਂ ਆਈਏ? ਕਿਉਂਕਿ ਜਿਹੜੇ NRI ਵੀਰ ਨੇ ਉੱਥੇ ਬੈਠੇ, ਜਿਹੜੇ ਸਿਟੀਜ਼ਨ ਨੇ, ਉਹਨਾਂ ਦੀ ਐਂਟਰੀ ਤੇ ਬੈਨ ਲਾਤਾ ਇੰਡੀਅਨ ਗਵਰਨਮੈਂਟ। ਮੈਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਹੀ ਗੱਲ ਕੀਤੀ ਹੈ ਕਿ ਸਟੂਡੈਂਟਸ ਜੋ ਪੰਜਾਬ ਤੋਂ ਨੇ, ਉਹਨਾਂ ਦਾ 68,000 ਕਰੋੜ ਰੁਪਈਆ ਮਿੱਟੀ ਹੋ ਜਾਣਾ ਜੇ ਕੋਈ ਫੈਸਲਾ ਨਾ ਲਿੱਤਾ ਗਿਆ। ਔਰ ਇੱਕ ਗੱਲ ਸਾਰੇ ਜਾਣਦੇ ਨੇ ਕਿ ਜੇ ਅਸੀਂ ਆਪਣੇ ਨਿੱਜੀ ਸਵਾਰਥਾਂ ਤੋਂ ਉੱਤੇ ਉੱਠ ਕੇ ਸਭ ਦੇ ਲਈ ਨਹੀਂ ਨਾ ਸੋਚਦੇ, ਨਾ ਤੇ ਇਸ ਸੂਬੇ ਦੇ ਵਿੱਚ ਕੁਝ ਹੋਣਾ, ਨਾ ਦੇਸ਼ ਦੇ ਵਿੱਚ ਕੁਝ ਹੋਣਾ, ਨਾ ਦੁਨੀਆ ਦੇ ਵਿੱਚ ਕੁਝ ਹੋਣਾ। ਇਹ ਜਿਹੜਾ G20 ਦੇ ਵਿੱਚ ਅਸੀਂ ਕਰਦੇ ਪਏ ਆ ਨਾ, 1 ਅਰਥ 1 ਫੈਮਿਲੀ ਤੇ 1 ਫਿਊਚਰ, ਉਹਦਾ ਕੁਝ ਨਹੀਂ ਬਣਨਾ ਜੇ ਅਸੀਂ ਆਪਣੇ ਸਵਾਰਥ, ਆਪਣੇ ਸੈਲਫ ਇੰਟਰਸਟ ਦੇਖਦੇ ਰਹੇ। ਸੋ ਤੁਸੀਂ ਕੀ ਇਸ ਬਾਰੇ ਵਿਚਾਰ ਰੱਖਦੇ ਹੋ? ਆਪਣੇ ਵਿਚਾਰ ਸਾਨੂੰ ਜ਼ਰੂਰ, ਆਪਣੇ ਆਈਡੀਆ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲਦੇ ਹਾਂ। ਜ਼ਰੂਰ ਜੀ। ਸਤਿ ਸ਼੍ਰੀ ਅਕਾਲ।